सत श्री अकाल जी। आप सब जी का स्वागत है थोड़े अपने यूट्यूब चैनल पॉजिटिव वाइब पंजाब के उत्ते। अज फिर थोड़े सामने पेश होए हैं जी लैके एक नवी वीडियो। थानू सबनों पता है कि PSTCL का राजे एग्जाम होने जा रहा है। ये एग्जाम के एडमिट कार्ड इशू हो चुके हैं। ਜਿਹੜੇ बच्चों ने एडमिट कार्ड नहीं डाउनलोड किए वो कर सकते हैं। 3 अगस्त तो लैके 5 अगस्त तक पेपर है राजे मल्टीपल शिफ्ट के हो रहा है तो ऑनलाइन पेपर होना है। तो ये दोनों डिपार्टमेंट जोड़े PSTCL हो गया PSPCL हो गया दोनों बिजली बोर्ड के डिपार्टमेंट है। तो जोड़ा होने जा रहा राजे वो है जी पंजाब स्टेट ट्रांसमिशन कारपोरेशन लिमिटेड। हुण की हुंदा कि पिछली वारी 2016 तो 2018 के पेपर होया सी, वो पेपर का रिव्यू मैं किया। ਉਹਦੇ ਵਿੱਚ ਜਿਹੜਾ कंप्यूटर पोर्शन पूछा गया है कि मेरे हिसाब नाल अगर कोई कंप्यूटर टीचर भी हैगा चाहे मान लो मैं भी हैगा तो मैनू भी अटैम्प्ट करने वास्ते उत्थे बड़ा दिमाग लाना पऊगा। हो सकता मेरे कोलों भी वो नमैरिकल वगैरह ना होण, पर आपां एक इत्थे देखो कोशिश कीती है कि तुहानूं एक बारी उस पेपर दे विच जाण तो पहलां जानू करा दईए भी हो सकता जे इदां दे क्वेश्चन पूछे गए तो तुसीं उत्थे कर पाओ। तो वीडियो तो पहलां मैं दस रहा तुहानूं डीमोटिवेट नहीं कर रहा। हो सकता ये चीज़ तुहानूं ना समझ आवे। अज दे जिहड़े मैं क्वेश्चन कराउण जा रहा दे 2-3 नमैरिकल ने, हो सकता तुहानूं पहली बार ना समझ आउण तो वीडियो में 2-3 बारी रिपीट कर लो, डेफिनेटली तुहानूं समझ आ जाएंगे। जे फिर भी ना आए तो कमेंट बॉक्स के तुसीं मैसेज वगैरह कर सकते हो। तो एक कोशिश की है भी कहिंदे समथिंग इज़ बैटर दैन नथिंग, भी मान लो छड्ड के जाण नालों चंगा कि अगर एक बार आपां निगाह मार लैंदे आ जे समझ लग गए वधिया, नहीं तो फिर रब रखा तुहानूं सारिਆਂ ਨੂੰ पता ही है। तो ये सिर्फ राजे ਜਿਹੜੇ ਇਹ क्वेश्चन आते हैं सिर्फ बिजली बोर्ड 'ਚ ਪੁੱਛੇ ਜਾਂਦੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਇੱਕ ਕੰਪਨੀ ਹੈਗੀ ਹੈ TCS टाटा। ਇਹ टाटा ਕੰਪਨੀ ਕੀ ਲੈਂਦੀ ਹੈ? ਟੈਂਡਰ ਲੈਂਦੀ ਹੈ ਹਮੇਸ਼ਾ PSPCL ਤੇ PSTCL ਦਾ। ਤੇ ਕੰਪਨੀ ਕੀ ਇੱਕ IT ਬੇਸਡ ਕੰਪਨੀ ਹੈ, ਤਾਂ ਕਰਕੇ ਥੋੜ੍ਹੇ ਜਿਹੇ ਬਹੁਤ ਹਾਈ ਲੈਵਲ ਦੇ ਕੁਐਸਚਨ ਪਾਉਂਦੀ ਹੈ। ਇਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਬੱਚੇ ਕਲਰਕ ਲੱਗਣ ਜਾ ਰਹੇ ਆ, ਕੋਈ ਸੌਫਟਵੇਅਰ ਇੰਜੀਨੀਅਰ ਨਹੀਂ ਲੱਗਣ ਜਾ ਰਹੇ। ਪਰ ਹੁਣ ਆਪਾਂ ਕੀ ਕਰ ਸਕਦੇ ਹਾਂ? ਦੇਖੋ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਤਾਂ ਆਪਾਂ ਨੂੰ ਪੜ੍ਹਨਾ ਹੀ ਪਊਗਾ। ਫਿਲਹਾਲ ਆਪਾਂ ਹੈਗੇ ਹਾਂ ਬੇਰੁਜ਼ਗਾਰ। ਤਾਂ ਚਲੋ ਇੱਕ ਕੋਸ਼ਿਸ਼ ਕਰਦੇ ਹਾਂ ਆਪਾਂ। ਦੇਖੋ ਇੱਕ ਕੋਸ਼ਿਸ਼ ਕੀਤੀ ਹੈ ਵੀ ਤੁਹਾਡੀ ਹੈਲਪ ਹੋ ਸਕੇ ਵੱਧ ਤੋਂ ਵੱਧ। ਬਾਕੀ ਵੀਡੀਓ ਨੂੰ 2 ਵਾਰ ਜ਼ਰੂਰ ਦੇਖ ਲਿਓ। ਚਲੋ ਸਟਾਰਟ ਕਰਦੇ ਹਾਂ ਰਾਜੇ। ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ, ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਮੈਰਾਥਨ ਕਲਾਸ ਆ ਚੁੱਕੀ ਆ ਕੰਪਿਊਟਰ ਦੀ। ਤੁਸੀਂ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣ ਜਾ ਰਹੇ ਹੋ ਤਾਂ ਉਹ ਕਲਾਸ ਤੁਹਾਡੇ ਵਾਸਤੇ ਕਾਫੀ ਬੈਨੀਫੀਸ਼ੀਅਲ ਰਹੂਗੀ। ਉਹਨੂੰ ਜ਼ਰੂਰ ਦੇਖਿਓ, ਸਕਿਪ ਨਾ ਕਰਿਓ ਰਾਜੇ। ਤੁਹਾਡੇ ਵਾਸਤੇ ਬਣਾਈ ਆ 300 ਕੁਐਸਚਨ ਨੇ, 280-85 ਕੁਐਸਚਨ ਨੇ ਤੁਹਾਡੇ ਵਾਸਤੇ, ਬਹੁਤ ਵਧੀਆ ਕੁਐਸਚਨ ਨੇ। ਤਾਂ ਕੰਪਿਊਟਰ ਪੋਰਸ਼ਨ ਥੋੜ੍ਹਾ ਸਾਰਾ ਉੱਥੋਂ ਕਵਰ ਹੋ ਜਾਊਗਾ। ਤਾਂ ਆਹ ਸਿਰਫ ਜਿਹੜੇ ਅੱਜ ਦੇ ਮੈਂ ਕੁਐਸਚਨ ਕਰਾ ਰਿਹਾ ਸਿਰਫ PSPCL ਤੇ PSTCL ਵਾਸਤੇ ਹੈ। ਹੋਰ ਕਿਸੇ ਐਗਜ਼ਾਮ ਦੇ ਵਿੱਚ ਨਹੀਂ ਪੁੱਛੇ ਜਾਂਦੇ ਇੰਨੇ ਔਖੇ ਕੁਐਸਚਨ। ਚਲੋ ਸਟਾਰਟ ਕਰਦੇ ਹਾਂ ਰਾਜੇ। ਤੁਹਾਡੇ ਸਾਹਮਣੇ ਪਹਿਲਾ ਕੁਐਸਚਨ ਤੁਹਾਡੀ ਸਕਰੀਨ 'ਤੇ ਰਿਹਾ। ਉਹ ਕਹਿੰਦਾ ਜੀ ਵਿਚ ਟਾਈਪ ਆਫ ਦਾ ਆਪਰੇਟਿੰਗ ਸਿਸਟਮ ਇਜ਼ ਯੂਜ਼ਡ ਇਨ ਦਾ ਨਿਊਕਲੀਅਰ ਪਾਵਰ ਪਲਾਂਟਸ। ਤਾਂ ਹੁਣੇ ਜੇ ਮੈਂ 2 ਵੀਡੀਓ ਅਪਲੋਡ ਕੀਤੀਆਂ ਨੇ ਆਪਰੇਟਿੰਗ ਸਿਸਟਮ ਦੀਆਂ, ਤੁਸੀਂ ਜਾ ਕੇ ਦੇਖ ਲਿਓ। ਉਹਦੇ ਵਿੱਚ ਮੈਂ ਸਾਰੇ ਆਪਰੇਟਿੰਗ ਸਿਸਟਮ ਕਰਵਾਏ ਆ। डिस्ट्रीब्यूटिड ਆਪਰੇਟਿੰਗ सिस्टम करवाया, ਰੀਅਲ टाइम करवाया होया, ਤੁਹਾਡਾ टाइम शेयरिंग करवाया, नैटवर्क कराया, बैच ਆਪਰੇਟਿੰਗ सिस्टम कराया, मल्टी प्रोग्रामिंग कराया, मतलब सारा कुछ कराया होया। तो इत्थे की कहता राजे तुहानूं मैं दस दिना। एक हुंदा जी रीअल टाइम ਆਪਰੇਟਿੰਗ सिस्टम हुंदा है, एक हुंदा जी ਰੀਅਲ टाइम ਆਪਰੇਟਿੰग सिस्टम। ਇਹ ਕਿੱਥੇ ਵਰਤੇ ਜਾਂਦੇ ਆ? ਇਹ ਉੱਥੇ ਵਰਤੇ ਜਾਂਦੇ ਆ ਜਿੱਥੇ ਹਾਈ ਫਾਈ ਲੈਵਲ ਦੀਆਂ ਕੀ ਹੁੰਦੀਆਂ ਨੇ, ਕੈਲਕੂਲੇਸ਼ਨਸ ਹੁੰਦੀਆਂ ਨੇ। ਜਿਵੇਂ ਮੰਨ ਲਓ ਕੋਈ ਨਿਊਕਲੀਅਰ ਪਾਵਰ ਪਲਾਂਟ ਹੈਗਾ, ਕੋਈ ਰੋਬੋਟਿਕ ਟੈਕਨੋਲੋਜੀ ਆਪਾਂ ਯੂਜ਼ ਕਰ ਰਹੇ ਹਾਂ, ਜਾਂ ਫਿਰ ਜਿਵੇਂ ਇਸਰੋ ਹੈ। ਇਸਰੋ ਕੀ ਕਰਦਾ? ਮੰਨ ਲਓ ਕੋਈ ਨਵਾਂ ਕੀ ਕਰਦਾ, ਉਪਗ੍ਰਹਿ ਵਗੈਰਾ ਛੱਡਦਾ ਹੈ ਨਾ, ਰੋਕਟ ਵਗੈਰਾ ਲਾਂਚ ਕਰਦੇ ਆ। ਤਾਂ ਉੱਥੋਂ ਦੇ ਜਿਹੜੇ ਕੰਪਿਊਟਰ ਹੁੰਦੇ ਰਾਜੇ ਕੀ ਹੁੰਦੇ ਨੇ? ਬਹੁਤ ਜ਼ਿਆਦਾ ਹਾਈ ਫਾਈ ਹੁੰਦੇ ਨੇ। ਉਹਨੂੰ ਆਪਾਂ ਸੁਪਰ ਕੰਪਿਊਟਰ ਬੋਲ ਸਕਦੇ ਹਾਂ। ਤਾਂ ਉਹਨਾਂ ਦੀਆਂ ਕੈਲਕੂਲੇਸ਼ਨ ਬੜੀਆਂ ਫਾਸਟ ਹੁੰਦੀਆਂ। ਤਾਂ ਹੁਣ ਮੰਨ ਲਓ ਕਿ ਇਸਰੋ ਨੇ ਕੋਈ ਉਪਗ੍ਰਹਿ ਛੱਡਣਾ, ਰੋਕਟ ਵਗੈਰਾ ਲਾਂਚ ਕਰਨਾ, ਤਾਂ ਇਹ ਤਾਂ ਹੈ ਨਹੀਂ ਆਪਣੇ ਘਰ ਵਾਲਾ ਕੰਪਿਊਟਰ ਜਾਂ ਜਿਹੜੇ ਆਪਣੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਯੂਜ਼ ਕਰਦੇ ਆ, ਜਿਹੜੇ ਹੈਂਗ ਹੋ ਜਾਂਦੇ ਆ। ਕਿ ਮੰਨ ਲਓ ਉੱਧਰੋਂ ਰੋਕਟ ਲਾਂਚ ਕਰਨਾ, ਇੱਧਰੋਂ ਕੰਪਿਊਟਰ ਮੇਰਾ ਹੈਂਗ ਹੋ ਗਿਆ ਤੇ ਉਹਨੇ ਉੱਥੇ ਪਟਾਕਾ ਮਾਰਤਾ, ਤਾਂ ਸਾਰੇ ਗੱਡੀ ਚੜ੍ਹ ਜਾਣਗੇ ਉੱਪਰ ਨੂੰ। ਠੀਕ ਹੈ ਜੀ, ਇਹ ਤਾਂ ਕਦੇ ਵੀ ਨਹੀਂ ਹੋਊਗਾ। ਤਾਂ ਉੱਥੇ ਬੜੇ ਮਤਲਬ ਕਿ ਐਕੂਰੇਟ ਕੰਪਿਊਟਰ ਰੱਖੇ ਜਾਂਦੇ ਆ ਜਿਹੜੇ ਜਿਨ੍ਹਾਂ ਦੀ ਕੀ ਹੁੰਦੀ ਹੈ, ਪ੍ਰੋਸੈਸਿੰਗ ਬੜੀ ਫਾਸਟ ਹੁੰਦੀ ਹੈ। ਹੁਣ ਰੀਅਲ ਟਾਈਮ ਦਾ ਮਤਲਬ ਹੁੰਦਾ ਕਿ ਮੰਨ ਲਓ ਮੈਂ ਪ੍ਰੈਡਿਕਸ਼ਨ ਲਗਾਈ ਹੋਈ ਹੈ ਕਿ ਕੋਈ ਕੈਲਕੂਲੇਸ਼ਨ ਮੇਰੀ ਕੀ ਹੋਊਗੀ, ਵਿਦਿਨ 2 ਸੈਕਿੰਡ ਹੋ ਜਾਊਗੀ। ਤਾਂ ਉਹ 2 ਸੈਕਿੰਡ ਤੋਂ ਪਹਿਲਾਂ ਹੀ ਕਰ ਦਿੰਦੇ ਆ। 2 ਸੈਕਿੰਡ ਤੋਂ ਉੱਪਰ ਟਾਈਮ ਨਹੀਂ ਲੈਣਗੇ, ਹਮੇਸ਼ਾ 2 ਸੈਕਿੰਡ ਜਾਂ ਇਸ ਤੋਂ ਘੱਟ ਟਾਈਮ ਲੈਣਗੇ। ਤਾਂ ਇਹਨੂੰ ਕਹਿ ਦਿੰਦੇ ਰਾਜੇ ਰੀਅਲ ਟਾਈਮ ਆਪਰੇਟਿੰਗ ਸਿਸਟਮ। ਤਾਂ ਇੱਥੇ ਰਾਈਟ ਆਨਸਰ ਬਣਨਾ ਸੀਗਾ ਨਿਊਕਲੀਅਰ ਪਾਵਰ ਪਲਾਂਟ ਆਇਆ। ਤਾਂ ਇਹ ਹੈਗਾ ਜੀ ਹਾਰਡ ਰੀਅਲ ਟਾਈਮ ਆਪਰੇਟਿੰਗ ਸਿਸਟਮ। ਕਿਉਂਕਿ ਰੀਅਲ ਟਾਈਮ ਆਪਰੇਟਿੰਗ ਸਿਸਟਮ ਕੀ ਹੁੰਦੇ ਰਾਜੇ? 2 ਤਰ੍ਹਾਂ ਦੇ ਹੁੰਦੇ, ਇੱਕ ਹੁੰਦਾ ਜੀ ਹਾਰਡ ਅਤੇ ਇੱਕ ਹੁੰਦਾ ਜੀ ਤੁਹਾਡਾ ਸੌਫਟ। ਹੁਣ ਹਾਰਡ ਕੀ ਹੁੰਦਾ? ਉਹ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਹੋਊਗੀ ਹੈ ਨਾ, ਉਹ ਵਾਂਟਿਡ ਫਿਲਮ ਸਲਮਾਨ ਖਾਨ ਵਾਲੀ। ਉਹਦੇ ਵਿੱਚ ਉਹ ਬੋਲਦਾ ਕਿ ਜਬ ਮੈਂ ਕਮਿਟਮੈਂਟ ਕਰ ਲੈਤਾ ਹੂੰ ਤਾਂ ਮੈਂ ਕਿਸੇ ਆਪਣੇ ਆਪ ਕੀ ਵੀ ਨਹੀਂ ਸੁਣਤਾ। ਠੀਕ ਹੈ,
ਤਾਂ ਇਹ ਹੈਗਾ ਭਾਈ ਸਲਮਾਨ ਖਾਨ ਵਰਗਾ, ਕਹਿੰਦਾ ਵੀ ਮੈਂ ਕਮਿਟਮੈਂਟ ਕਰ ਲਈ, ਹੁਣ ਮੈਂ ਕਿਸੇ ਦੀ ਨਹੀਂ ਸੁਣਨੀ। ਮੈਂ ਕਮਿਟਮੈਂਟ ਕੀ ਕੀਤੀ ਵੀ ਮੈਂ 2 ਸੈਕਿੰਡ ਦੇ ਵਿੱਚ ਕੋਈ ਪ੍ਰੋਸੈਸਿੰਗ ਕਰੂੰਗਾ, ਇਸ ਤੋਂ ਪਹਿਲਾਂ ਹੀ ਕਰ ਦੂੰਗਾ, ਇਸ ਤੋਂ ਬਾਅਦ ਨਹੀਂ ਕਰੂੰਗਾ। ਤਾਂ ਇਹ ਹੈਗਾ ਭਾਈ ਮੇਰੇ ਵਰਗਾ ਵਿਚਾਰਾ, ਹੈ ਨਾ, ਕਹਿੰਦਾ ਚੱਲ ਕੋਈ ਗੱਲ ਨਹੀਂ ਯਾਰ, ਜੇ 2 ਸੈਕਿੰਡ ਦੀ ਆਪਾਂ ਮੰਨ ਕੇ ਚੱਲੇ ਸੀ, ਚੱਲ ਕੋਈ ਗੱਲ ਨਹੀਂ 2.1 ਸੈਕਿੰਡ ਲੱਗ ਗਏ, 2.2 ਸੈਕਿੰਡ ਲੱਗ ਗਏ ਜਾਂ 3 ਸੈਕਿੰਡ ਵੀ ਲੱਗ ਗਏ ਤਾਂ ਕੋਈ ਚੱਕਰ ਨਹੀਂ ਹੈਗਾ। ਤਾਂ ਇਹ ਹੋ ਗਿਆ ਜੀ ਤੁਹਾਡਾ ਰੀਅਲ ਟਾਈਮ ਅਤੇ ਹਾਰਡ ਰੀਅਲ ਟਾਈਮ, ਅਤੇ ਇਹ ਹੋ ਗਿਆ ਜੀ ਸੌਫਟ ਰੀਅਲ ਟਾਈਮ ਆਪਰੇਟਿੰਗ ਸਿਸਟਮ। ਬਟ ਜਿੱਥੇ ਨਿਊਕਲੀਅਰ ਪਾਵਰ ਪਲਾਂਟ ਹੋ ਗਏ, ਇਸਰੋ ਵਗੈਰਾ ਜਿਵੇਂ ਹੋ ਗਿਆ, ਨਾਸਾ ਵਗੈਰਾ ਹੋ ਗਿਆ, ਉੱਥੇ ਕੀ ਆ, ਹਾਰਡ ਹੀ ਚੱਲਦੇ ਆ। ਤਾਂ ਇਹਨੂੰ ਕਹਿ ਦਿੰਦੇ ਆ ਰਾਜੇ ਹਾਰਡ ਰੀਅਲ ਟਾਈਮ ਆਪਰੇਟਿੰਗ ਸਿਸਟਮ, ਇਹਦਾ ਆਨਸਰ ਆਉਣਾ ਸੀਗਾ। ਹੁਣ ਆ ਵੀ ਤੁਹਾਨੂੰ ਮੈਂ ਕਰਵਾਇਆ ਹੋਇਆ ਨੈਟਵਰਕ ਆਪਰੇਟਿੰਗ ਸਿਸਟਮ। ਤਾਂ ਤੁਹਾਨੂੰ ਦੱਸਿਆ ਹੋਇਆ ਵੀ ਜਿਹੜਾ ਨੈਟਵਰਕ ਹੈਗਾ ਰਾਜੇ ਕਿਹੜੀ ਟੈਕਨੋਲੋਜੀ 'ਤੇ ਕੰਮ ਕਰਦਾ, ਉਹ ਸਰਵਰ ਅਤੇ ਕਲਾਇੰਟ ਟੈਕਨੋਲੋਜੀ 'ਤੇ ਕੰਮ ਕਰਦਾ ਹੈ। ਸਰਵਰ ਕਲਾਇੰਟਸ ਹੁੰਦੇ ਨੇ, ਤਾਂ ਇਹਦੀ ਐਗਜ਼ਾਮਪਲ ਦੱਸੀ ਸੀ ਜਿਵੇਂ ਟੀਚਰ ਅਤੇ ਸਟੂਡੈਂਟਸ ਹੁੰਦੇ ਨੇ ਕਲਾਸ ਦੇ ਵਿੱਚ। ਤਾਂ ਸਰਵਰ ਕੀ ਹੁੰਦਾ, ਜਿਹੜਾ ਮੇਨ ਕੰਪਿਊਟਰ ਹੁੰਦਾ, ਤਾਂ ਇਹਦੇ 'ਤੇ ਇੱਕ ਸਪੈਸ਼ਲ ਆਪਰੇਟਿੰਗ ਸਿਸਟਮ ਵਰਤਿਆ ਜਾਂਦਾ ਜਿਹਨੂੰ ਕਹਿ ਦਿੰਦੇ ਆ NOS, ਨੈਟਵਰਕ ਆਪਰੇਟਿੰਗ ਸਿਸਟਮ। ਇੱਕ ਹੈਗਾ ਜੀ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ, ਇਹ ਵੀ ਮੈਂ ਕਰਵਾਇਆ ਹੋਇਆ ਕਿ ਮੰਨ ਲਓ ਜਿਵੇਂ ਤੁਹਾਨੂੰ ਮੈਂ ਦੱਸੀ ਸੀ ਐਗਜ਼ਾਮਪਲ ਵੀ ਘਰ ਦੇ ਵਿੱਚ TV ਹੈਗਾ, ਤਾਂ ਤੁਸੀਂ ਮੰਨ ਲਓ 2 ਭੈਣ ਭਰਾ ਹੈਗੇ ਆ, ਤੁਸੀਂ ਕਹਿੰਦੇ ਮੈਂ ਵੀ TV ਯੂਜ਼ ਕਰਨਾ, ਉਹ ਕਹਿੰਦਾ ਮੈਂ ਵੀ ਕਰਨਾ, ਤਾਂ ਤੁਹਾਡਾ ਠੀਕ ਹੈ ਫਾਦਰ ਸਾਹਿਬ ਕੀ ਕਰਦੇ ਨੇ, ਬਾਪੂ ਜੀ ਆ ਕੇ ਕੀ ਕਰਦੇ ਨੇ ਵੀ ਤੁਹਾਨੂੰ ਟਾਈਮ ਵੰਡ ਦਿੰਦੇ ਵੀ ਸਵੇਰੇ 9 ਤੋਂ 10 ਤੂੰ TV ਦੇਖੇਗਾ, ਸ਼ਾਮ ਨੂੰ 5 ਤੋਂ 6 ਤੂੰ ਦੇਖ ਲੇਂਗੀ। ਠੀਕ ਹੈ, ਭੈਣ ਭਰਾਵਾਂ ਦੇ ਵਿੱਚ ਲੜਾਈ ਹੁੰਦੀ ਸੀਗੀ, ਟਾਈਮ ਵੰਡਤਾ, ਤਾਂ ਉਹ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਆ। ਅੰਬੈਡਿਡ ਹੁੰਦੇ ਰਾਜੇ, ਜਿਵੇਂ ਆਪਣੇ ਗੱਡੀਆਂ ਆ ਗਈਆਂ, ਜਿਵੇਂ ਵੱਡੀਆਂ ਗੱਡੀਆਂ ਆਉਂਦੀਆਂ BMW ਵਗੈਰਾ, ਉਹਦੇ ਵਿੱਚ ਸਾਰਾ ਸਿਸਟਮ ਕੀ ਹੁੰਦਾ, ਕੰਪਿਊਟਰਾਈਜ਼ ਹੁੰਦਾ, ਤਾਂ ਉੱਥੇ ਅੰਬੈਡਿਡ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਆ। ਜਾਂ ਜਿਵੇਂ ECG ਮਸ਼ੀਨ ਹੋ ਗਈ, ATM ਹੋ ਗਿਆ, ਇਹ ਸਾਰੇ ਕੀ ਨੇ, ਅੰਬੈਡਿਡ ਆਪਰੇਟਿੰਗ ਸਿਸਟਮ ਦੀ ਵਰਤੋਂ ਕਰਦੇ ਨੇ। ਠੀਕ ਹੈ, ਚਲੋ ਬਾਕੀ ਤੁਸੀਂ ਜ਼ਿਆਦਾ ਡਿਟੇਲ ਵਾਸਤੇ ਵੀਡੀਓ ਜ਼ਰੂਰ ਦੇਖ ਲਿਓ, ਆਪਰੇਟਿੰਗ ਸਿਸਟਮ ਦੀ ਥਿਊਰੀ ਵਾਲੀ ਤੁਹਾਡੇ ਕੰਮ ਆਊਗੀ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਅਨੇਬਲ ਈਜ਼ੀਅਰ ਕਮਿਊਨੀਕੇਸ਼ਨ ਬਿਟਵੀਨ ਦਾ ਡਿਵਾਈਸਿਸ ਐਂਡ ਦਾ CPU। ਡਿਵਾਈਸਿਸ ਕਿਹਦੀ ਗੱਲ ਕਰਦਾ ਰਾਜੇ, ਜਿਵੇਂ ਮੰਨ ਲਓ ਪ੍ਰਿੰਟਰ ਹੋ ਗਿਆ, ਸਕੈਨਰ ਹੋ ਗਏ, ਤੁਹਾਡੇ ਪਲੋਟਰ ਹੋ ਗਏ, ਠੀਕ ਹੈ, ਕੀਬੋਰਡ ਹੋ ਗਏ, ਮਾਊਸ ਹੋ ਗਏ, ਇਹ ਕੀ ਨੇ, ਤੁਹਾਡੀਆਂ ਡਿਵਾਈਸਿਸ ਨੇ। ਤਾਂ CPU ਦੇ ਨਾਲ ਕਿਵੇਂ ਤਾਲਮੇਲ ਹੁੰਦਾ ਜੀ, ਇਹਨਾਂ ਦੀ ਕਮਿਊਨੀਕੇਸ਼ਨ ਕਿਵੇਂ ਹੁੰਦੀ ਹੈ। ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦੱਸਦਾ, ਮੰਨ ਲਓ ਇੱਕ ਬੱਸ ਹੈ, ਬੱਸ ਕੀ ਹੈ, ਇੱਕ ਹਾਰਡਵੇਅਰ ਹੈ ਨਾ, ਬੱਸ ਜਿਹੜੀ ਹੁੰਦੀ ਹੈ, ਤਾਂ ਬੱਸ ਨੂੰ ਚਲਾਉਣ ਵਾਸਤੇ ਕੀ ਹੈ, ਤੁਹਾਨੂੰ ਡਰਾਈਵਰ ਦੀ ਲੋੜ ਪੈਂਦੀ ਹੈ ਕਿ ਮੰਨ ਲਓ ਉਹਨੂੰ ਡਰਾਈਵਿੰਗ ਕਰਨ ਵਾਸਤੇ ਕਿਸੇ ਡਰਾਈਵਰ ਦੀ ਜ਼ਰੂਰਤ ਪੈਂਦੀ ਹੈ। ਉਵੇਂ ਮੰਨ ਲਓ ਪ੍ਰਿੰਟਰ ਕੀ ਇੱਕ ਹਾਰਡਵੇਅਰ ਹੈ, ਪ੍ਰਿੰਟਰ ਮੈਂ ਲੈ ਕੇ ਆ ਗਿਆ, ਬਟ ਉਹ ਪ੍ਰਿੰਟਰ ਨਹੀਂ ਚੱਲੂਗਾ ਜਿੰਨੀ ਦੇਰ ਤੱਕ ਮੈਂ ਕੀ ਕਰੂੰਗਾ, ਉਹਦਾ ਇੱਕ ਛੋਟਾ ਜਿਹਾ ਸੌਫਟਵੇਅਰ ਹੁੰਦਾ, ਜਿੰਨੀ ਦੇਰ ਤੱਕ ਮੈਂ ਉਹ ਛੋਟਾ ਜਿਹਾ ਸੌਫਟਵੇਅਰ ਕੀ ਕਰਦਾ, ਆਪਣੇ ਕੰਪਿਊਟਰ 'ਤੇ ਇੰਸਟਾਲ ਨਹੀਂ ਕਰਦਾ, ਤਾਂ ਬਸ ਉਸ ਸੌਫਟਵੇਅਰ ਨੂੰ ਕੀ ਕਹਿ ਦਿੰਦੇ ਆ, ਡਰਾਈਵਰ ਕਹਿ ਦਿੰਦੇ ਆ। ਜਿਵੇਂ ਬੱਸ ਨੂੰ ਚਲਾਉਣ ਵਾਸਤੇ ਡਰਾਈਵਰ ਦੀ ਜ਼ਰੂਰਤ ਪੈਂਦੀ ਹੈ, ਉਵੇਂ ਹਾਰਡਵੇਅਰ ਨੂੰ ਚਲਾਉਣ ਵਾਸਤੇ ਜਿਹੜੇ ਸੌਫਟਵੇਅਰ ਦੀ ਜ਼ਰੂਰਤ ਪੈਂਦੀ ਉਹਨੂੰ ਕਹਿ ਦਿੰਦੇ ਆ ਰਾਜੇ ਡਰਾਈਵਰ। ਠੀਕ ਹੈ, ਡਰਾਈਵਰਸ ਕਿਹਾ ਜਾਂਦਾ ਹੈ। ਤਾਂ ਰਾਈਟ ਹੈ ਜੀ, ਇਹ ਹੈਗਾ ਜੀ ਤੁਹਾਡਾ ਰਾਈਟ ਆਨਸਰ। ਬਾਕੀ ਤੁਹਾਨੂੰ ਬਾਇਓਸ ਵਗੈਰਾ ਵੀ ਕਰਾਇਆ ਹੋਇਆ ਮੈਂ, ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਠੀਕ ਹੈ ਜੀ, ਇਹ ਸਭ ਕੁਝ ਕਰਾਇਆ ਹੋਇਆ, ਇਹਨੂੰ ਪੜ੍ਹ ਲਿਓ। ਅੱਗੇ ਚੱਲਦੇ ਹਾਂ ਜੀ ਆਪਾਂ ਨੈਕਸਟ ਕੁਐਸਚਨ ਵੱਲ। ਆਹ ਕੁਐਸਚਨ ਵੀ ਬਹੁਤ ਵਧੀਆ ਹੈ, ਦੇਖਣ ਨੂੰ ਔਖਾ ਲੱਗਦਾ ਲੇਕਿਨ ਕੁਛ ਵੀ ਨਹੀਂ ਹੈਗਾ ਇਹਦੇ ਵਿੱਚ। ਵਾਟ ਇਜ਼ ਦਾ ਸਪੀਡ ਆਫ ਦਾ CPU ਇਫ ਦਾ ਨੰਬਰ ਆਫ ਸਾਈਕਲਸ ਕੰਪਲੀਟਡ ਇਨ ਦਾ 1 ਸੈਕਿੰਡ ਇਜ਼ 2000। ਹੁਣ ਤੁਹਾਨੂੰ ਮੈਂ ਦੱਸਦਾ ਜਾ ਜਿਹੜੀ CPU ਦੀ ਸਪੀਡ ਹੁੰਦੀ ਨਾ, ਉਹ ਮੈਜ਼ਰ ਕੀ 'ਚ ਕਰਦੇ ਆ, CPU ਦੀ ਸਪੀਡ ਹਮੇਸ਼ਾ ਠੀਕ ਹੈ ਹਰਟਜ਼ ਦੇ ਵਿੱਚ ਮੈਜ਼ਰ ਕਰਦੇ, ਯੂਨਿਟ ਕੀ ਹੈ, ਹਰਟਜ਼ ਹੈ। ਤਾਂ ਪੁਰਾਣੇ ਟਾਈਮ 'ਤੇ ਹੁੰਦੀ ਸੀਗੀ ਜੀ ਕਿਲੋ ਹਰਟਜ਼, ਅੱਜ ਕੱਲ੍ਹ ਕੀ ਆਉਣ ਲੱਗ ਗਈ ਰਾਜੇ, ਗੀਗਾ ਹਰਟਜ਼ ਆਉਣ ਲੱਗ ਗਈ। ਹੁਣ ਆਪਾਂ ਇਸ ਕੁਐਸਚਨ ਦੇ ਅਕੋਰਡਿੰਗ ਕੰਮ ਕਰਦੇ ਹਾਂ। ਹੁਣ ਤੁਹਾਨੂੰ ਦੱਸਿਆ ਹੋਇਆ ਰਾਜੇ, ਜਿਵੇਂ ਆਪਾਂ 1K ਦਾ ਮਤਲਬ ਕੀ ਹੁੰਦਾ, 1 ਕਿਲੋ ਦਾ ਮਤਲਬ ਕੀ ਹੁੰਦਾ, 1000 ਗ੍ਰਾਮ। ਤਾਂ 1 ਕਿਲੋ ਨੂੰ ਆਪਾਂ 1000 ਨੂੰ ਆਪਾਂ 1 ਕਿਲੋ ਲਿਖ ਸਕਦੇ ਹਾਂ, 1K ਲਿਖ ਸਕਦੇ ਹਾਂ, ਬਸ ਆਪਣਾ ਕੰਮ ਹੋ ਜਾਊਗਾ। ਉਹਨੇ ਦਿੱਤਾ ਕੀ ਹੋਇਆ ਆਪਾਂ ਨੂੰ ਕੁਐਸਚਨ ਦੇ ਵਿੱਚ, ਕਹਿੰਦਾ ਵੀ ਜਿਹੜਾ 1 ਸੈਕਿੰਡ ਆ, ਉਹ 1 ਸੈਕਿੰਡ ਦੇ ਵਿੱਚ ਕਿੰਨੇ ਸਾਈਕਲ ਕੰਪਲੀਟ ਕਰਦਾ। ਕੰਪਿਊਟਰ ਦੀ ਜਿਹੜੀ ਸਪੀਡ ਹੁੰਦੀ ਹੈ ਨਾ ਰਾਜੇ, ਸਾਈਕਲ ਦੇ ਵਿੱਚ ਹੁੰਦੀ ਹੈ। ਸਾਈਕਲ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਕੰਮ ਕਰਦਾ ਉਹ 1-0 ਦੀ ਫਾਰਮ 'ਚ ਕਰਦਾ। ਚਲੋ ਇਹ ਜ਼ਿਆਦਾ ਡੀਪਲੀ ਕਨਸੈਪਟ ਹੈਗਾ, ਇੱਥੇ ਨਹੀਂ ਮੈਂ ਦੱਸੂਗਾ, ਫਿਲਹਾਲ ਇੰਨਾ ਸਮਝ ਲਓ ਵੀ ਸਾਈਕਲ ਦੇ ਵਿੱਚ ਕੰਮ ਕਰਦਾ, ਉਹ ਸਾਈਕਲ 0 ਤੇ 1 ਦੇ ਵਿੱਚ ਮੈਜ਼ਰ ਕਰਦੇ ਆ। ਉਹ ਕਹਿੰਦਾ ਵੀ 1 ਸੈਕਿੰਡ ਦੇ ਵਿੱਚ 2000 ਕੀ ਚੱਲਦਾ ਸਾਈਕਲਸ, ਤਾਂ 1 ਸੈਕਿੰਡ ਦੇ ਵਿੱਚ ਕੀ ਚੱਲਦਾ, 2000 ਚੱਲਦਾ। ਤਾਂ ਪਿੱਛੇ ਆਪਾਂ ਯੂਨਿਟ ਲਾ ਲੈਂਦੇ ਹਾਂ ਹਰਟਜ਼, ਕਿਉਂਕਿ ਹਰਟਜ਼ ਦੇ ਵਿੱਚ ਮੈਜ਼ਰ ਕਰਦੇ ਹਾਂ। ਤਾਂ 2 ਨੂੰ ਆਪਾਂ ਅਗਰ ਮੈਂ ਇੱਦਾਂ ਲਿਖ ਲਾਂ, 2 ਗੁਣਾ 10 ਦੀ ਪਾਵਰ 3, ਤਾਂ ਇਹ ਬਿਲਕੁਲ ਠੀਕ ਹੈ ਜੀ, ਹਾਂ ਬਿਲਕੁਲ ਠੀਕ ਹੈ। 10 ਦੀ ਪਾਵਰ 3 ਦਾ ਮਤਲਬ ਕੀ ਹੁੰਦਾ ਕਿ 1000, ਤਾਂ 2 ਗੁਣਾ 10 ਦੀ ਪਾਵਰ 3 ਕੀ ਹੋ ਗਿਆ, 1 ਕਿਲੋ। ਤਾਂ ਇਹਨੂੰ ਆਪਾਂ ਕਿਲੋ ਲਿਖ ਸਕਦੇ ਹਾਂ, ਤਾਂ ਕਿਲੋ ਹਰਟਜ਼। ਤਾਂ ਮੇਰਾ ਆਨਸਰ ਕੀ ਆ ਗਿਆ ਰਾਜੇ, 2 ਕਿਲੋ ਹਰਟਜ਼ ਕੀ ਆ ਗਿਆ, ਮੇਰਾ ਆਨਸਰ ਆ ਗਿਆ ਵੀ 1 ਸੈਕਿੰਡ ਦੇ ਵਿੱਚ ਕਿੰਨਾ ਚੱਲਦਾ, ਉਹ 2 ਕਿਲੋ ਹਰਟਜ਼ ਚੱਲਦਾ। ਤਾਂ ਰਾਈਟ ਆਨਸਰ ਕੀ ਬਣ ਜੂਗਾ ਤੁਹਾਡਾ, 2 ਕਿਲੋ ਹਰਟਜ਼ ਬਣ ਜੂਗਾ। ਠੀਕ ਹੈ ਜੀ, ਕਲੀਅਰ ਹੈ ਸਾਰਿਆਂ ਨੂੰ। ਥੱਲੇ ਸ਼ਾਇਦ ਮੈਨੂੰ ਲੱਗਦਾ ਇੱਥੇ ਡਿਸਪਲੇ ਆ ਰਹੀ ਹੋਊਗੀ, ਜੇ ਨਹੀਂ ਆ ਰਹੀ ਮਤਲਬ ਨਹੀਂ ਦਿਖ ਰਿਹਾ ਤਾਂ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਦਾ ਕਿ ਜਿਵੇਂ ਮੰਨ ਲਓ 2000 ਮੈਂ ਲਿਖਿਆ ਸੀਗਾ, ਤਾਂ ਪਿੱਛੇ ਮੈਂ ਯੂਨਿਟ ਲਿਖਤੇ ਹਰਟਜ਼ 1 ਸੈਕਿੰਡ ਦੇ ਵਿੱਚ, ਤਾਂ 2 ਇੰਟੂ ਮੈਂ 1000 ਨੂੰ ਕੀ ਲਿਖ ਲਿਆ, 10 ਦੀ ਪਾਵਰ 3 ਹਰਟਜ਼। ਤਾਂ 10 ਦੀ ਪਾਵਰ 3 ਕੀ ਹੁੰਦਾ, K ਹੁੰਦਾ। ਤਾਂ 2 ਕਿਲੋ ਹਰਟਜ਼ ਕੀ ਆ ਗਿਆ, ਮੇਰਾ ਰਾਈਟ ਆਨਸਰ ਆ ਗਿਆ। ਓਕੇ ਹੈ ਜੀ, ਜੇ ਵਧੀਆ ਲੱਗ ਰਿਹਾ ਰਾਜੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਤਾਂ ਆਹ ਤੁਹਾਡੀ ਹੈਲਪ ਵਾਸਤੇ ਮੈਂ ਲਿਖਿਆ ਹੋਇਆ, ਤੁਸੀਂ ਬਾਅਦ 'ਚ ਪੜ੍ਹ ਲਿਓ ਰਾਜੇ ਇਹਨੂੰ। ਦੇਖੋ ਸਾਰਾ ਕੁਝ ਜੋ ਮੈਂ ਤੁਹਾਨੂੰ ਬੋਲ ਕੇ ਹਟਿਆ ਹੁਣੇ ਉਹੀ ਲਿਖਿਆ ਹੋਇਆ ਵੀ ਜੇ ਕਲੌਕ ਸਾਈਕਲ ਦੇ ਵਿੱਚ ਮੈਜ਼ਰ ਕਰਦੇ ਨੇ ਤਾਂ ਹਰਟਜ਼ ਦੇ ਵਿੱਚ ਕੀ ਕੀਤਾ ਜਾਂਦਾ ਰਾਜੇ, ਇਹਨੂੰ ਮੈਜ਼ਰ ਕੀਤੀ ਜਾਂਦੀ ਆ
ਕੰਪਿਊਟਰ ਦੀ ਸਪੀਡ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਕਹਿੰਦਾ ਕੈਪੈਸਿਟੀ ਆਫ ਮੋਬਾਈਲ ਫੋਨ ਬੈਟਰੀ ਇਜ਼ ਟਿਪੀਕਲੀ ਐਕਸਪ੍ਰੈਸਡ ਇਨ, ਹੈ ਨਾ। ਤੁਹਾਡੇ ਮੋਬਾਈਲ ਦੇ ਵਿੱਚ ਬੈਟਰੀ ਹੁੰਦੀ, ਤੁਸੀਂ ਕਹਿ ਦਿੰਦੇ ਆ ਜੀ ਮੈਂ ਤਾਂ 4000 mAh ਬੈਟਰੀ ਲੈਣੀ ਆ, 5000 ਵੀ ਆਉਣ ਲੱਗ ਗਈ ਅੱਜ ਕੱਲ੍ਹ ਤਾਂ, ਬੜੀਆਂ ਆਉਣ ਲੱਗ ਗਈਆਂ। ਜਾਂ ਕਿ ਆਪਾਂ ਘਰਾਂ ਦੇ ਵਿੱਚ ਸੈੱਲ ਵਰਤਦੇ ਆ, ਹੈ ਨਾ, ਕਲੋਕ ਦੇ ਵਿੱਚ, ਉਹ ਵੀ ਸਾਰੇ ਕੀ 'ਚ ਹੁੰਦੇ ਨੇ, mAh ਦੇ ਵਿੱਚ ਹੁੰਦੇ ਨੇ। ਉਹਨੇ ਇਹੀ ਪੁੱਛਿਆ ਵੀ ਜਿਹੜੀ ਕਪੈਸਿਟੀ ਆਫ ਮੋਬਾਈਲ ਫੋਨ ਬੈਟਰੀ ਆ ਉਹ ਕਿਹਦੇ ਵਿੱਚ ਮੈਜ਼ਰ ਕਰਦੇ ਆ, ਤਾਂ ਰਾਜੇ mAh ਦੇ ਵਿੱਚ ਕਰਦੇ ਆ। mAh ਕੀ ਹੁੰਦਾ ਰਾਜੇ, m ਦਾ, ਠੀਕ ਹੈ, ਆਪਾਂ m ਦਾ ਮਤਲਬ ਕੀ ਆ, ਮਿਲੀ, ਅਤੇ a ਦਾ ਮਤਲਬ ਕੀ ਆ, ਐਂਪੀਅਰ, ਠੀਕ ਹੈ, ਮਿਲੀ ਐਂਪੀਅਰ ਅਤੇ ਆਵਰ, ਠੀਕ ਹੈ। ਇਹਦੇ ਯੂਨਿਟ ਨੇ mAh। ਫੁੱਲ ਫੋਰਮ ਵੀ ਪੁੱਛ ਸਕਦੇ ਆ, m ਫॉर ਮਿਲੀ, a ਫॉर ਐਂਪੀਅਰ ਅਤੇ h ਫॉर ਕੀ ਆ, ਆਵਰ। ਇਹ ਮੈਜ਼ਰ ਕਰਦੇ ਨੇ ਆਪਣੇ ਮੋਬਾਈਲ ਫੋਨ ਦੀ ਬੈਟਰੀ ਹੋ ਗਈ ਜਾਂ ਕੋਈ ਹੋਰ ਬੈਟਰੀ ਹੋ ਗਈ, ਜਿਹਦੇ ਆਪਾਂ ਵੀ ਦੇਖਦੇ ਹਾਂ ਵੀ ਕਿੰਨੀ ਕੁ ਕਪੈਸਿਟੀ ਆ ਉਹਦੀ, ਕਿੰਨੀ ਦੇਰ ਉਹ ਚੱਲ ਸਕਦੀ ਹੈ। mAh ਕੀ ਆ ਜਾਊਗਾ, ਰਾਈਟ ਆਨਸਰ ਆ ਜਾਊਗਾ। ਅੱਗੇ ਚੱਲਦੇ ਹਾਂ ਜੀ, ਆ ਵੀ ਕੁਐਸਚਨ ਮੈਂ ਕਰਵਾਇਆ ਹੋਇਆ ਅਤੇ ਆਪਣਾ ਦੋਨੇ IT ਲਾਅ ਕਰਾਏ ਆ, IT ਐਕਟ 2000 ਅਤੇ IT ਐਕਟ 2008। ਕਹਿੰਦਾ ਦਾ ਫਸਟ ਮੇਜਰ ਅਮੈਂਡਮੈਂਟ ਟੂ ਦਾ IT ਐਕਟ 2000, ਤਾਂ 2000 IT ਐਕਟ ਪਹਿਲਾਂ ਆਇਆ ਸੀ, ਉਸ ਤੋਂ ਬਾਅਦ ਅਮੈਂਡਮੈਂਟ ਕਦੋਂ ਹੋਈ ਹੈ, 2008 ਦੇ ਵਿੱਚ ਹੋਈ ਹੈ, ਤਾਂ ਉਹਨੂੰ ਕਿਹਾ ਜਾਂਦਾ ਜੀ IT ਐਕਟ 2008, ਠੀਕ ਹੈ। ਇਹ ਰਾਈਟ ਆਨਸਰ ਬਣ ਗਿਆ। ਚਲੋ ਇਹ ਵੀ ਸੌਖਾ ਹੀ ਕੁਐਸਚਨ ਹੈ। ਅੱਗੇ ਗੱਲ ਕਰਦੇ ਹਾਂ ਜੀ, ਐਕਸਲ ਤਾਂ ਬਹੁਤ ਚੰਗੀ ਤਰ੍ਹਾਂ ਕਰਾਇਆ ਆਪਾਂ, ਦੇਖੋ ਲਾਈਵ ਵੀ ਕਰਾਇਆ ਹੋਇਆ, ਥਿਊਰੀ ਵੀ ਕਰਾਈ ਹੋਈ ਹੈ। ਇਨ ਐਕਸਲ ਸ਼ੀਟ ਦ ਕੰਬੀਨੇਸ਼ਨ ਡੈਸ਼ ਕੈਨ ਬੀ ਯੂਜ਼ ਟੂ ਐਂਟਰ ਦਾ ਕਰੰਟ ਡੇਟ ਇਨਟੂ ਏ ਸੈੱਲ, ਤਾਂ ਤੁਹਾਨੂੰ ਮੈਂ ਟੂ ਡੇ ਅਤੇ ਨਾਓ ਫੰਕਸ਼ਨ ਵੀ ਕਰਾਇਆ ਹੋਇਆ, ਠੀਕ ਹੈ, ਡੇਟ ਐਂਡ ਟਾਈਮ ਵਾਸਤੇ। ਬਟ ਇੱਥੇ ਸ਼ਾਰਟਕਟ ਕੀ ਪੁੱਛ ਰਿਹਾ, ਤਾਂ ਸ਼ਾਰਟਕਟ ਕੀ ਹੈ ਰਾਜੇ, ਕੰਟਰੋਲ ਪਲੱਸ ਸੈਮੀ ਕੋਲਮ। ਕੰਟਰੋਲ ਨੱਪ ਕੇ ਸੈਮੀ ਕੋਲਮ ਨੱਪੋਗੇ ਤਾਂ ਤੁਹਾਨੂੰ ਕੀ ਆ ਜਾਊਗੀ, ਤੁਹਾਡੀ ਸਿਸਟਮ ਦੀ ਜਿਹੜੀ ਕਰੰਟ ਡੇਟ ਹੋਊਗੀ ਉਹ ਕੀ ਸੈੱਲ ਦੇ ਵਿੱਚ ਇਨਸਰਟ ਹੋ ਜੂਗੀ। ਤਾਂ ਸਾਰਿਆਂ ਨੇ ਦੇਖੋ ਚੰਗੀ ਤਰ੍ਹਾਂ ਰਾਜੇ ਚੀਜ਼ ਨੂੰ ਸਮਝਣਾ। ਓਕੇ ਹੈ ਜੀ। ਨੈਕਸਟ ਚੱਲਦੇ ਹਾਂ ਆਪਾਂ, ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਅੱਗੇ ਆ ਗਿਆ ਜੀ, ਇਹਨਾਂ ਨੇ ਇੱਕ ਨਾ, ਜਿਵੇਂ ਤੁਸੀਂ RAR ਫਾਈਲਾਂ ਯੂਜ਼ ਕਰਦੇ ਹੋਵੋਗੇ, RAR ਕਰਦੇ ਹੋਵੋਗੇ ਜਾਂ ਜ਼ਿਪ ਫਾਈਲਾਂ ਯੂਜ਼ ਕਰਦੇ ਹੋਵੋਗੇ, ਕਿ ਮੰਨ ਲਓ ਬਹੁਤ ਵੱਡੀ PDF ਹੁੰਦੀ ਹੈ, ਤੁਸੀਂ ਉਹਨੂੰ ਕੰਪਰੈਸ ਕਰ ਲੈਂਦੇ ਆ, ਠੀਕ ਹੈ। ਤਾਂ ਜਿਹੜੀ ਡਾਟਾ ਕੰਪਰੈਸ਼ਨ ਹੁੰਦੀ ਹੈ ਰਾਜੇ, ਉਹਦੇ ਵਾਸਤੇ ਇੱਕ ਐਲਗੋਰਿਥਮ ਆਇਆ ਸੀਗਾ, ਜਿਹਨੂੰ ਕਹਿ ਦਿੰਦੇ ਆ ਲੀਪਲਜਿਵ ਐਲਗੋਰਿਥਮ। ਲੀਪਲਜਿਵ ਐਲਗੋਰਿਥਮ ਬੇਸਿਕਲੀ ਹੈ ਕੀ ਸੀਗਾ ਰਾਜੇ, ਇੱਕ ਬੰਦਾ ਸੀਗਾ ਇਜ਼ਰਾਈਲ ਦਾ, ਮੈਂ ਲਿਖ ਦਿੰਦਾ ਵੈਸੇ, ਚਲੋ ਇਹ ਤਾਂ ਹੁਣ ਦੁਬਾਰਾ ਸ਼ਾਇਦ ਨਾ ਪੁੱਛਿਆ ਜਾਵੇ, ਉਦੋਂ ਪੁੱਛਿਆ ਗਿਆ ਸੀਗਾ, ਬਟ ਫਿਰ ਵੀ ਤੁਹਾਡੀ ਨੌਲੇਜ ਵਾਸਤੇ ਲਿਖ ਰਿਹਾ ਮੈਂ। ਇੱਕ ਇਜ਼ਰਾਈਲੀ ਸਾਇੰਟਿਸਟ ਸੀਗਾ, ਠੀਕ ਹੈ, ਉਹ ਬੰਦਾ ਕੰਪਿਊਟਰ ਸਾਇੰਟਿਸਟ ਸੀਗਾ ਬੇਸਿਕਲੀ। ਤਾਂ ਉਹਨੇ ਕੀ ਕੀਤਾ ਸੀਗਾ ਰਾਜੇ, ਇੱਕ ਨਾ ਥਿਊਰੀ ਦਿੱਤੀ ਸੀਗੀ, ਇੱਕ ਮਤਲਬ ਮੈਥਡ ਫਾਈਂਡ ਆਊਟ ਕੀਤਾ ਸੀਗਾ। ਉਸ ਬੰਦੇ ਦਾ ਨਾਮ ਹੈਗਾ ਜੀ ਅਬਰਾਹਿਮ, ਕੀ ਹੈਗਾ ਜੀ, ਅਬਰਾਹਿਮ ਲੀਪਲ, ਠੀਕ ਹੈ। ਉਹਨੇ ਕੀ ਦਿੱਤੀ ਸੀ, ਇੱਕ ਥਿਊਰੀ ਦਿੱਤੀ ਸੀ, ਕਾਹਦੀ, ਡਾਟਾ ਕੰਪਰੈਸ਼ਨ ਦੀ। ਤਾਂ ਉਸ ਮੈਥਡ ਦੀ ਵਰਤੋਂ ਕਰਕੇ ਰਾਜੇ ਕੀ ਕੀਤਾ ਜਾਂਦਾ ਸੀਗਾ, ਡਾਟਾ ਨੂੰ ਕੰਪਰੈਸ ਕੀਤਾ ਜਾਂਦਾ ਸੀਗਾ। ਤਾਂ ਇਹ ਰਾਈਟ ਆਨਸਰ ਕੀ ਬਣਨਾ ਸੀਗਾ, ਇਹ। ਅੱਛਾ, ਇੱਕ ਕ੍ਰਿਪਟੋਗ੍ਰਾਫੀ ਬਾਰੇ ਬਹੁਤ ਪੁੱਛਿਆ ਜਾਂਦਾ ਰਾਜੇ। ਕ੍ਰਿਪਟੋਗ੍ਰਾਫੀ ਬੇਸਿਕਲੀ ਕੀ ਹੈ, ਕਿ ਮੈਥਡ ਆਫ ਪ੍ਰੋਟੈਕਟਿੰਗ ਦਾ ਇਨਫੋਰਮੇਸ਼ਨ, ਕਿ ਮੰਨ ਲਓ ਕੋਈ ਵੀ ਇਨਫੋਰਮੇਸ਼ਨ ਆਪਾਂ ਸ਼ੇਅਰ ਕਰਦੇ ਹਾਂ ਨਾ, ਉਹਨੂੰ ਇਨਕ੍ਰਿਪਟ ਕੀਤਾ ਜਾਂਦਾ, ਮਤਲਬ ਕੋਡ ਦੇ ਵਿੱਚ, ਵੀ ਉਹ ਓਰੀਜਨਲ ਨਾ ਦਿਖੇ। ਜਿਵੇਂ ਤੁਸੀਂ WhatsApp ਦੇ ਉੱਪਰ ਵੀ ਕਿਸੇ ਨੂੰ ਮੈਸੇਜ ਕਰਦੇ ਹੋਵੋਗੇ, ਲਿਖਿਆ ਹੋਊਗਾ 1 to 1 ਇਨਕ੍ਰਿਪਸ਼ਨ ਲਿਖਿਆ ਹੁੰਦਾ। ਉਹਦਾ ਮਤਲਬ ਕੀ ਹੁੰਦਾ, ਕਿ ਤੁਹਾਡਾ ਜਿਹੜਾ ਮੈਸੇਜ ਹੈਗਾ ਵੀ ਤੁਹਾਡੇ ਅਤੇ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿਚਕਾਰ ਹੀ ਆ, ਥਰਡ ਪਾਰਟੀ ਉਹਨੂੰ ਨਹੀਂ ਦੇਖ ਸਕਦੀ, ਠੀਕ ਹੈ, ਕੋਡ ਦੇ ਵਿੱਚ ਹੁੰਦਾ। ਤਾਂ ਬੇਸਿਕਲੀ ਕ੍ਰਿਪਟੋਗ੍ਰਾਫੀ ਦਾ ਮੀਨਿੰਗ ਵੀ ਪੁੱਛ ਲੈਂਦੇ ਰਾਜੇ। ਜਿਹੜੇ ਕ੍ਰਿਪਟੋਗ੍ਰਾਫੀ ਕੀ ਬਣਿਆ, ਦੋ ਵਰਡ ਤੋਂ ਬਣਿਆ। ਪਹਿਲਾ ਵਰਡ ਕੀ ਹੈ ਇੱਥੇ, ਪਹਿਲਾ ਵਰਡ ਹੈਗਾ ਕ੍ਰਿਪਟ। ਕ੍ਰਿਪਟ ਦਾ ਮਤਲਬ ਕੀ ਹੁੰਦਾ ਰਾਜੇ, ਹਿਡਨ ਕਰਨਾ। ਅਤੇ ਗ੍ਰਾਫੀ, ਠੀਕ ਹੈ, ਗ੍ਰਾਫੀ ਦਾ ਮਤਲਬ ਤੁਹਾਨੂੰ ਮੈਂ ਦੱਸ ਦਿੰਦਾ। ਗ੍ਰਾਫੀ ਦਾ ਮਤਲਬ ਕੀ ਹੈ ਰਾਜੇ, ਗ੍ਰਾਫੀ ਦਾ ਮਤਲਬ ਹੁੰਦਾ ਰਾਈਟਿੰਗ। ਕੋਈ ਚੀਜ਼ ਆਪਾਂ ਲਿਖਦੇ ਹਾਂ ਨਾ, ਉਹਨੂੰ ਕਹਿ ਦਿੰਦੇ ਆ ਰਾਈਟਿੰਗ। ਤਾਂ ਕ੍ਰਿਪਟੋਗ੍ਰਾਫੀ ਮਤਲਬ ਕਿ ਕਿਸੇ ਮੈਸੇਜ ਨੂੰ ਹਿਡਨ ਕੋਡ ਦੇ ਵਿੱਚ ਲਿਖਣਾ, ਉਹਨੂੰ ਕਹਿ ਦਿੰਦੇ ਆ ਕ੍ਰਿਪਟੋਗ੍ਰਾਫੀ। ਵੀਡੀਓ ਸਟਰੀਮਿੰਗ ਤੁਹਾਨੂੰ ਪਤਾ ਹੀ ਹੈ ਰਾਜੇ, ਜਿਹੜੀ ਆਪਾਂ ਔਨਲਾਈਨ ਸਟਰੀਮਿੰਗ ਕਰਦੇ ਹਾਂ ਵੀਡੀਓ ਵਾਸਤੇ। ਅੱਗੇ ਚੱਲਦੇ ਹਾਂ ਜੀ। ਦੇਖੋ ਮੈਂ ਫਿਰ ਵਾਰ-ਵਾਰ ਉਹ ਗੱਲ ਕਹਿਣਾ ਹੁੰਦਾ, ਸ਼ਾਇਦ ਕਈਆਂ ਨੂੰ ਚੰਗੀ ਨਹੀਂ ਲੱਗਦੀ, ਬਟ ਮੈਂ ਨਾ ਗੇਟਸ ਦੇ ਉੱਪਰ ਪੂਰਾ ਕਰਾਇਆ ਹੋਇਆ ਤੁਹਾਨੂੰ, ਸਾਰੇ ਬੇਸਿਕ ਗੇਟ ਕਰਾਏ ਆ ਮੈਂ, ਐਂਡ, ਔਰ, ਨੋਟ, ਫਿਰ ਯੂਨੀਵਰਸਲ ਗੇਟ ਵੀ ਕਰਾਏ ਹੋਏ ਆ, ਨੈਂਡ ਅਤੇ ਨੌਰ, ਠੀਕ ਹੈ। ਉਸ ਤੋਂ ਬਾਅਦ ਫਿਰ ਮੈਂ ਦੂਜੇ ਕਰਾਏ ਹੋਏ ਆ, ਐਗਜ਼ੋਰ ਕਰਾਇਆ ਹੋਇਆ, ਠੀਕ ਹੈ, ਦੂਜਾ ਵੀ ਕਰਾਇਆ ਹੋਇਆ, ਠੀਕ ਹੈ, ਐਗਜ਼ੋਰ ਵੀ ਕਰਾਇਆ ਹੋਇਆ, ਐਗਜ਼ਨੋਰ ਵੀ ਕਰਾਇਆ ਹੋਇਆ। ਅਤੇ ਸਾਰੇ ਗੇਟ ਕਰਵਾਏ ਹੋਏ ਆ। ਪਲੀਜ਼ ਇਹਨੂੰ ਜ਼ਰੂਰ ਦੇਖ ਲਿਓ, 10-15 ਮਿੰਟ ਦੀ ਵੀਡੀਓ ਹੈ, ਤਾਂ ਤੁਹਾਡਾ ਇੱਕ ਅੱਧਾ ਕੁਐਸਚਨ ਸੇਵ ਹੋ ਜਾਊਗਾ। ਹੁਣ ਇਸ ਕੁਐਸਚਨ ਦੇ ਵਿੱਚ ਮੈਂ ਕਹਿੰਦਾ ਵੀ ਹਾਰਡਲੀ 5 ਮਿੰਟ ਤੋਂ ਜ਼ਿਆਦਾ ਕਹਤੇ 5-10 ਸੈਕਿੰਡ ਲੱਗਣੇ ਸੀਗੇ, ਜੇ ਕਿਸੇ ਬੰਦੇ ਨੂੰ ਐਗਜ਼ੋਰ ਦਾ ਟਰੁਥ ਟੇਬਲ ਆਉਂਦਾ। ਟਰੁਥ ਟੇਬਲ ਕੀ ਹੁੰਦਾ ਤੁਹਾਨੂੰ ਮੈਂ ਉਹ ਵੀ ਦੱਸ ਦਿੰਦਾ। ਐਂਡ ਗੇਟ, ਮੰਨ ਲਓ ਜਿਵੇਂ ਆਹ ਐਂਡ ਗੇਟ ਹੈ, ਠੀਕ ਹੈ। ਐਂਡ ਗੇਟ ਕੀ ਹੁੰਦਾ ਰਾਜੇ, ਕੰਪਿਊਟਰ ਦੇ ਵਿੱਚ ਮਤਲਬ ਬੂਲੀਅਨ ਜਬਰਾ ਹੁੰਦਾ, ਉਹਦੇ ਵਿੱਚ 2 ਇਨਪੁੱਟ ਹੁੰਦੀਆਂ ਨੇ, ਇੱਕ ਆਊਟਪੁੱਟ ਹੁੰਦੀ ਹੈ। ਇੱਕ ਆਊਟਪੁੱਟ ਹੁੰਦੀ, ਆਪਾਂ 2 ਇਨਪੁੱਟ ਦੇ ਸਕਦੇ ਹਾਂ। ਕਿ ਮੰਨ ਲਓ ਮੈਂ ਕੀ ਕੀਤਾ ਰਾਜੇ, ਇੱਥੇ ਵੀ ਕੋਈ ਮੈਂ ਵੈਲਿਊ ਦੇ ਰਿਹਾ, ਇੱਥੇ ਵੀ ਦੇ ਰਿਹਾ, ਇੱਥੇ ਆਊਟਪੁੱਟ ਆਊਗੀ। ਹੁਣ ਜਿਵੇਂ ਮੰਨ ਲਓ ਮੈਂ ਇੱਥੇ ਕੀ ਆ 1 ਵੈਲਿਊ ਦਿੱਤੀ, ਇੱਥੇ 1 ਦਿੱਤੀ, ਤਾਂ ਇਹਦਾ ਆਨਸਰ ਕੀ ਆਉਣਾ ਸੀ 1, ਕਿਉਂਕਿ ਐਂਡ ਗੇਟ ਦਾ ਮਤਲਬ ਹੁੰਦਾ 1 × 1 ਤਾਂ 1 ਆਨਸਰ ਆਉਂਦਾ ਹੈ।
ਜੇ ਮੈਂ ਇੱਥੇ 1 ਦੇ ਦਾਂ, ਇੱਥੇ 0 ਦੇ ਦਾਂ, ਇੱਥੇ ਕੀ ਆ ਜਾਊਗਾ, ਇੱਥੇ 0 ਆ ਜਾਊਗਾ। ਤਾਂ ਇਹਨੂੰ ਟਰੂਥ ਟੇਬਲ ਦੇ ਵਿੱਚ ਕੀ ਕਰਦੇ ਆ ਰਾਜੇ, ਮੈयर ਕਰਦੇ ਆ। ਇਹਦਾ ਮਤਲਬ ਕਿ ਜਿੰਨੀਆਂ ਵੀ ਪੋਸੀਬਲ ਬਣਦੀਆਂ ਹੁੰਦੀਆਂ ਸਾਰੀਆਂ ਇੱਥੇ ਲਿਖ ਲੈਂਦੇ ਆ। ਇਹਦੇ ਵਿੱਚ ਕੀ ਹੁੰਦਾ ਵੀ ਇਨਪੁੱਟ ਜਿਵੇਂ A ਤੇ B ਦੇ ਰਿਹਾ ਮੈਂ, ਅਤੇ ਮੇਰੇ ਕੋਲ ਆਊਟਪੁੱਟ ਆ ਰਹੀ ਹੈ Y। ਮੈਂ 0 0 ਦਿੱਤੀ ਤਾਂ ਆਨਸਰ ਕੀ ਆਊਗਾ 0। ਮੈਂ 0 1 ਦੇਵਾਂਗਾ, ਆਨਸਰ ਕੀ ਆਊਗਾ 0, ਕਿਉਂਕਿ 0 ਨੂੰ 1 ਨਾਲ ਗੁਣਾ ਕਰਾਂਗੇ ਤਾਂ 0 ਹੀ ਆਊਗਾ। 1 ਨੂੰ 0 ਨਾਲ ਕਰਾਂਗੇ ਤਾਂ 0 ਆਊਗਾ, 1 ਨੂੰ 1 ਨਾਲ ਕਰਾਂਗੇ ਤਾਂ 1 ਆਊਗਾ। ਇਹਨੂੰ ਕਹਿ ਦਿੰਦੇ ਰਾਜੇ ਟਰੂਥ ਟੇਬਲ ਕਹਿ ਦਿੰਦੇ ਗੇਟ ਦਾ। ਹੁਣ ਜਿਹੜੇ ਬੰਦੇ ਨੂੰ XOR ਦਾ ਟਰੂਥ ਟੇਬਲ ਆਊਗਾ ਉਹ ਕੀ ਕਰੂਗਾ, ਇਸ ਪੈਟਰਨ ਨੂੰ ਕੀ ਕਰੂਗਾ, ਸੋਲਵ ਕਰ ਲੂਗਾ। ਕਹਿੰਦਾ ਵੀ ਇਸ ਬਿਟ ਪੈਟਰਨ ਨੂੰ ਸੋਲਵ ਕਰਕੇ ਦੱਸੋ ਵੀ ਕੀ ਆਨਸਰ ਆਊਗਾ ਯੂਜ਼ਿੰਗ ਦਾ XOR ਗੇਟ। ਚਲੋ ਇੱਕ ਵਾਰੀ ਤੁਹਾਡੀ ਹੈਲਪ ਵਾਸਤੇ ਮੈਂ ਦੱਸ ਦਿੰਦਾ XOR ਗੇਟ ਦੀ ਜਿਹੜੀ ਆਊਟਪੁੱਟ ਆਉਂਦੀ ਹੈ, ਜਿਵੇਂ ਮੈਂ ਤੁਹਾਡੇ ਸਾਹਮਣੇ ਐਂਡ ਗੇਟ ਦੀ ਬਣਾਈ ਸੀ। ਐਂਡ ਗੇਟ ਦੀ ਕੀ ਆਊਗੀ, ਠੀਕ ਹੈ, ਜਿਵੇਂ ਮੰਨ ਲਓ ਪਹਿਲੀ ਮੈਂ X ਲੈ ਲਈ, ਦੂਜੀ Y ਲੈ ਲਈ, ਜਾਂ A ਲੈ ਲਿਆ ਜਾਂ B ਲੈ ਲਿਆ, ਤਾਂ ਉਹਦੀ ਆਉਣੀ ਸੀਗੀ A × B। ਉਹ ਸਿੰਪਲ ਸੀਗਾ, ਪਰ ਇਹ ਥੋੜ੍ਹਾ ਜਿਹਾ ਐਡਵਾਂਸ ਹੈ। ਇਹਦੀ ਜਿਹੜੀ ਹੁੰਦੀ ਹੈ ਰਾਜੇ ਉਹ ਹੁੰਦੀ ਹੈ X, ਆਹ ਸਿੰਬਲ ਹੁੰਦਾ Y। ਇਹ ਇੱਕ ਹੈਗੀ ਆ ਡੀ ਮੋਰਗਨ ਥਿਓਰਮ ਹੈ। ਇਹ ਹੁੰਦੀ ਕੀ ਆ, ਇਹਦਾ ਮਤਲਬ ਕੀ ਹੁੰਦਾ ਵੀ X ਪਲੱਸ ਉੱਤੇ ਦੇਖੋ ਗੋਲ ਨਿਸ਼ਾਨ ਹੁੰਦਾ ਸਰਕਲ ਦਾ Y। ਇਹ ਸਿੰਬਲ ਦਾ ਮਤਲਬ ਕੀ ਹੁੰਦਾ ਵੀ X ਬਾਰ ਅਤੇ Y ਪਲੱਸ X Y ਬਾਰ, ਇਹਦਾ ਮਤਲਬ ਇਹ ਹੁੰਦਾ। ਚਲੋ ਇਹ ਵੀ ਤੁਹਾਨੂੰ ਨਹੀਂ ਯਾਦ ਰਹਿੰਦਾ ਤਾਂ ਕੋਈ ਚੱਕਰ ਨਹੀਂ, ਤੁਸੀਂ ਟਰੂਥ ਟੇਬਲ ਯਾਦ ਕਰ ਸਕਦੇ ਹੋ। ਟਰੂਥ ਟੇਬਲ ਦੇ ਵਿੱਚ ਕੀ ਹੁੰਦਾ, ਸੇਮ ਉਹੀ ਟੇਬਲ ਹੁੰਦਾ ਜਿਹੜਾ ਕਿ ਆਪਾਂ ਯੂਜ਼ ਕਰਕੇ ਆਏ ਹਾਂ। ਹੁਣ ਇਹਦੇ ਵਿੱਚ ਕੀ ਹੁੰਦਾ ਵੀ ਜੇ ਮੈਂ 0 0 ਦਊਂਗਾ ਤਾਂ 0 ਆਊਗਾ, ਜੇ ਮੈਂ 1 1 ਦਊਂਗਾ ਤਾਂ 0 ਆਊਗਾ। ਇਹਦੇ ਵਿੱਚ ਇਹ ਹੁੰਦਾ ਕਿ ਜਦੋਂ ਵੀ ਆਪਾਂ ਦੋ ਸੇਮ ਇਨਪੁੱਟ ਦਿੰਦੇ ਹਾਂ, ਜਦੋਂ ਵੀ ਕੋਈ ਦੋ ਸੇਮ ਆਪਾਂ ਇਨਪੁੱਟ ਦਿੰਦੇ ਹਾਂ ਤਾਂ ਹਮੇਸ਼ਾ ਵੈਲਿਊ ਕੀ ਆਊਟਪੁੱਟ ਕੀ ਆਉਂਦੀ ਹੈ, ਹਮੇਸ਼ਾ ਲੋ ਆਉਂਦੀ ਹੈ। ਜਾਂ 0 ਕਹਿ ਦਿੰਦੇ ਆ ਜਾਂ ਲੋ ਕਹਿ ਦਿੰਦੇ ਆ, ਬਸ ਇੰਨਾ ਕੁ ਯਾਦ ਰੱਖਣਾ ਹੁੰਦਾ, ਠੀਕ ਹੈ। ਤਾਂ ਹੁਣ ਆਪਾਂ ਦੇਖ ਲੈਂਦੇ, ਤੁਸੀਂ ਇੰਨਾ ਕੁ ਯਾਦ ਰੱਖਣਾ ਵੀ ਜਦੋਂ ਦੋ ਸੇਮ ਚੀਜ਼ਾਂ ਹੋਣਗੀਆਂ ਤਾਂ ਉਦੋਂ 0 ਆਊਗਾ। ਤਾਂ ਆਪਾਂ ਨੂੰ ਜਿਹੜਾ ਗਿਵਨ ਕੀ ਸੀਗਾ, ਆਪਾਂ ਨੂੰ 2 ਨੰਬਰ ਗਿਵਨ ਸੀਗੇ 1 0 0 1 0 1 ਅਤੇ 1 0 1 0 1 0। ਤਾਂ ਆਪਾਂ ਨੂੰ ਯਾਦ ਆ ਵੀ ਦੋ ਜਦੋਂ ਸੇਮ ਹੋਣਗੇ ਤਾਂ 0 ਆਊਗਾ। ਆਹ ਦੋ ਸੇਮ ਆ, ਨਹੀਂ ਸੇਮ ਤਾਂ 1 ਆ ਗਿਆ। ਆਹ ਦੋ ਸੇਮ ਆ, ਨਹੀਂ ਸੇਮ ਤਾਂ 1 ਆ ਗਿਆ। ਆਹ ਦੋ ਸੇਮ ਆ, ਨਹੀਂ ਸੇਮ ਤਾਂ 1 ਆ ਗਿਆ। ਆਹ ਦੋ ਸੇਮ ਆ, ਨਹੀਂ ਸੇਮ ਤਾਂ 1 ਆ ਗਿਆ। ਆਹ ਦੋਨੇ ਸੇਮ ਨੇ ਤਾਂ 0 ਆ ਗਿਆ। ਆਹ ਦੋਨੇ ਸੇਮ ਨੇ ਤਾਂ 0 ਆ ਗਿਆ। ਇਹੀ ਆਨਸਰ ਆਉਣਾ ਸੀ 4 ਵਾਰੀ 1। ਦੇਖੋ ਕਿੰਨਾ ਸੌਖਾ ਹੈ। ਤੁਸੀਂ ਜੇ ਵੀਡੀਓ ਦੇਖ ਲਓਗੇ ਤੁਹਾਨੂੰ ਇਹ ਤਾਂ 1 ਸੈਕਿੰਡ ਦੇ ਵਿੱਚ ਕਰੋਗੇ ਤੁਸੀਂ ਕੁਐਸਚਨ, ਠੀਕ ਹੈ ਜੀ। ਇੱਦਾਂ ਸਾਰੇ ਗੇਟ ਦੀ ਮੈਂ ਕਰਾਈ ਹੋਈ ਆ, ਕਿਹਦੀ ਸੇਮ ਹੁੰਦੀ ਹੈ, ਕਿਹਦੀ ਕਿਵੇਂ ਹੁੰਦੀ ਹੈ। ਕਿ ਮੰਨ ਲਓ ਤੁਸੀਂ ਗੇਟ ਵੀ ਭੁੱਲ ਜਾਓ, ਬਟ ਮੇਰੀ ਇੰਨੀ ਕੁ ਗੱਲ ਯਾਦ ਰੱਖ ਲਿਓ ਵੀ ਕਦੋਂ ਸੇਮ ਹੁੰਦੀ ਹੈ, ਕਦੋਂ ਲੋ ਹੁੰਦੀ ਹੈ। ਤਾਂ ਵੀ ਤੁਸੀਂ ਕੀ ਕਰ ਸਕਦੇ ਹੋ, ਈਜ਼ੀਲੀ ਇੱਦਾਂ ਦੇ ਨਿਊਮੈਰੀਕਲ ਨੂੰ ਕਰ ਸਕਦੇ ਹੋ। ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਰਾਜੇ, ਪੇਪਰ ਦੇ ਵਿੱਚ ਦੇਖੋ ਸੌਖਾ ਕੁਐਸਚਨ ਜਿਹੜਾ ਤੁਹਾਡੇ ਵਾਸਤੇ ਸੌਖਾ ਉਹ ਸਾਰਿਆਂ ਬੱਚਿਆਂ ਵਾਸਤੇ ਸੌਖਾ ਹੈ। ਤਾਂ ਜੇ ਕੋਈ ਬੰਦਾ ਸੌਖਾ ਕੁਐਸਚਨ ਗਲਤ ਕਰ ਦਿੰਦਾ ਉਹ ਘੱਟੋ ਘੱਟ 200-300 ਰੈਂਕ ਥੱਲੇ ਚਲਾ ਜਾਂਦਾ ਹੈ। ਹਮੇਸ਼ਾ ਪੇਪਰ ਦੇ ਵਿੱਚ ਯਾਦ ਰੱਖਿਓ, ਠੀਕ ਹੈ। ਇਹ ਸੱਚਾਈ ਹੈ, ਇਹ ਯਾਦ ਰੱਖਿਓ, ਐਕਸਪੀਰੀਅੰਸ ਨਾਲ ਕਹਿ ਰਿਹਾ। ਹੁਣ ਕੋਈ ਵੀ ਔਖਾ ਕੁਐਸਚਨ ਹੈ ਉਹ ਕੀ ਹੈ, ਮੇ ਵੀ ਤੁਹਾਡੇ ਵਾਸਤੇ ਸੌਖਾ ਹੋ ਸਕਦਾ ਕਿਉਂਕਿ ਤੁਸੀਂ ਪੜ੍ਹਿਆ ਹੋਵੇ, ਅਤੇ ਬਾਕੀਆਂ ਵਾਸਤੇ ਔਖਾ ਹੋਊਗਾ। ਤਾਂ ਜੇ ਤੁਸੀਂ ਕੋਈ ਔਖਾ ਕੁਐਸਚਨ ਕਰਕੇ ਆਉਣੇ ਹੋ ਤਾਂ ਤੁਹਾਨੂੰ ਉਹ ਹਮੇਸ਼ਾ ਕੀ ਹੈ 500 ਰੈਂਕ ਅਪ ਲੈ ਕੇ ਜਾਊਗਾ। ਇਹ ਮੇਰੀ ਗਰੰਟੀ ਹੈ। 500 ਜਾਂ 250 300 500 ਰੈਂਕ ਤੁਹਾਨੂੰ ਅਪ ਲੈ ਜਾਊਗਾ। ਉਹਦਾ ਕਾਰਨ ਕੀ ਹੈ ਕਿ ਉਹ ਚੀਜ਼ ਤੁਸੀਂ ਪੜ੍ਹੀ ਹੋਊਗੀ, ਕਾਮਨ ਬੱਚਿਆਂ ਨੇ ਨਹੀਂ ਪੜ੍ਹੀ ਹੋਊਗੀ, ਠੀਕ ਹੈ ਜੀ। ਤਾਂ ਦੁਨੀਆ ਤੋਂ ਹਟ ਕੇ ਚੱਲਣਾ ਪਊਗਾ, ਭੀੜ ਤੋਂ ਹਟ ਕੇ ਚੱਲਣਾ ਪਊਗਾ, ਤਾਂ ਹੀ ਤੁਸੀਂ ਕੁਝ ਕਰ ਸਕਦੇ ਹੋ। ਅੱਜ ਕੱਲ੍ਹ ਕੰਪੀਟੀਸ਼ਨ ਬੜਾ ਹਾਰਡ ਹੈ। ਤਾਂ ਜੇ ਇੱਦਾਂ ਦੇ ਕੁਐਸਚਨ ਤੁਸੀਂ ਪੜ੍ਹ ਲਓਗੇ, ਕੋਈ ਵੀ ਪੰਜਾਬ ਦੇ ਵਿੱਚ ਕੋਈ ਚੈਨਲ ਮੈਨੂੰ ਦਿਖਾ ਦਿਓ ਜਿਹਨੇ ਥਿਊਰੀ ਕਰਾਈ ਹੋਵੇ ਕੰਪਿਊਟਰ ਦੀ, ਲਾਈਵ ਪ੍ਰੈਕਟੀਕਲ ਕਰਵਾਇਆ ਹੋਵੇ, ਜਾਂ ਫਿਰ ਇੱਦਾਂ ਦਾ ਗੇਟ ਵਗੈਰਾ ਕਰਾਇਆ ਹੋਵੇ, ਤਾਂ ਚਲੋ ਐਂ ਕਹਿ ਸਕਦੇ ਹਾਂ ਵੀ ਚਲੋ ਪਰਮਾਤਮਾ ਨੇ ਇੱਕ ਤੁਹਾਡੇ ਸੇਵਾ ਵਾਸਤੇ ਡਿਊਟੀ ਮੇਰੀ ਲਾਤੀ। ਮੈਂ ਵੀ ਬਹੁਤ ਭਾਗਾਂ ਵਾਲਾ ਅਤੇ ਤੁਸੀਂ ਵੀ ਬਹੁਤ ਭਾਗਾਂ ਵਾਲੇ ਹੋ ਜਿਹੜੇ ਤੁਹਾਡਾ ਮੇਲ ਮੇਰੇ ਨਾਲ ਹੋ ਗਿਆ ਅਤੇ ਮੇਰਾ ਤੁਹਾਡੇ ਨਾਲ ਹੋ ਗਿਆ। ਸਿਰਫ ਉਸ ਵਾਹਿਗੁਰੂ ਦੀ ਕਿਰਪਾ ਨਾਲ ਹੋ ਰਿਹਾ। ਮੈਂ ਤਾਂ ਚਲੋ ਕੌਣ ਆ, ਮੈਂ ਤਾਂ ਇੱਕ ਕਰੈਕਟਰ ਦੇ ਵਿੱਚ ਰੋਲ ਪਲੇਅ ਕਰ ਰਿਹਾ, ਕਰਨ ਕਰਾਉਣ ਵਾਲਾ ਤਾਂ ਪਰਮਾਤਮਾ ਹੀ ਹੈ। ਤਾਂ ਤੁਸੀਂ ਬਸ ਹੁਣ ਕਰਨਾ ਕੀ ਆ, ਵੱਧ ਤੋਂ ਵੱਧ ਲਾਹਾ ਲਓ ਆਪਣੇ ਚੈਨਲ ਦਾ। ਇੰਨੀਆਂ ਵੀਡੀਓ ਪਈਆਂ ਨੇ, ਇੰਨਾ ਗਿਆਨ ਦਾ ਭੰਡਾਰ ਪਿਆ। ਜੇ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਮੈਨੂੰ ਮੈਸੇਜ ਕਰੋ WhatsApp ਦੇ ਉੱਪਰ, ਕਾਲ ਨਾ ਕਰਿਓ, ਕਾਲ ਬਹੁਤ ਆਉਂਦੀਆਂ ਨੇ, ਸਿਰਫ ਮੈਸੇਜ ਕਰ ਸਕਦੇ ਹੋ ਰਾਜੇ। ਉਹਦਾ ਕਾਰਨ ਕੀ ਹੈ ਕਿ ਮੈਂ ਕੰਟੈਂਟ ਵਗੈਰਾ ਲਿਖਣਾ ਹੁੰਦਾ, ਮੇਰੇ ਕੋਲ ਟਾਈਮ ਘੱਟ ਹੁੰਦਾ, ਕਲਾਸਿਸ ਵੀ ਹੁੰਦੀਆਂ ਨੇ ਮੇਰੀਆਂ, ਹੋਰ ਘਰ ਦੇ ਕੰਮਕਾਰ ਵੀ ਹੁੰਦੇ ਆ। ਤਾਂ WhatsApp 'ਤੇ ਮੈਸੇਜ ਕਰ ਲਿਆ ਕਰੋ। ਆਈ ਹੋਪ ਤੁਹਾਨੂੰ ਆਹ ਚੀਜ਼ ਸਮਝ ਆ ਗਈ ਹੋਊਗੀ ਰਾਜੇ XOR ਗੇਟ ਦੀ। ਬਾਕੀ ਇੱਕ ਤੁਹਾਨੂੰ ਮੈਂ ਦੱਸ ਦਿੰਦਾ ਨੌਲੇਜ ਵਾਸਤੇ, ਬਹੁਤ ਵਾਰੀ ਪੇਪਰ 'ਚ ਕੁਐਸਚਨ ਆਉਂਦਾ, 2016 'ਚ ਪਟਵਾਰੀ 'ਚ ਵੀ ਆਇਆ ਸੀ। ਯੂਨੀਵਰਸਲ ਗੇਟ ਕਿਹਨੂੰ ਕਿਹਾ ਜਾਂਦਾ ਰਾਜੇ? 2 ਗੇਟ ਹੁੰਦੇ, ਇੱਕ ਨੈਣ ਅਤੇ ਨੌਰ, ਠੀਕ ਹੈ। ਨੈਣ ਅਤੇ ਨੌਰ ਨੂੰ ਕੀ ਕਹਿ ਦਿੰਦੇ ਆ? ਯੂਨੀਵਰਸਲ ਗੇਟ ਕਹਿ ਦਿੰਦੇ ਆ। ਉਹਦਾ ਕਾਰਨ ਕੀ ਹੈ ਕਿ ਇਹਨਾਂ ਗੇਟ ਦੀ ਯੂਜ਼ ਕਰਕੇ ਆਪਾਂ ਕੋਈ ਵੀ ਗੇਟ ਬਣਾ ਸਕਦੇ ਹਾਂ, ਤਾਂ ਇਹਨੂੰ ਯੂਨੀਵਰਸਲ ਗੇਟ ਕਹਿੰਦੇ ਆ। ਅਤੇ ਜ਼ਿਆਦਾ ਡਿਟੇਲ 'ਚ ਦੇਖਣਾ ਤਾਂ ਰਾਜੇ ਤੁਸੀਂ ਮੇਰੀ ਵੀਡੀਓ ਦੇਖ ਲਿਓ, ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗਾ। ਅੱਗੇ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਦੇ ਵੱਲ। ਫਿਰ ਮੈਂ ਉਹੀ ਗੱਲ ਕਹੂੰਗਾ ਕਿ ਆਪਰੇਟਿੰਗ ਸਿਸਟਮ ਦੀਆਂ ਮੈਂ 2 ਵੀਡੀਓ ਪਾਈਆਂ ਰਾਜੇ। ਇੱਕ CPU ਸ਼ਡਿਊਲਿੰਗ ਵੀ ਕਰਾਈ ਹੈ, ਉਹਦੇ ਵਿੱਚ ਮੈਂ ਸਾਰੇ ਕਰਾਏ ਨੇ। ਫਸਟ ਕਮ ਫਸਟ ਸਰਵ, SJF ਵੀ ਕਰਾਇਆ, ਸ਼ਾਰਟੈਸਟ ਜੋਬ ਫਸਟ ਕਰਾਇਆ, ਰਾਊਂਡ ਰੋਬਿਨ ਕਰਾਇਆ ਹੋਇਆ, ਠੀਕ ਹੈ। ਪ੍ਰਾਇਓਰਟੀ ਸ਼ਡਿਊਲਿੰਗ ਕਰਾਈ ਹੋਈ ਹੈ, ਸਭ ਕੁਝ ਕਰਾਇਆ ਹੋਇਆ। ਹੁਣ ਆਹ ਕੁਐਸਚਨ ਬੜਾ ਸੌਖਾ ਸੀ, ਕਹਿੰਦਾ ਵਿਚ ਸ਼ਡਿਊਲਿੰਗ ਪਾਲਿਸੀ ਸਿਲੈਕਟ ਦਾ ਵੇਟਿੰਗ ਪ੍ਰੋਸੈਸ ਵਿਦ ਦਾ ਸਮਾਲੈਸਟ ਐਗਜ਼ੀਕਿਊਸ਼ਨ ਟਾਈਮ ਟੂ ਬੀ ਐਗਜ਼ੀਕਿਊਟਿਡ ਫਸਟ। ਹੁਣ ਕਈ ਬੰਦਿਆਂ ਨੂੰ ਇਹ ਚੀਜ਼ ਸਮਝ ਨਹੀਂ ਆਊਗੀ, ਕੁਐਸਚਨ ਹੀ ਨਹੀਂ ਸਮਝ ਆਉਣਾ। ਮੈਂ ਤੁਹਾਨੂੰ ਦੱਸ ਦਿੰਦਾ ਕਿ ਮੰਨ ਲਓ ਆਹ ਟੀਚਰ ਬੈਠਾ ਸੀ, ਮਾਸਟਰ ਜੀ ਬੈਠੇ ਸੀ ਕੁਰਸੀ ਦੇ ਉੱਪਰ, ਠੀਕ ਹੈ, ਸਰਕਾਰੀ ਮਾਸਟਰ ਜੀ।
ਇੱਕ ਬੱਚਾ ਆਇਆ ਕਹਿੰਦਾ ਸਰ ਜੀ ਮੈਨੂੰ ਨਾ ਆ ਪੂਰੀ ਬੁੱਕ ਸਮਝਾ ਦਿਓ, ਮੈਂ ਨਾ ਘਰੇ ਥੋੜ੍ਹਾ ਜਿਹਾ ਮੈਂ ਬਿਮਾਰ ਹੋ ਗਿਆ ਸੀ, ਮੈਂ ਆਇਆ ਨਹੀਂ ਕਾਫੀ ਦਿਨ ਸਕੂਲ। ਸਰ ਜੀ ਕਹਿੰਦੇ ਚੱਲ ਕੋਈ ਗੱਲ ਨਹੀਂ ਯਾਰ ਸਮਝਾ ਦਿੰਦੇ ਆ, ਇਮਾਨਦਾਰ ਸੀਗੇ ਵਿਚਾਰੇ। ਇਹ ਸਮਝਾਉਣ ਹੀ ਲੱਗੇ ਸੀ, ਇੱਕ ਬੱਚਾ ਆ ਗਿਆ। ਬੱਚਾ ਕੀ ਕਹਿੰਦਾ ਸਰ ਜੀ ਮੈਨੂੰ ਨਾ ਸਿਰਫ 5 ਮਿੰਟ ਦਾ ਕੰਮ ਹੈ, ਮੈਨੂੰ 2 ਲਾਈਨਾਂ ਸਮਝ ਨਹੀਂ ਆਉਂਦੀਆਂ, ਮੈਨੂੰ ਸਮਝਾ ਦਿਓ। ਸਰ ਜੀ ਨੇ ਕੀ ਕੀਤਾ, ਇਹਨੂੰ ਕਿਹਾ ਵੀ ਤੂੰ ਵੇਟ ਕਰ ਲੈ, ਪਹਿਲਾਂ 2 ਲਾਈਨਾਂ ਹੈਗੀਆਂ ਇਹਨੂੰ ਸਮਝਾ ਦਈਏ। ਇਹਨਾਂ ਨੇ ਸਮਝਾਤਾ। ਫਿਰ ਇੱਕ ਬੱਚਾ ਆ ਗਿਆ ਕਹਿੰਦਾ ਸਰ ਜੀ ਮੇਰੇ ਤੇ 1 ਲਾਈਨ ਸਮਝ ਨਹੀਂ ਆ, ਤਾਂ ਸਰ ਜੀ ਨੇ ਕੀਤਾ ਇਹਨੂੰ ਵੀ ਰੋਕਤਾ, ਇਹਨੂੰ ਕਹਿੰਦਾ ਤੂੰ ਆ ਜਾ। ਤਾਂ ਕਹਿਣ ਦਾ ਮਤਲਬ ਇਹਨੂੰ ਕਹਿ ਦਿੰਦੇ ਜੀ ਸ਼ਡਿਊਲਿੰਗ, ਵੀ ਕਿਹੜਾ ਪ੍ਰੋਸੈਸ ਪਹਿਲਾਂ ਚੱਲੂਗਾ ਕਿਹੜਾ ਬਾਅਦ 'ਚ ਚੱਲੂਗਾ, ਠੀਕ ਹੈ, ਜਿਹਨੂੰ ਸ਼ਡਿਊਲਿੰਗ ਕਹਿ ਦਿੰਦੇ ਆ। ਤਾਂ ਜ਼ਿਆਦਾ ਡਿਟੇਲ 'ਚ ਮੈਂ ਨਹੀਂ ਜਾਂਦਾਗਾ, ਵੀਡੀਓ ਲੰਬੀ ਹੋ ਜੂਗੀ। ਤਾਂ ਫਿਲਹਾਲ ਵੀ ਜਿਹੜਾ ਪ੍ਰੋਸੈਸ ਛੋਟਾ ਹੁੰਦਾ ਰਾਜੇ ਉਹਨੂੰ ਪਹਿਲਾਂ ਚਲਾਇਆ ਜਾਂਦਾ। ਕਿ ਮੰਨ ਲਓ ਹੁਣ ਆਏ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸ ਦਿੰਦਾ। ਮੰਨ ਲਓ ਇੱਕ ਬੈਂਕ ਹੈ, ਆ ਬੈਂਕ ਦੇ ਵਿੱਚ ਆਪਾਂ ਪੈਸਾ ਜਮ੍ਹਾਂ ਕਰਾਉਣ ਗਏ, ਆ 3 ਬੰਦੇ ਖੜੇ ਨੇ ਮੰਨ ਲਓ ਲਾਈਨ ਦੇ ਵਿੱਚ। ਇਸ ਬੰਦੇ ਨੇ 10,000 ਰੁਪਈਆ ਜਮ੍ਹਾਂ ਕਰਾਉਣਾ, ਇਹਨੇ ਵਿਚਾਰੇ ਨੇ 500 ਰੁਪਈਆ ਜਮ੍ਹਾਂ ਕਰਾਉਣਾ। ਆ ਵਿਚਾਰਾ ਮੇਰੇ ਵਰਗਾ ਗਰੀਬ ਹੈ, ਇਹ ਕਹਿੰਦਾ ਚਲੋ ਮੈਂ ਤਾਂ ਜੀ 300 ਰੁਪਏ 200 ਰੁਪਈਆ ਜਮ੍ਹਾਂ ਕਰਾਉਣਾ। ਤਾਂ ਸਭ ਤੋਂ ਛੋਟਾ ਕੰਮ ਕਿਹਦਾ ਹੈਗਾ, ਇਹਦਾ ਹੈ, ਠੀਕ ਹੈ। ਹੁਣ ਮੰਨ ਲਓ ਇਹ 10,000 ਰੁਪਈਆ ਜਮ੍ਹਾਂ ਕਰਾਊਗਾ, ਟਾਈਮ ਲੱਗੂਗਾ, ਫਿਰ 500 ਕਰਾਊਗਾ, ਤਾਂ ਸਭ ਤੋਂ ਛੋਟਾ ਕੰਮ ਕਿਹਦਾ, ਇਹਦਾ। ਤਾਂ ਇਹਨੂੰ ਜ਼ਿਆਦਾ ਵੇਟ ਕਰਨੀ ਪਊਗੀ। ਤਾਂ ਕੰਪਿਊਟਰ ਕਹਿੰਦਾ ਭਾਈ ਤੂੰ ਪਹਿਲਾਂ ਆ ਜਾ, ਤੇਰਾ ਕੰਮ ਤਾਂ ਥੋੜ੍ਹਾ ਹੀ ਹੈ, ਪਹਿਲਾਂ 200 ਵਾਲਾ ਚੱਲੂਗਾ, ਫਿਰ 500 ਵਾਲਾ ਛੋਟਾ, ਫਿਰ ਇਹ ਚੱਲੂਗਾ, ਐਂਡ 'ਤੇ ਵੱਡਾ ਚੱਲੂਗਾ। ਤਾਂ ਇਹਨੂੰ ਕਹਿ ਦਿੰਦੇ ਰਾਜੇ ਸ਼ਾਰਟੈਸਟ ਜੋਬ ਫਸਟ ਕਹਿ ਦਿੰਦੇ ਆ। ਤਾਂ ਕੰਪਿਊਟਰ ਜਿਹੜਾ ਛੋਟਾ ਕੰਮ ਹੁੰਦਾ ਉਹਨੂੰ ਪਹਿਲਾਂ ਕਰ ਲੈਂਦਾ, ਕਿਉਂਕਿ ਉਹਨੂੰ ਵੇਟ ਨਹੀਂ ਕਰਾਉਂਦਾਗਾ। ਕਿਉਂਕਿ ਮੇਨ ਕੰਮ ਕੀ ਹੁੰਦਾ ਵੀ ਕੰਪਿਊਟਰ ਨੂੰ ਪਰਫੋਰਮੈਂਸ ਦੇਣੀ ਹੁੰਦੀ ਵੱਧ ਤੋਂ ਵੱਧ, ਅਤੇ ਵੱਧ ਤੋਂ ਵੱਧ ਪਰਫੋਰਮੈਂਸ ਉਦੋਂ ਆਊਗੀ ਜਦੋਂ ਕਿ CPU ਕੀ ਕਰੂਗਾ, ਕੋਈ ਚੀਜ਼ ਵੇਟ ਨਹੀਂ ਕਰ ਰਹੀ, ਉਹ ਕੰਮ ਦੇ ਵਿੱਚ ਲੱਗੀ ਹੋਈ ਹੈ। ਤਾਂ ਉਹਨੂੰ ਕਹਿ ਦਿੰਦੇ ਆ ਜੀ ਸ਼ਾਰਟੈਸਟ ਜੋਬ ਫਸਟ। ਰਾਊਂਡ ਰੋਬਨ ਵੀ ਕਰਾਇਆ ਹੋਇਆ, ਤੁਹਾਨੂੰ ਸਾਰਾ ਕੁਝ ਕਰਾਇਆ। ਤਾਂ ਤੁਹਾਨੂੰ ਮੈਂ ਇਹ ਚਲੋ ਜ਼ਿਆਦਾ ਡਿਟੇਲ 'ਚ ਵੀ ਪੜ੍ਹਨਾ ਹੋਇਆ ਤੁਸੀਂ ਜਾ ਕੇ ਨਾ ਵੀਡੀਓ ਜ਼ਰੂਰ ਦੇਖ ਲਿਓ। ਅੱਗੇ ਫਿਰ ਦੇਖੋ ਜੀ ਸ਼ਡਿਊਲਿੰਗ ਤੋਂ ਹੀ ਆ ਗਿਆ, ਕਹਿੰਦਾ ਵਿਚ ਆਫ ਦਾ ਫੋਲੋਇੰਗ, ਠੀਕ ਹੈ, ਜਿਹੜਾ ਮੈਥਡ ਹੈਗਾ ਜਿਹੜਾ ਮੈਂ ਹੁਣ ਬੋਲਾਂਗਾ, ਮੈਥਡ ਜਿਹੜਾ ਹੈਗਾ ਕਹਿੰਦਾ ਪਰਮਿਟਿਵ ਸ਼ਡਿਊਲਿੰਗ ਫੋਲੋ, ਜਿਹੜਾ ਪਰਮਿਟਿਵ ਸ਼ਡਿਊਲਿੰਗ ਨੂੰ ਫੋਲੋ ਕਰਦਾ। 2 ਤਰ੍ਹਾਂ ਦੀ ਸ਼ਡਿਊਲਿੰਗ ਹੁੰਦੀ ਰਾਜੇ, ਇੱਕ ਪਰਮਿਟਿਵ ਅਤੇ ਇੱਕ ਨੋਨ ਪਰਮਿਟਿਵ। ਪਰਮਿਟਿਵ ਦਾ ਮਤਲਬ ਕੀ ਹੁੰਦਾ ਤੁਹਾਨੂੰ ਮੈਂ ਦੱਸ ਦਿੰਦਾ। ਪਰਮਿਟਿਵ ਦਾ ਮਤਲਬ ਹੁੰਦਾ ਪ੍ਰੀ ਤੋਂ ਬਣਿਆ, ਪ੍ਰੀਮਿਟਿਵ। ਪ੍ਰੀ ਦਾ ਮਤਲਬ ਪਹਿਲਾਂ, ਕਿ ਆਪਾਂ ਮੰਨ ਲਓ ਇਹ ਬੰਦੇ ਨੂੰ ਰੋਕਤਾ, ਭਾਈ ਤੂੰ ਰੁਕ ਜਾ, ਪਹਿਲਾਂ ਉਹਨੂੰ ਆ ਲੈਣ ਦੇ, ਇਹਨੂੰ ਕਹਿ ਦਿੰਦੇ ਆ ਪਰਮਿਟਿਵ। ਨੋਨ ਪਰਮਿਟਿਵ ਹੁੰਦੀ ਹੈ ਜੀ ਫਸਟ ਕਮ ਫਸਟ ਸਰਵ, ਵੀ ਜਿਹੜਾ ਪਹਿਲਾਂ ਆ ਗਿਆ ਪਹਿਲਾਂ ਉਹਦਾ ਕੰਮ ਹੋਊਗਾ। ਹੁਣ ਪਹਿਲਾਂ ਇਹਦਾ ਹੀ ਕੰਮ ਹੋਊਗਾ, ਚਾਹੇ ਇਹਨੇ 10,000 ਕਰਾਉਣਾ, ਚਾਹੇ ਇਹਨੇ 20,000, ਚਾਹੇ ਲੱਖ ਰੁਪਏ ਜਮ੍ਹਾਂ ਕਰਾਉਣਾ, ਪਹਿਲਾਂ ਇਹਦਾ ਹੀ ਕੰਮ ਹੋਊਗਾ। ਇਹ ਹੁੰਦੀ ਹੈ ਜੀ ਨੋਨ ਪਰਮਿਟਿਵ। ਪਰਮਿਟਿਵ ਦਾ ਮਤਲਬ ਹੁੰਦਾ ਕਿ ਆਪਾਂ ਕਿਸੇ ਦਾ ਕੰਮ ਰੋਕ ਕੇ ਪਹਿਲਾਂ ਕਹੀ ਆ ਆਪਦਾ ਕੰਮ ਕਰਵਾ ਲਾਂਗੇ, ਠੀਕ ਹੈ, ਜਿਵੇਂ ਸਿਫਾਰਸ਼ ਚੱਲਦੀ ਅੱਜ ਕੱਲ੍ਹ ਇੰਡੀਆ ਦੇ ਵਿੱਚ, ਤੁਹਾਨੂੰ ਪਤਾ ਹੀ ਆ ਸਾਰਾ ਕੁਛ। ਅਤੇ ਇਹਨੂੰ ਕਹਿ ਦਿੰਦੇ ਪਰਮਿਟਿਵ ਸ਼ਡਿਊਲਿੰਗ। ਅਤੇ ਇਹ ਪਰਮਿਟਿਵ ਸ਼ਡਿਊਲਿੰਗ ਤਾਂ ਪੋਸੀਬਲ ਹੈ ਕੰਪਿਊਟਰ ਦੇ ਵਿੱਚ ਜੇ ਆਪਾਂ ਟਾਈਮ ਫਿਕਸ ਕਰ ਦਾਂਗੇ। ਤਾਂ ਰਾਜੇ ਇਹ ਟਾਈਮ ਸਲਾਈਸ ਕਹਿ ਦਿੰਦੇ ਆ, ਟਾਈਮ ਕੁਆਂਟਮ ਕਹਿ ਦਿੰਦੇ ਆ, ਟਾਈਮ ਯੂਨਿਟ ਕਹਿ ਦਿੰਦੇ ਆ, ਠੀਕ ਹੈ, ਇਹ ਫਿਕਸ ਕੀਤਾ ਜਾਂਦਾ ਹੈ। ਤਾਂ ਇਹਦੇ ਥਰੂ ਕੀ ਹੋ ਜਾਂਦੀ ਹੈ, ਪਰਮਿਟਿਵ ਸ਼ਡਿਊਲਿੰਗ ਹੋ ਜਾਂਦੀ ਹੈ। ਇਹ ਕਰਦੇ ਕੀ ਇਹਦੇ ਵਿੱਚ ਰਾਜੇ, ਇੱਕ ਮੈਥਡ ਹੈਗਾ ਰਾਊਂਡ ਰੋਬਿਨ, ਤੁਹਾਨੂੰ ਮੈਂ ਚਲੋ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੱਸਦਾ, ਜ਼ਿਆਦਾ ਨਹੀਂ ਜਾਂਦਾਗਾ। ਰਾਊਂਡ ਰੋਬਿਨ ਦੇ ਵਿੱਚ ਕੀ ਆ ਕਿ ਮੰਨ ਲਓ ਪ੍ਰੋਸੈਸ ਸੀਗੇ, ਮੰਨ ਲਓ ਐਂ ਕਹਿ ਲਓ 3 ਬੰਦਿਆਂ ਨੇ ਕੰਮ ਕਰਨਾ ਸੀ, P1 P2 P3। ਇਹਨੇ 3 ਮਿੰਟ ਕੰਮ ਕਰਨਾ ਸੀ, ਇਹਨੇ 4 ਮਿੰਟ ਅਤੇ ਇਹਨੇ 3 ਮਿੰਟ, ਠੀਕ ਹੈ। ਤਾਂ ਆਪਾਂ ਟਾਈਮ ਬਣਤਾ ਵੀ ਸਾਰਿਆਂ ਨੂੰ 1-1 ਮਿੰਟ ਦੇ ਤਾ। ਤਾਂ ਪਹਿਲਾਂ P1 ਨੇ 1 ਮਿੰਟ ਕੰਮ ਕੀਤਾ, ਫਿਰ ਮੈਨੂੰ ਰੋਕਤਾ, ਫਿਰ P2 ਨੇ ਕੰਮ ਕੀਤਾ, ਫਿਰ P2 ਨੂੰ ਵੀ ਰੋਕਤਾ, 1-1 ਮਿੰਟ ਸਾਰਿਆਂ ਨੂੰ ਵੰਡਤਾ। ਇਹਨੂੰ ਕਹਿ ਦਿੰਦੇ ਆ ਪਰਮਿਟਿਵ। ਤਾਂ ਇਹਦਾ ਰਾਈਟ ਆਨਸਰ ਕੀ ਹੋਣਾ ਸੀ, ਇਹ ਟਾਈਮ ਸਲਾਈਸ ਦੇ ਵਿੱਚ ਕੰਮ ਕਰਦੇ ਆ, ਟਾਈਮ ਯੂਨਿਟ ਦੇ ਵਿੱਚ ਕੰਮ ਕਰਦੇ ਆ। ਤਾਂ ਇਹਨੂੰ ਕਹਿ ਦਿੰਦੇ ਆ ਜੀ ਫਸਟ ਆਨਸਰ ਆ ਜਾਣਾ ਸੀਗਾ। ਆਈ ਹੋਪ ਤੁਹਾਨੂੰ ਥੋੜ੍ਹਾ ਜਿਹਾ ਸਮਝ ਲੱਗ ਗਿਆ ਹੋਵੇ। ਜੇ ਨਹੀਂ ਸਮਝ ਆਇਆ ਬੇਟੇ ਥਿਊਰੀ ਜ਼ਰੂਰ ਦੇਖ ਲਿਓ। ਅੱਗੇ ਗੱਲ ਕਰਦੇ ਹਾਂ ਜੀ ਓਪਰੇਟਿੰਗ ਸਿਸਟਮ ਦੇ ਵਿੱਚ ਮੈਂ ਕਰਨਲ ਵੀ ਕਰਾਇਆ ਹੋਇਆ, ਤੁਹਾਨੂੰ ਸਾਰਾ ਕੁਛ ਸ਼ੈੱਲ ਵੀ ਕਰਾਇਆ ਹੋਇਆ, ਸਾਰਾ ਕੁਛ ਕਰਾਇਆ ਹੋਇਆ। ਇਨ ਆਰਡਰ ਟੂ ਕਮਿਊਨੀਕੇਟ ਵਿਦ ਦਾ VGA, ਠੀਕ ਹੈ ਜੀ, VGA ਵੀ ਮੈਂ ਕਰਵਾਇਆ ਹੋਇਆ ਤੁਹਾਨੂੰ। VGA ਵੀ ਦੇਖੋ ਅਲੱਗ-ਅਲੱਗ ਥਾਂ 'ਤੇ ਅਲੱਗ-ਅਲੱਗ ਤਰ੍ਹਾਂ ਯੂਜ਼ ਹੁੰਦਾ। ਹੁਣ ਅਗਰ ਮੋਨੀਟਰ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਕੀ ਹੈ, ਵੈਸੇ VGA ਦੀ ਫੁੱਲ ਫਾਰਮ ਤਾਂ ਸੇਮ ਹੀ ਰਹੂਗੀ। VGA ਦੀ ਫੁੱਲ ਫਾਰਮ ਕੀ ਹੁੰਦੀ ਹੈ ਰਾਜੇ, ਤੁਹਾਨੂੰ ਵੈਸੇ ਪਤਾ ਹੈ ਸਭ ਨੂੰ, ਮੈਂ ਕਰਾਇਆ ਹੋਇਆ ਵੀਡੀਓ ਗ੍ਰਾਫਿਕਸ ਐਰੇ, ਠੀਕ ਹੈ, ਵੀਡੀਓ ਗ੍ਰਾਫਿਕਸ ਐਰੇ ਹੈ। ਤਾਂ ਜੇ ਤਾਂ ਮੈਂ CPU ਦੀ ਕਈ ਮੋਨੀਟਰ ਦੀ ਫਾਰਮ ਦੇ ਵਿੱਚ ਆਪਾਂ ਗੱਲ ਕਰਾਂਗੇ ਤਾਂ ਇਹ ਰੈਜ਼ੋਲੂਸ਼ਨ ਦਾ ਸਟੈਂਡਰਡ ਹੁੰਦਾ, ਰੈਜ਼ੋਲੂਸ਼ਨ ਮੈਜ਼ਰ ਕਰਨ ਵਾਸਤੇ ਵਰਤੀ ਜਾਂਦੀ ਹੈ। ਜੇ CPU ਦੇ ਵਿੱਚ ਗੱਲ ਕਰਾਂਗੇ ਤਾਂ ਇੱਕ ਕੇਬਲ ਹੁੰਦੀ ਜਿਹੜੀ ਕੀ ਹੈ CPU ਤੇ ਕਿਹਨੂੰ ਜੋੜਦੀ ਹੈ, ਆਪਣੇ ਮੋਨੀਟਰ ਨੂੰ ਜੋੜਦੀ ਹੈ, ਠੀਕ ਹੈ। ਤਾਂ ਕਹਿੰਦਾ ਕੀ ਹੈ ਵੀ ਇਨ ਆਰਡਰ ਟੂ ਕਮਿਊਨੀਕੇਟ ਵਿਦ ਦਾ VGA ਡਿਵਾਈਸਿਸ ਦਾ ਆਪਰੇਟਿੰਗ ਸਿਸਟਮ ਸਵਿਚਿਸ ਟੂ ਵਿਚ ਆਫ ਦਾ ਫੋਲੋਇੰਗ ਮੋਡ। ਤਾਂ ਜਿਹੜਾ ਆਪਰੇਟਿੰਗ ਸਿਸਟਮ ਹੁੰਦਾ ਰਾਜੇ ਉਹ 2-3 ਮੋਡ ਯੂਜ਼ ਕਰਦਾ। ਕਿਹੜੇ-ਕਿਹੜੇ, ਇੱਕ ਤਾਂ ਯੂਜ਼ਰ ਮੋਡ ਯੂਜ਼ ਕਰਦਾ, ਇੱਕ ਕਰਨਲ ਮੋਡ ਯੂਜ਼ ਕਰਦਾ। ਬੇਸਿਕਲੀ 2 ਹੀ ਮੋਡ ਜ਼ਿਆਦਾ ਯੂਜ਼ ਕਰਦਾ। ਅਤੇ ਥਰਡ ਹੁੰਦਾ ਜੀ ਸੁਪਰਵਾਈਜ਼ਰ ਮੋਡ। ਹੁਣ ਕਰਨਲ ਮੋਡ ਉਹ ਉਦੋਂ ਯੂਜ਼ ਕਰਦਾ, ਮੰਨ ਲਓ ਤੁਸੀਂ ਕੰਪਿਊਟਰ ਤੁਹਾਡਾ ਬੰਦ ਪਿਆ ਸੀ, ਤੁਸੀਂ ਔਨ ਕੀਤਾ, ਜਦੋਂ ਤੁਸੀਂ ਔਨ ਕਰੋਗੇ ਸਭ ਤੋਂ ਪਹਿਲੀ ਚੀਜ਼ ਜਿਹੜੀ ਲੋਡ ਹੋਊਗੀ ਉਹ ਹੋਊਗੀ ਆਪਰੇਟਿੰਗ ਸਿਸਟਮ। ਬਟ ਆਪਰੇਟਿੰਗ ਸਿਸਟਮ ਦੇ ਅੰਦਰਲਾ ਪਾਰਟ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਜਿਹੜੀ ਚੀਜ਼ ਲੋਡ ਹੁੰਦੀ ਹੈ ਰਾਜੇ ਹੁੰਦਾ ਕਰਨਲ। ਜੇ ਮੰਨ ਲਓ ਕਰਨਲ ਵਾਲੀ ਫਾਈਲ ਕੀ ਹੋ ਜਾਏ, ਉਹਦੀ ਕਰਪਟ ਹੋ ਜਾਏ, ਖਰਾਬ ਹੋ ਜਾਏ, ਤਾਂ ਕਦੇ ਵੀ ਆਪਰੇਟਿੰਗ ਸਿਸਟਮ ਕੰਮ ਨਹੀਂ ਕਰੂਗਾ। ਐਂ ਕਹਿ ਲਓ ਕਰਨਲ ਕੀ ਉਹਦੀ ਧੜਕਣ ਹੈ, ਜਾਨ ਹੈ। ਜੇ ਕਰਨਲ ਧੜਕਣ ਰੁਕੀ ਤਾਂ ਬੰਦਾ ਮਰ ਜਾਊਗਾ, ਉਵੇਂ ਕਰਨਲ ਖਰਾਬ ਹੋ ਗਿਆ ਤਾਂ ਆਪਰੇਟਿੰਗ ਸਿਸਟਮ ਕੀ ਹੋ ਜਾਊਗਾ, ਖਰਾਬ ਹੋ ਜਾਊਗਾ। ਅਤੇ ਕਰਨਲ ਮੋਡ ਉਦੋਂ ਚੱਲਦਾ ਜਦੋਂ ਕਿ ਕੰਪਿਊਟਰ ਲੋਐਸਟ ਲੈਵਲ 'ਤੇ ਕੰਮ ਕਰਦਾ, ਵੀ ਅੰਦਰੂਨੀ ਕੰਮ ਹੁੰਦਾ। ਜਿਹੜਾ ਬਾਹਰਲਾ ਕੰਮ ਹੁੰਦਾ ਉਹ ਹੁੰਦਾ ਜੀ ਯੂਜ਼ਰ ਮੋਡ 'ਤੇ। ਜਦੋਂ ਆਪਾਂ ਕੋਈ ਐਪਲੀਕੇਸ਼ਨ ਰਨ ਕਰ ਰਹੇ ਹੁੰਦੇ ਹਾਂ ਉਦੋਂ ਯੂਜ਼ਰ ਮੋਡ ਚੱਲਦਾ।
ਬਟ ਜਦੋਂ ਉਹ ਗੱਲ ਕਰਦਾ ਵੀ ਜਦੋਂ ਕਹਿੰਦਾ ਆਪਾਂ ਕੋਈ ਵੀਡੀਓ ਡਿਵਾਈਸਿਸ ਦੇ ਨਾਲ ਗੱਲ ਕਰਦੇ ਹਾਂ, ਕੋਈ ਮੰਨ ਲਓ ਮੋਨੀਟਰ ਦੇ ਨਾਲ ਕੋਈ ਗੱਲਬਾਤ ਹੋ ਰਹੀ ਆ, ਤਾਂ ਉਦੋਂ ਕਿਹੜਾ ਮੋਡ ਚੱਲਦਾ ਰਾਜੇ? ਉਦੋਂ ਚੱਲਦਾ ਸੁਪਰਵਾਈਜ਼ਰ ਮੋਡ। ਕਿਹੜਾ ਮੋਡ ਚੱਲਦਾ? ਸੁਪਰਵਾਈਜ਼ਰ ਮੋਡ ਚੱਲਦਾ। ਇਹਨੂੰ ਯਾਦ ਰੱਖ ਲਿਓ, ਥਰਡ ਆਨਸਰ ਆਉਣਾ ਸੀਗਾ। ਠੀਕ ਹੈ ਜੀ, ਜਦੋਂ ਕਮਿਊਨੀਕੇਟ ਕਰੂਗਾ ਮੋਨੀਟਰ ਦੇ ਨਾਲ, VGA ਦੇ ਨਾਲ ਕਰੂਗਾ। ਅਗਲਾ ਆ ਗਿਆ ਜੀ, ਵਿਚ ਆਫ ਦਾ ਫੋਲੋਇੰਗ ਮੈਮਰੀ ਇਜ਼ ਯੂਜ਼ਡ ਫॉर ਸਟੋਰਿੰਗ ਦਾ ਸੌਫਟਵੇਅਰ ਦੈਟ ਡਜ਼ ਨਾਟ ਨੀਡ ਅਪਡੇਟਸ। ਇਹ ਕੀ ਕਹਿੰਦਾ ਵੀ ਉਹ ਕਿਹੜਾ ਸੌਫਟਵੇਅਰ ਹੈ ਜਿਹਨੂੰ ਅਪਡੇਟ ਦੀ ਜ਼ਰੂਰਤ ਨਹੀਂ ਪੈਂਦੀ। ਹੁਣ ਦੇਖੋ ਰਾਜੇ, ਜਿਹੜਾ ਫਲੈਸ਼ ਮੈਮਰੀ ਹੁੰਦੀ, ਫਲੈਸ਼ ਮੈਮਰੀ ਕਿਹੜੀ ਹੁੰਦੀ ਹੈ? ਜਿਹੜੀ ਕਿ ਇਲੈਕਟ੍ਰੋਨਿਕ ਦਾ ਯੂਜ਼ ਕਰਕੇ, ਇਲੈਕਟ੍ਰੀਕਲੀ ਦਾ ਯੂਜ਼ ਕਰਕੇ ਆਪਾਂ ਨੂੰ ਡਿਲੀਟ ਕਰ ਸਕਦੇ ਹਾਂ। ਜਿਵੇਂ ਤੁਹਾਡੀ USB ਹੁੰਦੀ ਹੈ, ਜਿਹਨੂੰ ਤੁਸੀਂ ਪੈਨ ਡਰਾਈਵ ਕਹਿ ਦਿੰਦੇ ਆ, ਇਹ ਸਾਰੀਆਂ ਕੀ ਹੁੰਦੀਆਂ ਨੇ? ਫਲੈਸ਼ ਮੈਮਰੀ ਹੁੰਦੀ ਹੈ। ਹੁਣ ਇੱਕ ਪੈਨ ਡਰਾਈਵ ਹੈ, ਮੰਨ ਲਓ ਆਹ ਤੁਹਾਡੀ ਪੈਨ ਡਰਾਈਵ ਹੈ, ਠੀਕ ਹੈ। ਪੈਨ ਡਰਾਈਵ ਦੇ ਵਿੱਚ ਇਹ ਤਾਂ ਨਹੀਂ ਕਿ ਸਾਰੀ ਉਮਰ ਇੱਕੋ ਡਾਟਾ ਪਿਆ ਰਹੂਗਾ, ਆਪਾਂ ਨੂੰ ਯੂਜ਼ ਕਰਕੇ ਫਾਰਮੈਟ ਕਰਕੇ ਨਵਾਂ ਡਾਟਾ ਪਾ ਲੈਂਦੇ ਹਾਂ, ਤਾਂ ਪਰਮਾਨੈਂਟ ਤਾਂ ਦੇਖੋ ਇਹ ਕੀ ਹੋ ਜੂਗੀ? ਅਪਡੇਟ ਹੋ ਜੂਗੀ। ਇਹ ਤਾਂ ਬਣਦੀ ਨਹੀਂ ਗੀ। ਜਿਹੜਾ ਰੈਮ ਹੁੰਦਾ ਰਾਜੇ, ਰੈਮ ਵੀ ਹਮੇਸ਼ਾ ਕੀ ਹੁੰਦਾ? ਇਹ ਦੋਨੇ ਰੈਮ ਦੀਆਂ ਟਾਈਪ ਨੇ, ਸਟੈਟਿਕ ਰੈਮ ਤੇ ਡਾਇਨਾਮਿਕ ਰੈਮ। ਜਿਹੜਾ ਰੈਮ ਹੁੰਦਾ ਰਾਜੇ, ਉਹਦੇ ਵਿੱਚ ਵੀ ਕੰਟੈਂਟ ਕੀ ਹੁੰਦੇ ਰਹਿੰਦੇ ਨੇ? ਅਪਡੇਟ ਹੁੰਦੇ ਰਹਿੰਦੇ ਨੇ। ਹੁਣ ਰੈਮ ਦੇ ਵਿੱਚ ਹੁੰਦਾ ਕੀ ਆ? ਮੰਨ ਲਓ ਸਟਾਰਟਿੰਗ ਦੇ ਵਿੱਚ ਕੋਈ ਵੀ ਰੈਮ ਕੀ, ਜਦੋਂ ਆਪਾਂ ਕੰਪਿਊਟਰ ਸਟਾਰਟ ਕਰਦੇ ਹਾਂ ਰੈਮ ਖਾਲੀ ਹੁੰਦਾ ਕਿ ਮੰਨ ਲਓ ਇੱਕ ਮੈਂ ਫੋਟੋ ਖੋਲ੍ਹ ਲਈ, ਉਹ ਕਿੱਥੇ ਜਾ ਕੇ ਖੁੱਲੂਗੀ? ਰੈਮ ਦੇ ਵਿੱਚ ਜਾ ਕੇ ਖੁੱਲੂਗੀ। ਉਸ ਤੋਂ ਬਾਅਦ ਮੈਂ ਗਾਣੇ ਚਲਾ ਲਏ, ਉਹ ਗਾਣੇ ਚੱਲਣਗੇ ਕਿੱਥੇ? ਰੈਮ ਦੇ ਵਿੱਚ ਜਾ ਕੇ ਚੱਲਣਗੇ। ਪ੍ਰੋਸੈਸਿੰਗ ਕਿੱਥੇ ਹੋਊਗੀ? ਰੈਮ 'ਚ ਹੋਊਗੀ। ਮਤਲਬ ਇਹ ਵੀ ਕੀ ਹੁੰਦਾ ਰਹਿੰਦਾ? ਅਪਡੇਟ ਹੁੰਦਾ ਰਹਿੰਦਾ। ਪਰ ਜਿਹੜੀ ਰਾਜੇ ਰੋਮ ਹੁੰਦੀ ਹੈ, ਜਿਹਨੂੰ ਕਹਿ ਦਿੰਦੇ ਆਪਾਂ ਰੀਡ ਓਨਲੀ ਮੈਮਰੀ, ਕੀ ਕਹਿ ਦਿੰਦੇ ਆ? ਰੀਡ ਓਨਲੀ ਮੈਮਰੀ। ਉਹ ਕਦੇ ਵੀ ਮਤਲਬ ਕਿ ਅਪਡੇਟ ਨਹੀਂ ਹੁੰਦੀ। ਜੋ ਕੰਟੈਂਟ ਉਹਦੇ ਵਿੱਚ ਪਾਇਆ ਜਾਂਦਾ ਸਟਾਰਟਿੰਗ ਦੇ ਵਿੱਚ ਉਹੀ ਰਹਿੰਦਾ ਸਾਰੀ ਉਮਰ, ਮਤਲਬ ਜਿੰਨੀ ਦੇਰ ਤੁਹਾਡਾ ਕੰਪਿਊਟਰ ਖਰਾਬ ਨਹੀਂ ਹੁੰਦਾ। ਤਾਂ ਇਹਦੇ ਵਿੱਚ ਕੀ ਹੁੰਦਾ ਵੀ ਸਟਾਰਟਿੰਗ ਰੂਟੀਨ ਹੁੰਦਾ, ਜਿਵੇਂ ਕੰਪਿਊਟਰ ਚੱਲਦਾ ਨਾ, ਬਾਇਓ ਸੈਟਿੰਗ ਵਗੈਰਾ ਹੁੰਦੀਆਂ ਨੇ, ਉਹਨਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਗੀ। ਜੋ ਮੈਨੂਫੈਕਚਰ ਨੇ ਪਾਤਾ ਉਹੀ ਰਹਿੰਦਾ। ਜੋ ਤੁਸੀਂ ਮੰਨ ਲਓ ਲੈਪਟਾਪ ਅੱਜ ਲੈ ਆਏ, ਚਲੋ ਤੁਹਾਡਾ ਲੈਪਟਾਪ 20 ਸਾਲ ਚੱਲੇ, 30 ਸਾਲ ਚੱਲੇ, 10 ਸਾਲ ਚੱਲੇ, ਇਹ ਸੇਮ ਰਹੂਗਾ, ਇਹਨੂੰ ਅਪਡੇਟ ਦੀ ਜ਼ਰੂਰਤ ਨਹੀਂ ਪੈਂਦੀ। ਤਾਂ ਇਹਦਾ ਆਨਸਰ ਆ ਜਾਣਾ ਸੀਗਾ ਰੋਮ। ਅੱਗੇ ਗੱਲ ਕਰਦੇ ਹਾਂ ਜੀ ਮੂਟੈਕਸ ਦੀ। ਮੂਟੈਕਸ ਕਹਿੰਦਾ ਕਾਹਦੇ ਵਾਸਤੇ ਵਰਤਿਆ ਜਾਂਦਾ? ਹੁਣ ਜਿਹੜਾ ਮੂਟੈਕਸ ਹੈਗਾ ਰਾਜੇ, ਆਪਰੇਟਿੰਗ ਸਿਸਟਮ ਦੇ ਵਿੱਚ ਵਰਤਿਆ ਜਾਂਦਾ। ਇਹਦੀ ਜ਼ਿਆਦਾ ਡਿਟੇਲ 'ਚ ਵੈਸੇ ਨਾ ਜਾਇਓ, ਤੁਹਾਨੂੰ ਮੈਂ ਦੱਸ ਦਿੰਦਾ ਹੁੰਦਾ ਕੀ ਹੈ। ਹੁਣ ਮੰਨ ਲਓ ਐਂ ਕਹਿ ਲੈਂਦੇ ਆਪਣੇ ਘਰ ਦੇ ਵਿੱਚ ਕੀ ਹੈ? ਇੱਕ TV ਹੈ। ਆਪਣੇ ਘਰ ਦੇ ਵਿੱਚ TV ਹੈ, ਦੇਖਣ ਵਾਲਾ ਟੱਬਰ ਕਿੰਨਾ? 5 ਜਾਣੇ ਨੇ, ਠੀਕ ਹੈ। 5 ਬੰਦੇ ਵੇਖਣ ਵਾਲੇ ਨੇ। ਹੁਣ ਜਾਂ ਤਾਂ ਆਪਾਂ ਟਾਈਮ ਵੰਡਦੀ ਹੈ ਵੀ ਵਾਰੀ ਦੇਖੋ, ਪਰ ਇਹਨਾਂ ਵਿੱਚ ਇੱਕ ਬੰਦਾ ਕੀ ਹੈ ਜਿਹਦਾ ਧੱਕਾ ਚੱਲਦਾ, ਉਹ ਹੈਗਾ ਜੀ ਆਪਣਾ ਲਾਣੇਦਾਰ, ਆਪਣਾ ਬਾਪੂ, ਠੀਕ ਹੈ। ਉਹਦੀ ਚੱਲਦੀ ਹੈ ਘਰ ਦੇ ਵਿੱਚ। ਤਾਂ ਉਹ ਜਦੋਂ TV ਵੇਖ ਰਿਹਾ ਹੁੰਦਾ ਕੀ ਕਰਦਾ? ਬਾਕੀ ਸਾਰੇ ਸ਼ਾਂਤ ਹੋ ਜਾਂਦੇ ਆ, ਕਿਉਂਕਿ ਡਰ ਹੁੰਦਾ ਬਾਪੂ ਦਾ ਘਰ ਦੇ ਵਿੱਚ। ਡਰ ਤਾਂ ਚਲੋ ਕਾਹਦਾ ਹੁੰਦਾ? ਪਿਆਰ ਹੀ ਹੁੰਦਾ, ਬਾਪੂ ਕੰਟਰੋਲ ਕਰਦਾ ਆਪਣੇ ਸਾਰਿਆਂ ਨੂੰ। ਤਾਂ ਜਦੋਂ ਬਾਪੂ TV ਦੇਖ ਰਿਹਾ ਹੁੰਦਾ, ਆਪਾਂ ਸਾਰੇ ਕਦੇ ਚੂੰ ਚਾਂ ਨਹੀਂ ਕਰਦੇ ਵੀ ਹਾਂ ਜੀ ਬਾਪੂ ਜੀ TV ਦੇਖ ਰਹੇ, ਆਪਾਂ ਨਹੀਂ ਹੁਣ ਰਿਮੋਟ ਲੈ ਸਕਦੇ, ਠੀਕ ਹੈ। ਇਹ ਚਲੋ ਪੁਰਾਣਾ ਟਾਈਮ ਹੁੰਦਾ ਸੀ, ਬਹੁਤ ਵਧੀਆ ਟਾਈਮ ਹੁੰਦਾ ਸੀ। ਅੱਜ ਕੱਲ੍ਹ ਤਾਂ ਹਰੇਕ ਦੇ ਹੱਥ 'ਚ ਮੋਬਾਈਲ ਆ ਗਿਆ, ਇਹ ਦਿਨ ਚਲੇ ਗਏ। ਤਾਂ ਕਹਿਣ ਦਾ ਮਤਲਬ ਕੀ ਹੈ? ਇਹਨੇ ਕੀ ਕਰਤਾ, ਬਾਪੂ ਜੀ ਨੇ ਕੀ ਕਰਤਾ? TV ਨੂੰ ਲੌਕ ਕਰ ਲਿਆ ਵੀ ਇਹ ਮੇਰੇ ਕੋਲ ਰਹੂਗਾ, ਰਿਮੋਟ ਤੁਸੀਂ ਨਹੀਂ ਲੈ ਸਕਦੇ। ਤਾਂ ਕੰਪਿਊਟਰ ਦੇ ਵਿੱਚ ਵੀ ਐਂ ਹੁੰਦਾ ਰਾਜੇ ਕਿ ਮੰਨ ਲਓ ਆਹ CPU ਹੈ, CPU ਕੰਮ ਕਰ ਰਿਹਾ, ਤਾਂ ਮੰਨ ਲਓ ਆਪਾਂ ਕੋਈ ਇਨਪੁਟ ਕੀਤੀ ਹੈ ਤਾਂ ਇਹ ਬਿਜ਼ੀ ਹੋ ਗਿਆ। ਜਦੋਂ ਮੈਂ ਦੂਜੀ ਇਨਪੁਟ ਕੀਤੀ ਹੈ ਤਾਂ ਕੋਸ਼ਿਸ਼ ਕਰੂਗੀ ਮੈਂ CPU ਇਹ ਤੋਂ ਲੈ ਲਵਾਂ, ਇਹ ਕੀ ਬਾਹਰ ਆ ਜਾਵੇ, ਪਰ ਇਹ ਲੈਣ ਨਹੀਂ ਦਿੰਦੀ ਹੈ। ਕੀ ਕਰਦੀ ਹੈ? ਲੌਕ ਕਰ ਦਿੰਦੀ ਹੈ। ਇਹ ਲੌਕ ਕਿਹਦੇ ਨਾਲ ਕਰਦੀ ਹੈ? ਮੂਟੈਕਸ ਦੀ ਹੈਲਪ ਦੇ ਨਾਲ ਲੌਕ ਕਰਦੀ ਹੈ। ਅਤੇ ਇਹਨੂੰ ਕਹਿ ਦਿੰਦੇ ਰਾਜੇ ਲੌਕਿੰਗ ਰਿਸੋਰਸ। ਕਹਿਣ ਦਾ ਮਤਲਬ ਕਿ ਇਹਨੇ ਕਬਜ਼ਾ ਕਰ ਲਿਆ, ਕਹਿੰਦੇ ਧੱਕਾ ਚੱਲਦਾ ਸਾਡਾ ਤਾਂ ਅਸੀਂ ਨਹੀਂ ਤੈਨੂੰ ਦਿੰਦੇ, ਹੈ ਨਾ। ਤਾਂ ਧੱਕੇ ਨਾਲ ਕੀ ਕਰ ਲਿਆ? ਲੌਕ ਕਰ ਲਿਆ, ਕੋਈ ਚੀਜ਼ 'ਤੇ ਕਬਜ਼ਾ ਕਰ ਲੈਣਾ, ਠੀਕ ਹੈ। ਉਹਨੂੰ ਕਹਿ ਦਿੰਦੇ ਆ ਜੀ ਮੂਟੈਕਸ। ਤਾਂ ਬਾਕੀ ਡਿਟੇਲ 'ਚ ਪੜ੍ਹਨਾ ਤੁਸੀਂ ਪੜ੍ਹ ਲਿਓ। ਜਿਹੜਾ ਮੂਟੈਕਸ ਹੁੰਦਾ ਰਾਜੇ, ਉਹਦਾ ਫੁੱਲ ਫਾਰਮ ਹੈਗੀ ਹੈ ਜੀ ਮਿਊਚੁਅਲ ਐਕਸਕਲੂਜਨ ਓਬਜੈਕਟ। ਕਾਹਦੇ ਵਾਸਤੇ ਵਰਤਿਆ ਜਾਂਦਾ? ਕਹਿੰਦਾ ਟੂ ਗਿਵ ਦਾ ਅਸੈਸ ਟੂ ਦਾ ਰਿਸੋਰਸ ਟੂ ਓਨਲੀ ਵਨ ਪ੍ਰੋਸੈਸ ਐਟ ਏ ਟਾਈਮ। ਮਤਲਬ ਕਿ ਇੱਕ ਪ੍ਰੋਸੈਸ ਹੀ ਇੱਕ ਟਾਈਮ 'ਤੇ ਕੀ ਕਰੂਗਾ? ਕੰਮ ਕਰੂਗਾ। ਬਾਕੀ ਕੀ ਕਰਨਗੇ ਰਾਜੇ? ਬਾਕੀ ਕੀ ਵੇਟ ਕਰਨਗੇ। ਤਾਂ ਸਿਰਫ ਇੱਕ ਬੰਦਾ ਕੀ ਕਰੂਗਾ? ਯੂਜ਼ ਕਰੂਗਾ। ਇਹਨੂੰ ਕਹਿ ਦਿੰਦੇ ਆ ਮੂਟੈਕਸ। ਅੱਗੇ ਆ ਗਿਆ ਜੀ ਤੁਹਾਡਾ ਹੁਣ ਨੂਮੈਰੀਕਲ। ਥੋੜ੍ਹਾ ਜਿਹਾ ਦਿਮਾਗ ਖੋਲ੍ਹ ਕੇ ਕਰਿਓ। ਜਿਹੜਾ ਆਹ ਨੂਮੈਰੀਕਲ ਇਹ ਤਾਂ ਹੋ ਜਾਊਗਾ, ਇਸ ਤੋਂ ਅਗਲਾ ਵੀ ਹੋ ਜਾਊਗਾ, ਬਟ ਜਿਹੜਾ ਐਂਡ ਦੇ ਵਿੱਚ ਹੈਗਾ ਉਹ ਬਹੁਤ ਔਖਾ ਹੈਗਾ। ਮੈਂ ਵਾਰ-ਵਾਰ ਕਹਿ ਰਿਹਾ, ਦੇਖੋ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਰਿਹਾ। ਜੇ ਨਹੀਂ ਸਮਝ ਆਊਗਾ ਤਾਂ ਪਰੇਸ਼ਾਨ ਨਹੀਂ ਹੋਣਾਗਾ, ਠੀਕ ਹੈ। ਪਰੇਸ਼ਾਨ ਨਹੀਂ ਹੋਣਾ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ। ਜੇ ਸਮਝ ਲੱਗ ਜੇ ਤਾਂ ਬਹੁਤ ਵਧੀਆ ਗੱਲ ਹੈ, ਜੇ ਨਹੀਂ ਸਮਝ ਲੱਗੂਗਾ ਤਾਂ ਛੱਡ ਦਿਓ, ਕੋਈ ਚੱਕਰ ਨਹੀਂ ਹੈਗਾ। ਨਹੀਂ ਤਾਂ ਉਹਨੂੰ ਕੀ ਕਰ ਦਿਓ? ਛੱਡ ਦਿਓ। ਹੁਣ ਤੁਹਾਨੂੰ ਮੈਂ ਸਮਝਾਉਣਾ ਰਾਜੇ, ਤੁਹਾਨੂੰ ਮੈਂ ਕਰਵਾਇਆ ਹੋਇਆ ਵੀ ਜਿਹੜੀ ਹਾਰਡ ਡਿਸਕ ਹੁੰਦੀ ਆ ਨਾ, ਹਾਰਡ ਡਿਸਕ ਦੇ ਵਿੱਚ ਕੀ ਹੁੰਦੇ ਨੇ? ਟਰੈਕਸ ਹੁੰਦੇ ਨੇ। ਕੀ ਹੁੰਦੇ ਨੇ? ਟਰੈਕਸ। ਮੈਂ ਤੁਹਾਨੂੰ ਸਾਰੀ ਇੰਟਰਨਲ ਵਰਕਿੰਗ ਕਰਾਈ ਹੋਈ ਆ। ਇਹ ਟਰੈਕ ਹੁੰਦੇ ਨੇ, ਟਰੈਕ ਦੇ ਵਿੱਚ ਵੰਡੀ ਜਾਂਦੀ ਹਾਰਡ ਡਿਸਕ। ਤਾਂ ਜਿਵੇਂ ਹੁਣ ਆਪਾਂ ਮੰਨ ਲਓ ਕਹਿ ਦਿੰਦੇ ਹਾਂ ਵੀ ਆਹ ਮਤਲਬ ਪਹਿਲਾ ਟਰੈਕ ਚਲਾਉਣਾ, ਦੂਜਾ ਟਰੈਕ ਚਲਾਉਣਾ। CD ਦੇ ਵਿੱਚ ਵੀ ਐਂ ਹੁੰਦਾ, DVD ਦੇ ਵਿੱਚ ਵੀ ਐਂ ਹੁੰਦਾ। ਅਤੇ ਇੱਕ ਕੀ ਹੁੰਦਾ? ਰੀਡ ਰਾਈਟ ਹੈੱਡ ਹੁੰਦਾ। ਹੈੱਡ ਕੀ ਕਰਦਾ? ਮਤਲਬ ਕੋਈ ਵੀ ਆਪਾਂ ਟਰੈਕ ਚਲਾਉਣੇ ਆ, ਕੋਈ ਡਾਟਾ ਆਪਾਂ ਲੱਭਦੇ ਹਾਂ, ਉਹ ਹੈੱਡ ਨੇ ਲੱਭਣਾ ਹੁੰਦਾ। ਤਾਂ ਉਹਨੇ ਕੀ ਆਪਾਂ ਨੂੰ ਕਹਿੰਦਾ ਵੀ ਜੇ ਮੰਨ ਲਓ ਆਪਾਂ ਡਾਟਾ ਮੇਰਾ ਇੱਥੇ ਪਿਆ ਡਾਟਾ, ਅਤੇ ਹੈੱਡ ਮੇਰਾ ਕਿੱਥੇ ਖੜ੍ਹਾ? ਇੱਥੇ ਖੜ੍ਹਾ। ਉਹਨੇ ਕੀ ਆ? ਘੁੰਮ ਕੇ ਇੱਥੇ ਜਾਣਾ ਪਊਗਾ ਉਹਨੂੰ। ਇਸ ਤੋਂ ਬਾਅਦ ਡਾਟਾ ਫਿਰ ਮੇਰਾ ਇੱਥੇ ਪਿਆ, ਉਹ ਫਿਰ ਕੀ ਕਰੂਗਾ? ਘੁੰਮ ਕੇ ਫਿਰ ਇੱਥੇ ਜਾਊਗਾ। ਮਤਲਬ ਕਿ ਉਹ ਘੁੰਮਦਾ ਰਹਿੰਦਾ, ਡਾਟਾ ਕੀ ਹੈ? ਲੱਭਦਾ ਰਹਿੰਦਾ। ਇਵੇਂ ਆਪਾਂ ਨੂੰ ਇੱਕ ਨੂਮੈਰੀਕਲ ਦਿੱਤਾ, ਕਹਿੰਦਾ ਵੀ ਇਹ ਡਿਸਕ ਦੇ ਵਿੱਚ ਕਹਿੰਦਾ ਟਰੈਕ ਹੈਗੇ। ਕਿੰਨੇ ਟਰੈਕ ਨੇ? 0 ਤੋਂ ਲੈ ਕੇ 179 ਨੰਬਰਿੰਗ ਦੇਤੀ। ਕਹਿੰਦਾ ਕਰੰਟਲੀ ਉਹ ਕਿੰਨੇ ਨੰਬਰ 'ਤੇ ਖੜ੍ਹਾ? 40 ਨੰਬਰ ਟਰੈਕ 'ਤੇ ਖੜ੍ਹਾ। ਐਂ ਕਹਿ ਲਓ ਵੀ ਤੁਹਾਡੇ ਕੋਲ 179 ਗਾਣੇ ਨੇ, ਤੁਸੀਂ 40 ਨੰਬਰ ਗਾਣਾ ਸੁਣ ਰਹੇ ਹੋ,
ठीक है। उस तो बाद कहता भी डायरैक्टली तुसीं किहड़ा नंबर गाना ला लिया, तुसीं 80 नंबर गाना ला लिया, फिर 102 नंबर गाना ला लिया, फिर 26 नंबर, फिर 160 नंबर, 35, 10, 135 तुसीं ऐਂ वारी वारी करके चेंज कर लए गाने। ਹੁਣ ਉਹ ਕਹਿੰਦਾ ਵੀ ਕਿੰਨੀਆਂ ਮੂਵਮੈਂਟ ਹੋਈਆਂ, ਕਿੰਨੀ ਵਾਰੀ ਹੈਡ ਕੀ ਆ ਇੱਧਰ ਉੱਧਰ ਘੁੰਮਿਆ, ਆਸੇ ਪਾਸੇ ਗਿਆ, ਵੀ ਇੱਥੋਂ ਇੱਥੋਂ ਗਿਆ, ਇੱਥੇ ਗਿਆ, ਕਿੰਨੀ ਵਾਰੀ ਗਿਆ। ਪਰ ਇਹਦੇ ਵਿੱਚ ਨਾ ਇੱਕ ਮੈਥਡ ਹੁੰਦੇ ਨੇ ਅਲੱਗ-ਅਲੱਗ, ਜਿਵੇਂ FCFS ਹੁੰਦਾ, SSTF ਹੁੰਦਾ, ਅਤੇ ਇਹਨੇ ਕਿਹਾ ਵੀ SSTF ਦੇ ਅਕੋਰਡਿੰਗ ਜ਼ਿਆਦਾਤਰ ਇਹੀ ਪੁੱਛਿਆ ਜਾਂਦਾ। ਇਹਨੂੰ ਕਹਿ ਦਿੰਦੇ ਆ ਸ਼ਾਰਟੈਸਟ ਸੀਕ ਟਾਈਮ ਫਸਟ, ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਨਾ ਸ਼ਾਰਟੈਸਟ ਜੋਬ ਫਸਟ, ਉਵੇਂ ਕਹਿੰਦਾ ਵੀ ਸਭ ਤੋਂ ਪਹਿਲਾਂ ਛੋਟਾ ਟਾਈਮ ਕੱਢਾਂਗੇ, ਵੀ ਛੋਟਾ ਸਭ ਤੋਂ ਕਿਹੜਾ ਇਹਦੇ ਵਿੱਚ ਟਰੈਕ ਨੰਬਰ, ਉਸ ਤੋਂ ਬਾਅਦ ਉਸ ਤੋਂ ਵੱਡਾ ਮਤਲਬ ਸੈਂਡਿੰਗ ਆਰਡਰ ਦੇ ਵਿੱਚ ਲਾ ਲਾਂਗੇ। ਤਾਂ ਹੁਣ ਕਿਵੇਂ ਕਰਦੇ, ਪਹਿਲਾਂ ਤੁਹਾਨੂੰ ਮੈਂ ਇੱਕ ਵਾਰੀ ਡਾਇਆਗਰਾਮ ਦਿਖਾਉਣਾ, ਫਿਰ ਤੁਹਾਨੂੰ ਮੈਂ ਕਰਕੇ ਦਿਖਾਊਂਗਾ। ਡਾਇਆਗਰਾਮ ਦੇ ਆਪਾਂ ਹੈਲਪ ਦੇ ਨਾਲ ਸਮਝਦੇ ਹਾਂ। ਮੰਨ ਲਓ ਇਹਨਾਂ ਨੇ ਕੀ ਕੀਤਾ, ਟਰੈਕ ਨੂੰ ਵੰਡਤਾ, ਜਿਹੜੇ ਟਰੈਕ ਉਹਨਾਂ ਨੂੰ ਵੰਡਤਾ 0, 10, 26, 35, 40, 80, 102 ਜਿਹੜੇ ਵੀ ਨੰਬਰ ਦਿੱਤੇ ਸੀ ਉੱਥੇ, ਜਿਹੜੇ ਵੀ ਆ ਦਿੱਤੇ ਹੋਏ ਸੀ ਇਹਨਾਂ ਨੂੰ ਵੰਡਤਾ। ਇਹਨਾਂ ਨੂੰ ਕੀ ਕਰਨਾ ਰਾਜੇ, ਸੈਂਡਿੰਗ ਆਰਡਰ 'ਚ ਲਿਖ ਲੈਣਾ। ਤਾਂ ਹੁਣ ਮੈਂ ਜੇ ਮੰਨ ਲਓ ਇਹਨੂੰ ਸੈਂਡਿੰਗ ਆਰਡਰ 'ਚ ਲਿਖਣਾ ਹੋਵੇ, ਸਭ ਤੋਂ ਛੋਟਾ ਕਿਹੜਾ ਹੈਗਾ ਇਹਦੇ ਵਿੱਚ, ਜੇ ਮੰਨ ਲਓ 0 ਤੋਂ ਸਟਾਰਟ ਕਰਾਂ ਤਾਂ 0 ਵੀ ਛੱਡ ਦਿਓ, ਚਲੋ ਮੈਂ 10 ਤੋਂ ਸਟਾਰਟ ਕਰਦਾ, 10 ਤੋਂ ਬਾਅਦ ਕਿਹੜਾ ਛੋਟਾ ਹੈਗਾ ਰਾਜੇ 26 ਤੋਂ ਬਾਅਦ ਕਿਹੜਾ 35, ਮੰਨ ਲਓ ਆਪਾਂ ਇੱਦਾਂ ਕਰ ਸਕਦੇ ਹਾਂ, ਠੀਕ ਹੈ। ਇੱਦਾਂ ਇਹਨੂੰ ਕੀ ਕਰ ਸਕਦੇ ਹਾਂ, ਸੈਂਡਿੰਗ ਆਰਡਰ ਦੇ ਵਿੱਚ ਲਿਖ ਸਕਦੇ ਹਾਂ। ਤਾਂ ਮੈਂ ਸਾਰਿਆਂ ਨੂੰ ਕੀ ਕਰ ਲਿਆ ਰਾਜੇ, ਸੈਂਡਿੰਗ ਆਰਡਰ 'ਤੇ ਲਿਖ ਲਿਆ। ਉਹਦਾ ਕਾਰਨ ਕੀ ਹੈ, ਕਿਉਂਕਿ ਇਹ ਕਿਹੜੇ ਐਲਗੋਰਿਥਮ ਦੇ ਉੱਪਰ ਕੰਮ ਕਰ ਰਿਹਾ, SSTF ਦੇ ਉੱਪਰ ਕੰਮ ਕਰ ਰਿਹਾ। ਜੇ FCFS ਦੇ ਉੱਪਰ ਕੰਮ ਕਰਦਾ ਫਿਰ ਨਹੀਂ ਆਪਾਂ ਕਰ ਸਕਦੇ ਸੀਗੇ। ਤਾਂ ਸ਼ਾਰਟੈਸਟ ਜੋਬ ਫਸਟ ਦੇ ਵਿੱਚ ਕੀ ਹੈ, ਵੀ ਜਿਹੜਾ ਤੁਹਾਨੂੰ ਮੈਂ ਡਾਕਖਾਨੇ ਵਾਲੀ ਕਰਾਈ ਸੀ ਜਾਂ ਬੈਂਕ ਵਾਲੀ ਕਰਾਈ ਸੀ, ਵੀ ਜਿਹਦੇ ਕੋਲ ਪੈਸੇ ਘੱਟ ਹੈਗੇ ਉਹ ਪਹਿਲਾਂ ਅੱਗੇ ਆ ਜਾਂਦਾ। ਤਾਂ ਉਵੇਂ ਰਾਜੇ ਜਿਹੜਾ ਛੋਟਾ ਉਹ ਅੱਗੇ ਆ ਗਿਆ, ਉਸ ਤੋਂ ਵੱਡਾ ਉਸ ਦੇ ਪਿੱਛੇ ਅਸੈਂਡਿੰਗ ਆਰਡਰ ਦੇ ਵਿੱਚ ਆਪਾਂ ਸਾਰੇ ਕੀ ਲਾ ਲਏ। ਹੁਣ ਸਟਾਰਟਿੰਗ ਦੇ ਵਿੱਚ ਕਹਿੰਦਾ ਵੀ ਜਦੋਂ ਹੈਡ ਕਿੱਥੇ ਹੁੰਦਾ, 40 ਨੰਬਰ ਗਾਣੇ 'ਤੇ ਹੁੰਦਾ। ਆ ਲਿਖਿਆ ਹੋਇਆ ਕੁਐਸਚਨ ਦੇ ਵਿੱਚ ਵੀ ਟਰੈਕ ਜਿਹੜਾ ਹੈਗਾ 40 ਨੰਬਰ ਗਾਣੇ 'ਤੇ ਹੁੰਦਾ। ਤਾਂ 40 ਨੰਬਰ ਤੋਂ ਬਾਅਦ ਆਪਾਂ ਕਿੱਥੇ ਜਾਂਦੇ ਹਾਂ, 40 ਨੰਬਰ ਤੋਂ ਬਾਅਦ ਆਪਾਂ ਜਾਵਾਂਗੇ ਹੁਣ ਅਸੈਂਡਿੰਗ ਆਰਡਰ ਦੇ ਵਿੱਚ ਚੱਲਾਂਗੇ, 10 ਨੰਬਰ 'ਤੇ ਜਾਵਾਂਗੇ। 40 ਤੋਂ ਆਪਾਂ ਕਿੱਥੇ ਚਲੇ ਗਏ ਰਾਜੇ, ਆਪਾਂ 10 'ਤੇ ਚਲੇ ਗਏ। 10 ਤੋਂ ਬਾਅਦ ਆਪਾਂ ਕਿੱਥੇ ਜਾਵਾਂਗੇ, 10 ਤੋਂ ਬਾਅਦ ਆਪਾਂ 26 'ਤੇ ਜਾਵਾਂਗੇ। 10 ਤੋਂ ਬਾਅਦ ਮੈਂ 26 'ਤੇ ਚਲਾ ਗਿਆ। 26 ਤੋਂ ਬਾਅਦ ਮੈਂ ਕਿੱਥੇ ਜਾਊਂਗਾ, 35 ਨੰਬਰ 'ਤੇ ਜਾਊਂਗਾ। 35 ਤੋਂ ਬਾਅਦ ਮੈਂ ਕਿੱਥੇ ਜਾਊਂਗਾ, 80 'ਤੇ, ਫਿਰ 102 'ਤੇ, ਫਿਰ 135 ਤੇ 160 'ਤੇ। ਕਹਿੰਦਾ ਵੀ ਇਹ ਕਿੰਨੀ ਵਾਰੀ ਮੂਵਮੈਂਟ ਹੋਈ, ਕਿੰਨੀ ਵਾਰੀ ਉਹ ਚੱਲਿਆ, ਇਹੀ ਆਨਸਰ ਪੁੱਛਦਾ ਵੀ ਕਿੰਨੀ ਵਾਰੀ ਚੱਲਿਆ, 180 ਵਾਰੀ ਚੱਲਿਆ, 90 ਵਾਰੀ, 258 ਵਾਰੀ, 542 ਵਾਰੀ। ਤਾਂ ਬਸ ਕੱਢਣਾ ਬੜਾ ਸੌਖਾ, ਤੁਹਾਨੂੰ ਮੈਂ ਦੱਸ ਦਿੰਦਾ। ਸਟਾਰਟਿੰਗ 'ਤੇ ਕਿੱਥੇ ਖੜਾ ਸੀ, 40 'ਤੇ ਖੜਾ ਸੀਗਾ। ਤਾਂ ਕਿੱਥੇ ਗਿਆ ਸੀ, 40 ਤੋਂ ਬਾਅਦ ਕਿੱਥੇ ਗਿਆ, ਇਹ ਦੇਖੋ ਆ 35 ਹੈ ਨਾ, ਇਹਦੇ ਬਾਅਦ 40 ਤੋਂ ਬਾਅਦ ਕਿੱਥੇ ਗਿਆ, ਇਹ 35 'ਤੇ ਗਿਆ। 40 ਤੋਂ ਬਾਅਦ ਕਿੱਥੇ ਗਿਆ, ਇਹ 35 'ਤੇ ਗਿਆ। ਤਾਂ 40 - 35 ਕਰ ਦਿਓ, ਜਿੱਥੇ ਜਿੱਥੇ ਜਾਊਗਾ ਉੱਥੇ ਮਾਈਨਸ ਕਰੀ ਜਾਣਾ। ਪਲੱਸ 35 ਤੋਂ ਬਾਅਦ ਕਿੱਥੇ ਗਿਆ, ਇਹ 35 ਤੋਂ ਬਾਅਦ ਕਿੱਥੇ ਗਿਆ, 26 'ਤੇ ਗਿਆ। 35 ਤੋਂ ਬਾਅਦ ਕਿੱਥੇ ਗਿਆ, 26 'ਤੇ ਗਿਆ। 35 - 26 ਕਰ ਦਿਓ, ਠੀਕ ਹੈ ਜੀ। ਫਿਰ 26 ਤੋਂ ਬਾਅਦ ਕਿੱਥੇ ਗਿਆ, 10 'ਤੇ ਗਿਆ। ਤਾਂ 26 - 10 ਕਰ ਦਿਓ। ਇਸ ਤੋਂ ਬਾਅਦ ਸਿੱਧਾ ਕਿੱਥੇ ਗਿਆ, ਦੇਖੋ ਸਿੱਧਾ ਚਲਾ ਗਿਆ 80 'ਤੇ। ਤਾਂ 80 - ਕੀ ਕਰ ਦਿਓ, 10 ਕਰ ਦਿਓ। ਉਸ ਤੋਂ ਬਾਅਦ ਕਿੱਥੇ ਚਲਾ ਗਿਆ, 102 'ਤੇ। 102 ਦੇ ਵਿੱਚ ਕੀ ਮਾਈਨਸ ਕਰਨਾ, ਪਿਛਲਾ ਨੰਬਰ ਮਾਈਨਸ ਕਰਨਾ 80। ਇਵੇਂ ਰਾਜੇ ਅੱਗੇ ਚਲਾ ਗਿਆ 135 'ਤੇ। 135 ਦੇ ਵਿੱਚੋਂ ਕੀ ਮਾਈਨਸ ਕਰਨਾ, 102 ਮਾਈਨਸ ਕਰਨਾ। ਅਤੇ ਲਾਸਟ ਦੇ ਵਿੱਚ ਕਿੱਥੇ ਚਲਾ ਜਾਊਗਾ, 160 ਦੇ ਵਿੱਚ ਚਲਾ ਜਾਊਗਾ। 160 ਤੋਂ ਕੀ ਮਾਈਨਸ ਕਰਨਾ, 135। ਇਹ ਸਾਰਿਆਂ ਨੂੰ ਮਾਈਨਸ ਕਰ ਦਿਓ। 40 ਚੋਂ 35 ਕੱਢੇ 5 ਹੁੰਦਾ, 35 ਚੋਂ 26 ਕੱਢੇ 9 ਹੁੰਦਾ, 26 ਚੋਂ 10 ਕੱਢੇ 16, 80 ਚੋਂ 10 ਕੱਢੇ 70, 102 ਚੋਂ 80 ਕੱਢੇ 22, 135 ਚੋਂ 102 ਕੱਢੇ 33, 160 ਦੇ ਵਿੱਚੋਂ 135 ਕੱਢੇ 25। ਸਾਰਿਆਂ ਨੂੰ ਮਿਲਾ ਦਿਓ, ਜੋੜ ਕੇ ਕਿੰਨਾ ਬਣ ਜੂਗਾ, 180 ਬਣ ਜੂਗਾ। ਆਹ ਸ਼ਾਰਟ ਟ੍ਰਿਕ ਵੱਲ ਨਾ ਜਾਇਓ, ਸ਼ਾਰਟ ਟ੍ਰਿਕ ਕਦੇ ਵੀ ਨਹੀਂ ਦਿਮਾਗ 'ਚ ਆਉਂਦੀ ਉੱਥੇ। ਆਹ ਲੌਂਗ ਮੈਥਡ ਦਿਮਾਗ 'ਚ ਰਹੂਗਾ। ਤਾਂ ਬਸ ਧਿਆਨ ਤੁਸੀਂ ਇਹ ਰੱਖਣਾ ਵੀ ਕਿਹੜਾ ਮੈਥਡ ਪੁੱਛਿਆ, ਵੈਸੇ ਆਹੀ ਜ਼ਿਆਦਾ ਪੁੱਛਦੇ ਆ, ਠੀਕ ਹੈ। ਚਲੋ ਜੇ ਸਮਝ ਆ ਜੇ ਬਹੁਤ ਵਧੀਆ ਗੱਲ ਹੈ, ਬਾਕੀ ਵੀਡੀਓ ਨੂੰ ਰਿਪੀਟ ਕਰ ਲਿਓ, ਤੁਹਾਨੂੰ ਡੈਫੀਨੇਟਲੀ ਸਮਝ ਆ ਜਾਊਗਾ। ਤਾਂ ਹੁਣ ਮੈਂ ਤੁਹਾਨੂੰ ਇੱਕ ਹੋਰ ਕਰਾਉਣਾ, ਤੁਹਾਨੂੰ ਸ਼ਾਇਦ ਹੋਰ ਸਮਝ ਆ ਜੇ, ਬਾਕੀ ਟਰਾਈ ਕਰਿਓ। ਦੇਖੋ ਇੱਥੇ ਵੀਡੀਓ ਨੂੰ ਕੀ ਕਰ ਲਿਓ, ਪਾਊਜ਼ ਕਰ ਲਿਓ। ਵੀਡੀਓ ਨੂੰ ਪਾਊਜ਼ ਕਰਕੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ, ਮੇਰੀ ਹੰਬਲ ਰਿਕੁਐਸਟ ਹੈ। ਵੈਸੇ ਮੈਂ ਛੱਡ ਸਕਦਾ ਸੀ, ਪਰ ਮੈਂ ਤਾਂ ਨਹੀਂ ਛੱਡ ਰਿਹਾ। ਬਾਅਦ 'ਚ ਕਮੈਂਟ ਬਾਕਸ ਦੇ ਵਿੱਚ ਤੁਹਾਡੇ ਕੁਐਰੀਜ਼ ਆਉਂਦੀਆਂ ਰਹਿਣਗੀਆਂ, ਤੁਸੀਂ ਵੀ ਪਰੇਸ਼ਾਨ ਹੋਵੋਗੇ, ਮੈਂ ਵੀ ਹੋਊਂਗਾ। ਤਾਂ ਤੁਹਾਨੂੰ ਮੈਂ ਕਰਵਾ ਦਿੰਦਾ। ਹੁਣ ਕੀ ਕਹਿੰਦਾ, ਸਾਰਾ ਕੁਐਸਚਨ ਸੇਮ ਹੈ। ਐਟ ਏ ਟਾਈਮ ਆਪਾਂ ਖੜੇ ਕਿੱਥੇ ਹਾਂ, 32 ਨੰਬਰ 'ਤੇ ਖੜੇ ਹਾਂ। ਇੱਥੇ ਕਿੱਥੇ ਖੜੇ ਸੀ, ਆਪਾਂ 40 ਨੰਬਰ 'ਤੇ ਖੜੇ ਸੀਗੇ ਆਹ ਕੁਐਸਚਨ ਦੇ ਵਿੱਚ। ਹੁਣ ਇੱਥੇ ਸੀਗਾ ਜੀ SSTF। ਇੱਥੇ ਹੁਣ ਕਿਹੜਾ ਮੈਥਡ ਯੂਜ਼ ਹੋ ਰਿਹਾ, ਕਹਿੰਦਾ ਇੱਥੇ ਜਿਹੜਾ ਮੈਥਡ ਯੂਜ਼ ਹੋ ਰਿਹਾ ਉਹਨੂੰ ਕਹਿ ਦਿੰਦੇ ਆ FCFS, ਫਸਟ ਕਮ ਫਸਟ ਸਰਵ। ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇੱਕ ਬੰਦਾ ਆ ਗਿਆ ਜਿਹਨੇ 50,000 ਕਰਾਉਣਾ, ਲੱਖ ਕਰਾਉਣਾ, ਪਹਿਲਾਂ ਇਹਦਾ ਹੀ ਕੰਮ ਆਊਗਾ। ਫਿਰ 2 ਨੰਬਰ ਬੰਦਾ ਆਇਆ, 3 ਨੰਬਰ ਬੰਦਾ ਆਇਆ, ਪਹਿਲਾਂ ਇਹਦਾ ਕੰਮ ਹੋਊਗਾ, ਫਿਰ 2 ਨੰਬਰ ਦਾ, ਫਿਰ 3 ਨੰਬਰ ਦਾ। ਇਹਨੂੰ ਕਹਿ ਦਿੰਦੇ ਆ ਫਸਟ ਕਮ ਫਸਟ ਸਰਵ। ਜਿਹੜਾ ਪਹਿਲਾਂ ਆ ਗਿਆ ਉਹ ਕੰਮ ਪਹਿਲਾਂ ਉਹਦਾ ਹੋਊਗਾ। ਤਾਂ ਬਸ ਕੁਛ ਵੀ ਨਹੀਂ ਹੈਗਾ। ਹੁਣ ਆਪਾਂ ਕੀ ਆ ਵੀ ਮੰਨ ਲਓ 32 ਨੰਬਰ 'ਤੇ ਖੜੇ ਸੀ, ਸਟਾਰਟਿੰਗ ਦੇ ਵਿੱਚ ਆਪਾਂ ਕਿੱਥੇ ਖੜੇ ਸੀ, 32 ਨੰਬਰ 'ਤੇ। ਤਾਂ ਹੁਣ ਪਹਿਲਾਂ ਕੌਣ ਆ ਗਿਆ, 98 ਆ ਗਿਆ, ਫਿਰ ਕੌਣ ਆਇਆ, 37 ਆਇਆ, ਫਿਰ 14 ਆ ਗਿਆ, ਫਿਰ 124 ਆ ਗਿਆ, ਫਿਰ 65 ਆ ਗਿਆ, ਫਿਰ 67 ਆ ਗਿਆ। ਆਪਾਂ ਇਹਨੂੰ ਬਦਲ ਨਹੀਂ ਸਕਦੇ, ਜਿਵੇਂ ਪਿਛਲੇ ਕੁਐਸਚਨ ਦੇ ਵਿੱਚ ਸੈਂਡਿੰਗ ਆਰਡਰ 'ਚ ਕੀਤਾ ਸੀਗਾ, ਪਰ ਇਹਨੂੰ ਆਪਾਂ ਬਦਲ ਨਹੀਂ ਸਕਦੇ। ਜਿਵੇਂ ਆਇਆ ਉਵੇਂ ਆਪਾਂ ਨੂੰ ਕਰਨਾ ਪਊਗਾ। ਹੁਣ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਕੌਣ ਆ ਗਿਆ, 98। ਤਾਂ ਆਪਾਂ ਕੀ ਕਰਾਂਗੇ, 98 ਨੂੰ ਕਿਹਦੇ 'ਚ ਮਾਈਨਸ ਕਰ ਦਾਂਗੇ, 32 ਦੇ ਵਿੱਚ, ਕਿਉਂਕਿ ਆਪਾਂ 32 'ਤੇ ਖੜੇ ਸੀਗੇ। 32 ਤੋਂ ਆਪਾਂ ਕਿੱਥੇ ਜਾਵਾਂਗੇ, 98 'ਤੇ ਜਾਵਾਂਗੇ। ਤਾਂ 98 ਦੇ ਵਿੱਚੋਂ 32 ਕੱਢ ਦਿਓ, ਕਿੰਨੇ ਹੁੰਦੇ, 66। ਇਸ ਤੋਂ ਬਾਅਦ ਆਪਾਂ ਕਿੱਥੇ ਚਲੇ ਜਾਵਾਂਗੇ, 98 ਤੋਂ ਬਾਅਦ ਆਪਾਂ ਜਾਵਾਂਗੇ 37 ਦੇ ਉੱਪਰ। ਤਾਂ 37 98 ਦੇ ਵਿੱਚੋਂ ਕਿੰਨੇ ਕੱਢ ਦਿਓ, 37 ਕੱਢ ਦਿਓ, ਠੀਕ ਹੈ। ਕਿੰਨੇ ਕੱਢੇ, 37 ਕੱਢੇ। ਕਿੰਨਾ ਆ ਗਿਆ ਜੀ, 61 ਆ ਗਿਆ। ਹੁਣ 37 ਤੋਂ ਆਪਾਂ ਕਿੱਥੇ ਜਾਵਾਂਗੇ, 14 ਦੇ ਉੱਪਰ ਜਾਵਾਂਗੇ। ਤਾਂ 37 ਮਾਈਨਸ ਕੀ ਕਰ ਦਾਂਗੇ ਆਪਾਂ, 14 ਕਰ ਦਾਂਗੇ। ਤਾਂ 37 - 14 ਕਰਾਂਗੇ ਤਾਂ ਰਾਜੇ ਕਿੰਨਾ ਹੁੰਦਾ, 23 ਹੁੰਦਾ।
ਹੁਣ ਆਪਾਂ ਕਿੱਥੇ ਆ ਗਏ 14 ਤੋਂ 124 ਤੇ ਆ ਗਏ। ਹੁਣ 124 ਦੇ ਵਿੱਚੋਂ 14 ਕੱਢਣੇ ਨੇ, ਠੀਕ ਹੈ, ਮਾਈਨਸ ਦਾ ਨਿਸ਼ਾਨ ਨਹੀਂ ਲੈ ਕੇ ਆਉਣਾਗਾ ਇਹਦੇ ਵਿੱਚ, ਠੀਕ ਹੈ। 124 ਤੇ ਜਦੋਂ ਆਪਾਂ ਕੱਢੇ ਤਾਂ ਕਿੰਨੇ ਆ ਗਏ, 14 ਕੱਢੇ ਤਾਂ 110 ਆ ਗਏ ਆਪਣੇ, ਠੀਕ ਹੈ ਜੀ। 100 ਕਿੰਨੇ ਆ ਗਏ, 10 ਆ ਗਏ। ਹੁਣ 124 ਦੇ ਵਿੱਚੋਂ 65 ਕੱਢ ਦਿਓ, ਠੀਕ ਹੈ। 124 ਦੇ ਵਿੱਚੋਂ ਕਿੰਨੇ ਕੱਢ ਦਿਓ ਰਾਜੇ, 65 ਕੱਢ ਦਿਓ ਤਾਂ ਕਿੰਨੇ ਆ ਜਾਣਗੇ ਜੀ 59, ਤੇ ਲਾਸਟ ਦੇ ਵਿੱਚ 57 ਦੇ ਵਿੱਚੋਂ 55 ਕੱਢ ਦਿਓ, ਠੀਕ ਹੈ ਜੀ। ਕਿੰਨੇ ਆ ਗਏ, 2 ਆ ਗਏ। ਇਹਨਾਂ ਸਾਰਿਆਂ ਨੂੰ ਜੋੜ ਲਿਓ, ਇਹਨਾਂ ਸਾਰਿਆਂ ਨੂੰ ਕੀ ਕਰ ਲਿਓ ਰਾਜੇ, ਪਲੱਸ ਕਰ ਲਿਓ। ਜਦੋਂ ਪਲੱਸ ਕਰੋਗੇ ਤਾਂ ਤੁਹਾਡਾ ਆਨਸਰ ਕੀ ਬਣ ਜਾਊਗਾ, 321, ਠੀਕ ਹੈ ਜੀ। 321 ਤੁਹਾਡਾ ਕੀ ਆ ਜਾਊਗਾ ਰਾਜੇ, ਆਨਸਰ ਆ ਜਾਊਗਾ। ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਿਆ ਹੋਊਗਾ ਰਾਜੇ। ਆਹ ਵਾਲਾ ਸੌਖਾ, ਫਸਟ ਕਮ ਫਸਟ ਸਰਵ, ਬਸ ਇਹਦੇ ਵਿੱਚ ਕੀ ਆ, ਜਿਵੇਂ ਆ ਗਏ ਉਵੇਂ ਹੀ ਕਰਨਾ। ਉਹਦੇ ਵਿੱਚ ਕੀ ਸੀਗਾ ਵੀ ਜਿਹੜੀ ਸ਼ਾਰਟੈਸਟ ਜੌਬ ਹੁੰਦੀ ਸੀ ਉਹਨੂੰ ਪਹਿਲਾਂ ਲੈ ਆਉਂਦੇ ਸੀਗੇ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਰਾਜੇ। ਬਹੁਤ ਹਾਈ ਲੈਵਲ ਦਾ ਨਿਊਮੈਰੀਕਲ ਹੈ, ਪਰ ਮੈਂ ਬਹੁਤ ਸੌਖੇ ਢੰਗ ਨਾਲ ਕਰਾਉਣ ਦੀ ਕੋਸ਼ਿਸ਼ ਕੀਤੀ ਆਪਦੇ ਵੱਲੋਂ। ਜੇ ਸਮਝ ਆ ਜਾਏ ਤਾਂ ਰਾਜੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਇਹ ਸਭ ਮਿਹਨਤ ਤੁਹਾਡੇ ਵਾਸਤੇ ਹੋ ਰਹੀ ਹੈ। ਅਤੇ ਲਾਸਟ ਦੇ ਵਿੱਚ ਜਿਹੜਾ ਮੈਂ ਹੁਣ ਕਰਵਾ ਰਿਹਾ, ਇਹ ਦਿਮਾਗ ਦੇ ਕਪਾਟ ਖੋਲ੍ਹ ਦੂਗਾ। ਇਹ ਬੜਾ ਹਾਈ ਲੈਵਲ ਦਾ ਹੈਗਾ। ਇਹ ਬੇਸਿਕਲੀ ਮੈਮਰੀ ਦੇ ਵਿੱਚ, ਆਪਰੇਟਿੰਗ ਸਿਸਟਮ ਦੇ ਵਿੱਚ ਵਰਤਿਆ ਜਾਂਦਾ। ਜੇ ਸਮਝ ਲੱਗ ਜੇ ਤਾਂ ਰਾਜੇ ਬਹੁਤ ਵਧੀਆ ਗੱਲ ਹੈ, ਜੇ ਨਾ ਸਮਝ ਲੱਗੂਗਾ ਤਾਂ ਚਿੰਤਾ ਨਹੀਂ ਕਰਨੀ, ਛੱਡ ਦਿਓ, ਠੀਕ ਹੈ। ਹੁਣ ਤੁਹਾਨੂੰ ਮੈਂ ਸਮਝਾਉਣਾ ਰਾਜੇ, 2 ਤਰ੍ਹਾਂ ਦੀ ਮੈਮਰੀ ਹੁੰਦੀ ਆ। ਜਿਵੇਂ ਰੈਮ ਆਪਾਂ ਯੂਜ਼ ਕਰਦੇ ਹਾਂ, ਅਤੇ ਇੱਕ ਹੁੰਦੀ ਹੈ ਜੀ ਕੈਸ਼ੇ ਮੈਮਰੀ, ਇੱਕ ਹੁੰਦੀ ਆ ਕੈਸ਼ੇ ਮੈਮਰੀ। ਇਹ ਮੈਂ ਕਰਾਇਆ ਹੋਇਆ, ਜਿਹਨੂੰ ਇਹ ਨਹੀਂ ਪਤਾ ਵੀ ਕੈਸ਼ੇ ਮੈਮਰੀ ਕੀ ਹੁੰਦੀ ਆ, ਉਹ ਨਾ ਨਿਊਮੈਰੀਕਲ ਕਰਿਓ, ਤੁਹਾਨੂੰ ਸਮਝ ਨਹੀਂ ਆਊਗਾ। ਪਹਿਲਾਂ ਜਾ ਕੇ ਕੀ ਆ, ਮੈਮਰੀ ਵਾਲੀ ਵੀਡੀਓ ਦੇਖ ਲਿਓ। ਕੈਸ਼ੇ ਮੈਮਰੀ ਕੀ ਹੁੰਦੀ ਹੈ, ਫਾਸਟੈਸਟ ਮੈਮਰੀ ਹੁੰਦੀ, ਜਿਹੜੀ ਮੇਨ ਮੈਮਰੀ ਅਤੇ CPU ਦੇ ਵਿਚਕਾਰ ਰੱਖੀ ਜਾਂਦੀ ਹੈ। ਅਤੇ ਜਿਹੜੀ ਰੈਮ ਮੈਮਰੀ ਹੁੰਦੀ ਹਮੇਸ਼ਾ ਬਲੋਕ ਦੇ ਵਿੱਚ ਹੁੰਦੀ ਹੈ। ਅਤੇ ਜਿਹੜੇ ਆਪਾਂ ਕੈਸ਼ੇ ਮੇਜਰ ਕਰਦੇ ਹਮੇਸ਼ਾ ਕਿਹਦੇ ਵਿੱਚ ਹੁੰਦੀ ਆ, ਲਾਈਨ ਦੇ ਵਿੱਚ ਹੁੰਦੀ ਆ। ਲਾਈਨ ਦੇ ਵਿੱਚ ਤਾਂ ਹੁੰਦੀ ਹੈ, ਬਟ ਇਹਦੇ ਵਿੱਚ ਵੀ ਕੀ ਹੁੰਦੇ, ਬਲੋਕ ਜ਼ਰੂਰ ਹੁੰਦੇ ਆ, ਬਟ ਨਾਲ ਕੀ ਕਰਦੇ ਆਪਾਂ, ਲਾਈਨਸ ਨੰਬਰ ਵੀ ਹੁੰਦੇ ਆ। ਹੁਣ ਆਪਾਂ ਨੂੰ ਚਲੋ ਇਹ ਤਾਂ ਤੁਹਾਨੂੰ ਕਨਸੈਪਟ ਦੱਸਿਆ ਮੈਂ, ਲਾਈਨ ਕੀ ਹੁੰਦੀ ਆ, ਬਲੋਕ ਕੀ ਹੁੰਦੇ ਆ। ਹੁਣ ਕੁਐਸਚਨ ਕੀ ਦਿੱਤਾ, ਕਹਿੰਦਾ ਵੀ ਆਪਣੇ ਕੋਲ ਇੱਕ ਮੈਮਰੀ ਆ 4 GB, ਐਂ ਕਹਿ ਲਓ ਵੀ ਆਪਣੇ ਕੋਲ ਇੱਕ ਰੈਮ ਹੈ 4 GB ਦੀ ਰੈਮ ਹੈ, ਠੀਕ ਹੈ, ਮੈਮਰੀ ਲੱਗੀ ਹੋਈ ਹੈ। ਉਹਦੇ ਵਿੱਚ ਜਿਹੜੇ ਕੈਸ਼ੇ ਮੈਮਰੀ ਉਹਦਾ ਸਾਈਜ਼ ਕਿੰਨਾ, 16 MB, ਠੀਕ ਹੈ, 16 ਮੈਗਾਬਾਈਟ ਹੈ, ਠੀਕ ਹੈ। ਇੱਕ ਹੈਗਾ ਜੀ ਕਹਿੰਦਾ ਬਲੋਕ ਸਾਈਜ਼। ਬਲੋਕ ਸਾਈਜ਼ ਕਿਹੜਾ, ਜਿਹੜਾ ਆਹ ਬਲੋਕ, ਇਹ ਬਲੋਕ ਦਾ ਸਾਈਜ਼ ਕਿੰਨਾ ਦਿੱਤਾ ਮੈਨੂੰ, 1 KB, ਮਤਲਬ ਕਿ ਇੱਕ KB ਮੈਂ ਸਟੋਰ ਕਰ ਸਕਦਾ। ਤਾਂ ਕਹਿੰਦਾ ਵੀ ਵਟ ਇਜ਼ ਦਾ ਟੈਗ ਸਾਈਜ਼ ਫॉर ਦਾ 8 ਵੇ ਐਸੋਸੀਏਟਿਡ ਕੈਸ਼ੇ। ਐਸੋਸੀਏਟਿਡ ਦਾ ਮਤਲਬ ਹੁੰਦਾ ਜਿਹੜਾ ਮੈਂ ਟੈਗ ਹੁੰਦਾ ਨਾ, ਇਹ 'ਚ ਟੈਗ ਲੱਗੇ ਹੁੰਦੇ ਆ, ਇਹਨੂੰ ਕੀ ਮੈਪ ਕੀਤਾ ਜਾਂਦਾ ਮੈਮਰੀ ਨੂੰ। ਹੁਣ ਇੰਨੀ ਡਿਟੇਲ 'ਚ ਮੈਂ ਨਹੀਂ ਜਾਊਂਗਾ, ਤੁਹਾਨੂੰ ਮੈਂ ਵੈਸੇ ਦੱਸ ਦਿੰਦਾ ਵੀ ਟੈਗ ਨੰਬਰ ਕੱਢਣੇ, ਵੀ ਕਿੰਨੇ ਟੈਗ ਨੰਬਰ ਲਊਗੀ, ਠੀਕ ਹੈ। ਤਾਂ ਜੇ ਤਾਂ ਭਾਈ ਸਮਝ ਲੱਗ ਜੇ ਬਹੁਤ ਵਧੀਆ ਗੱਲ ਹੈ। ਬਾਕੀ ਮੈਂ ਅੱਗੇ ਸਮਝਾਉਣ ਦੀ ਕੋਸ਼ਿਸ਼ ਕਰਦਾ। ਫਾਰਮੂਲਾ ਵਗੈਰਾ ਹੈਗੇ ਨੇ ਇਹਦੇ, ਫਾਰਮੂਲੇ ਯਾਦ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ। ਮੈਂ ਪਹਿਲਾਂ ਸਿੰਪਲ ਕਰਾਉਣਾ। ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਹਾਨੂੰ। ਮੈਂ ਸਟਾਰਟਿੰਗ ਦੇ ਵਿੱਚ ਇੱਕ ਨਾ ਮੈਮਰੀ ਕਰਾਈ ਹੋਈ ਹੈ। ਮੈਂ ਦੱਸਿਆ ਹੋਇਆ ਕਿ ਬਿੱਟ ਹੁੰਦੀ ਸਭ ਤੋਂ ਛੋਟੀ ਮੈਮਰੀ। ਬਿੱਟ ਦਾ ਮਤਲਬ ਕੀ ਹੁੰਦਾ, 0 ਤੇ 1। ਉਸ ਤੋਂ ਬਾਅਦ ਕੀ ਆ ਜਾਂਦਾ, ਨਿੱਬਲ ਆ ਜਾਂਦਾ। ਨਿੱਬਲ ਦਾ ਮਤਲਬ ਕੀ ਹੁੰਦਾ ਰਾਜੇ, 4 ਬਿੱਟ। 4 ਬਿੱਟ ਨੂੰ ਮੈਂ ਇਕੱਠਾ ਕਰ ਦੂੰਗਾ, ਨਿੱਬਲ ਬਣ ਜਾਂਦਾ। ਜਿਵੇਂ 1011 111 ਇਹ ਨਿੱਬਲ ਬਣ ਜਾਂਦਾ। ਫਿਰ ਮੈਂ ਕੀ ਕਰੂੰਗਾ, ਬਾਈਟ ਆ ਜਾਂਦਾ। ਬਾਈਟ ਕੀ ਹੁੰਦਾ ਰਾਜੇ, 8 ਬਿੱਟ ਨੂੰ ਜੋੜ ਦਈਏ ਤਾਂ ਬਾਈਟ ਬਣ ਜਾਂਦਾ। ਉਸ ਤੋਂ ਬਾਅਦ ਮੈਂ ਤੁਹਾਨੂੰ ਕਰਾਇਆ ਹੋਇਆ ਵੀ ਜੇ ਮੈਂ ਕਿਲੋ ਬਾਈਟ ਦੀ ਗੱਲ ਕਰੂੰਗਾ ਤਾਂ ਕਿਲੋ ਬਾਈਟ ਦਾ ਮਤਲਬ ਕੀ ਹੁੰਦਾ। ਹੁਣ ਕਿਲੋ ਦਾ ਮਤਲਬ ਕੀ ਦੱਸ ਕੇ ਹਟਿਆ ਮੈਂ, ਕਿੰਨਾ ਹੁੰਦਾ, 1000 ਹੁੰਦਾ। ਬਸ ਕੰਪਿਊਟਰ ਦੇ ਵਿੱਚ 1000 ਨਹੀਂ ਹੁੰਦਾ, ਇਹਦਾ ਮਤਲਬ ਕੀ ਹੁੰਦਾ 1024 ਹੁੰਦਾ। ਉਹਦਾ ਵੀ ਕਾਰਨ ਹੁੰਦਾ, ਤੁਹਾਨੂੰ ਮੈਂ ਦੱਸੂਗਾ। ਤਾਂ ਕਿਲੋ ਬਾਈਟ, ਤਾਂ 1 ਕਿਲੋ ਬਾਈਟ ਦੇ ਵਿੱਚ ਕੀ ਹੁੰਦੀ ਹੈ ਰਾਜੇ, 1024 ਬਾਈਟਸ ਹੁੰਦੀਆਂ ਨੇ, 1024 ਬਾਈਟਸ। ਅੱਛਾ, ਜੇ ਮੈਂ 1024 ਨੂੰ ਲਿਖਣਾ ਹੋਵੇ ਤਾਂ ਰਾਜੇ ਮੈਂ ਐਂ ਲਿਖ ਸਕਦਾ 2 ਦੀ ਪਾਵਰ 10, 2 ਦੀ ਪਾਵਰ 10 ਬਾਈਟ। ਉਹਦਾ ਕਾਰਨ ਕੀ ਹੈ ਕਿ 2 ਨੂੰ ਤੁਸੀਂ 10 ਵਾਰੀ ਗੁਣਾ ਕਰ ਲਿਓ, 1 2 3 ਅਪ ਟੂ 10 ਵਾਰੀ ਗੁਣਾ ਕਰ ਲਿਓ, ਕਿੰਨਾ ਆਨਸਰ ਆਊਗਾ ਤੁਹਾਡਾ, 1024 ਆਊਗਾ। ਤਾਂ ਬਸ ਆਹ ਗੱਲ ਦਿਮਾਗ 'ਚ ਬਿਠਾ ਲਓ ਵੀ 1 ਕਿਲੋ ਬਾਈਟ ਕਿਹਦੇ ਬਰਾਬਰ ਹੁੰਦੀ ਹੈ, 2 ਦੀ ਪਾਵਰ 10 ਬਾਈਟ ਦੇ ਬਰਾਬਰ ਹੁੰਦੀ ਹੈ। ਬਸ ਜੇ ਤੁਹਾਡੇ ਦਿਮਾਗ ਦੇ ਵਿੱਚ ਆਹ ਗੱਲ ਬੈਠ ਗਈ, ਤੁਸੀਂ ਸਾਰੇ ਕੁਐਸਚਨ ਕਰ ਲਓਗੇ। ਤਾਂ ਤੁਹਾਨੂੰ ਮੈਂ ਕਰਕੇ ਦਿਖਾਉਣਾ ਰਾਜੇ ਹੁਣ ਸਾਰਾ, ਇਹ ਦਿਮਾਗ 'ਚ ਰੱਖਣਾ ਕਨਸੈਪਟ। ਹੁਣ ਸਟਾਰਟਿੰਗ ਦੇ ਵਿੱਚ ਕਹਿੰਦਾ ਕੀ ਸੀਗਾ ਰਾਜੇ, ਆਪਾਂ ਨੂੰ ਉਹਨੇ ਕੀ ਕਿਹਾ, ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਨੂੰ ਦਿੱਤਾ ਸੀਗਾ ਜੀ ਉਹਨਾਂ ਨੇ ਇੱਕ, ਮੈਂ ਤੁਹਾਨੂੰ ਉੱਪਰ ਲਿਖ ਦੇਣਾ ਇੱਕ ਵਾਰੀ, 1 ਕਿਲੋ ਬਾਈਟ ਨੂੰ ਮੈਂ ਕੀ ਕਹਿ ਰਿਹਾ ਇੱਥੇ, 2 ਦੀ ਪਾਵਰ 10 ਬਾਈਟ ਕਹਿ ਰਿਹਾ, ਠੀਕ ਹੈ। B ਲਿਖ ਲਿਆ ਮੈਂ ਬਾਈਟ ਨੂੰ, ਇਹ ਯਾਦ ਰੱਖਣਾ ਕਨਸੈਪਟ। ਹੁਣ ਕਹਿ ਕੀ ਰਿਹਾ, ਜਿਹੜੀ ਕੈਸ਼ੇ ਮੈਮਰੀ ਹੈਗੀ ਉਹ ਸਾਈਜ਼ ਦਿੱਤਾ ਹੋਇਆ ਮੈਨੂੰ, ਕੈਸ਼ੇ ਦਾ ਮੈਨੂੰ ਸਾਈਜ਼ ਕਿੰਨਾ ਦਿੱਤਾ ਹੋਇਆ, 16 MB ਦਿੱਤਾ ਹੋਇਆ, ਠੀਕ ਹੈ। ਆ ਪਿੱਛੇ ਜਾ ਕੇ ਦੇਖ ਲਿਓ, ਕੁਐਸਚਨ ਦੇ ਵਿੱਚ ਗਿਵਨ ਹੈ ਕੈਸ਼ੇ ਮੈਮਰੀ ਕੀ ਦਿੱਤੀ ਹੋਈ ਮੈਨੂੰ, 16 MB। ਤਾਂ ਮੈਂ ਇਹਨੂੰ ਕਨਵਰਟ ਕਰ ਲੈਣਾ ਬਾਈਟ ਦੇ ਵਿੱਚ, ਠੀਕ ਹੈ, 16 MB। ਹੁਣ 16 ਨੂੰ ਮੈਂ ਕੀ ਕਰਦਾ ਰਾਜੇ, 16 ਹੀ ਲਿਖ ਲੈਣਾ। ਤਾਂ ਮੈਗਾਬਾਈਟ ਦਾ ਮਤਲਬ ਕੀ ਹੁੰਦਾ ਰਾਜੇ, 1024 ਕਿਲੋ ਬਾਈਟ। ਇਹ ਜਿਵੇਂ ਪੜ੍ਹਾਇਆ ਹੋਇਆ ਵੀ 1 ਮੈਗਾਬਾਈਟ ਕਿਹਦੇ ਬਰਾਬਰ ਹੁੰਦਾ ਰਾਜੇ, 1024 ਕਿਲੋ ਬਾਈਟ ਦੇ ਬਰਾਬਰ ਹੁੰਦਾ। ਤਾਂ ਜਿਹਨੂੰ ਮੈਮਰੀ ਨਹੀਂ ਪਤਾ ਬੇਟੇ ਉਹ ਨਹੀਂ ਕਰ ਸਕਦਾ, ਮੈਮਰੀ ਦੇ ਯੂਨਿਟ ਮੈਂ ਸਾਰੇ ਕਰਾਏ ਹੋਏ ਆ। ਤਾਂ ਮੈਗਾਬਾਈਟ ਨੂੰ ਮੈਂ ਲਿਖ ਸਕਦਾ 1024 ਕਿਲੋ ਬਾਈਟ, ਮੈਂ ਲਿਖ ਸਕਦਾ, ਤੁਹਾਨੂੰ ਮੈਂ ਦੱਸਿਆ ਹੋਇਆ 1024 ਕਿਲੋ ਬਾਈਟ। ਇਹਨੂੰ ਮੈਂ ਫੇਰ ਖੋਲ੍ਹ ਲੂੰਗਾ, 1024 ਕਿਲੋ ਬਾਈਟ ਨੂੰ ਮੈਂ ਕੀ ਲਿਖ ਸਕਦਾ, 1024 ਤਾਂ ਆਊਗਾ, 1024 ਕਿਲੋ ਬਾਈਟ। 1 ਕਿਲੋ ਬਾਈਟ ਕਿਹਦੇ ਬਰਾਬਰ ਹੁੰਦਾ, ਮੈਂ ਦੱਸ ਕੇ ਹਟਿਆ 1024 ਬਾਈਟ ਦੇ ਬਰਾਬਰ। ਤਾਂ ਮੈਂ ਕੀ ਕਰ ਲੂੰਗਾ, ਇਹਨੂੰ 1024 ਕੀ ਲਿਖ ਲੂੰਗਾ, ਬਾਈਟ ਲਿਖ ਲੂੰਗਾ। ਬਾਈਟ ਦੇ ਵਿੱਚ ਆ ਗਿਆ। ਤਾਂ ਹੁਣ ਮੈਂ ਕੀ ਕਰਨਾ ਰਾਜੇ, 16 ਨੂੰ ਮੈਂ ਕੀ ਲਿਖ ਸਕਦਾ, 2 ਦੀ ਪਾਵਰ 4 ਲਿਖ ਸਕਦਾ, 2 ਦੂਣੀ 4 ਦੂਣੀ 8 ਦੂਣੀ 16। ਤਾਂ 4 ਵਾਰੀ ਗੁਣਾ ਕਰਾਂਗੇ 16 ਆ ਜਾਊਗਾ। ਤਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ 1024 ਹੈ ਰਾਜੇ, ਇਹਨੂੰ ਕੀ ਲਿਖਾਂਗੇ ਆਪਾਂ, 2 ਦੀ ਪਾਵਰ 10। ਇਹ ਕੀ ਆ ਗਿਆ, 2 ਦੀ ਪਾਵਰ 10।
1024 ਕੀ ਆ ਗਿਆ, 2 ਦੀ ਪਾਵਰ ਆਪਾਂ ਕੀ ਲਿਖਾਂਗੇ 10 ਲਿਖਾਂਗੇ। ਇਹ ਸਾਰੇ ਕਿਹਦੇ 'ਚ ਆ ਰਹੇ ਨੇ, ਬਾਈਟ ਦੇ ਵਿੱਚ ਆ ਰਹੇ ਨੇ। ਕਿਹਦੇ 'ਚ ਆ ਰਹੇ ਨੇ, ਬਾਈਟ 'ਚ ਆ ਰਹੇ ਨੇ। ਤਾਂ ਇਹਨੂੰ ਆਪਾਂ ਜੋੜ ਲਾਂਗੇ। ਜਦੋਂ ਦੇਖੋ ਬੇਸ ਸੇਮ ਹੁੰਦਾ ਪਾਵਰ ਜੁੜ ਜਾਂਦੀ। ਪਾਵਰ ਕੀ ਬਣ ਗਈ 4 + 10 + 10 ਤਾਂ ਕਿੰਨੀ ਬਣ ਗਈ ਰਾਜੇ, 2 ਦੀ ਪਾਵਰ ਕਿੰਨੀ ਬਣ ਗਈ 24 ਬਣ ਗਈ। ਕਿੰਨੀ ਬਣ ਗਈ 24। ਇਹ ਸਮਝ ਆ ਗਿਆ ਕਿ ਜਿਹੜੀ ਮੇਰੀ ਕੈਸ਼ੇ ਮੈਮਰੀ ਹੈਗੀ ਆ ਰਾਜੇ ਉਹ ਕਿੰਨੀ ਹੈਗੀ ਆ ਮੇਰੇ ਕੋਲੇ 2 ਦੀ ਪਾਵਰ 24। ਜੇ ਇੰਨੀ ਚੀਜ਼ ਸਮਝ ਆ ਗਈ ਤਾਂ ਬਹੁਤ ਵਧੀਆ ਗੱਲ ਹੈ। ਹੁਣ ਜਿਹੜੀ ਮੇਨ ਮੈਮਰੀ ਦਿੱਤੀ ਆਪਾਂ ਨੂੰ, ਆਪਾਂ ਲਿਖ ਲੈਂਦੇ ਹਾਂ। ਮੇਨ ਮੈਮਰੀ ਕਿੰਨੀ ਦਿੱਤੀ ਹੈ 4 GB। ਇਹਨੂੰ ਵੀ ਕੀ ਹੈ ਬਾਈਟ ਦੀ ਫਾਰਮ 'ਚ ਬਣਾਉਣਾ। ਕੀ ਦਿੱਤੀ ਹੋਈ ਹੈ ਰਾਜੇ 4 GB ਦਿੱਤੀ ਹੈ। ਤਾਂ ਤੁਹਾਨੂੰ ਮੈਂ ਦੱਸਿਆ ਹੋਇਆ ਰਾਜੇ ਸਭ ਤੋਂ ਉੱਪਰ ਹੁੰਦਾ ਗੀਗਾਬਾਈਟ। ਗੀਗਾਬਾਈਟ ਦੇ ਵਿੱਚ ਕਿੰਨੇ ਹੁੰਦੇ 1024 ਕੀ ਹੁੰਦੇ ਆ ਮੈਗਾਬਾਈਟ ਹੁੰਦੇ ਆ, ਠੀਕ ਹੈ। ਅਤੇ ਇੱਕ ਮੈਗਾਬਾਈਟ ਦੇ ਵਿੱਚ ਕੀ ਹੁੰਦਾ ਅੱਗੇ ਜਾ ਕੇ 1024 ਕੀ ਆ ਜਾਂਦੇ ਕਿਲੋਬਾਈਟ, ਅਤੇ ਕਿਲੋਬਾਈਟ ਦੇ ਵਿੱਚ ਕੀ ਆ ਜਾਂਦੇ 1024 ਬਾਈਟ ਆ ਜਾਂਦੇ ਆ। ਤਾਂ ਇੱਦਾਂ ਕੀ ਆਪਾਂ ਨੂੰ 3 ਵਾਰੀ ਕਰਨਾ ਪਊਗਾ ਇਹ। ਤਾਂ ਆਪਾਂ ਕਰ ਲੈਂਦੇ 3 ਵਾਰੀ ਕਰ ਲੈਂਦੇ, ਕੋਈ ਚੱਕਰ ਨਹੀਂ। 4 ਨੂੰ ਆਪਾਂ 4 ਲਿਖ ਦਿੰਦੇ ਹਾਂ। ਅਤੇ ਗੀਗਾਬਾਈਟ ਨੂੰ ਆਪਾਂ ਦੇਖੋ ਮੈਂ ਇਕੱਲਾ ਇਕੱਲਾ ਖੋਲੂੰਗਾ। ਗੀਗਾਬਾਈਟ ਨੂੰ ਮੈਂ ਕੀ ਲਿਖੂੰਗਾ, ਗੀਗਾਬਾਈਟ ਨੂੰ ਅਗਰ ਮੈਂ MB ਲਿਖ ਦੇਵਾਂ, ਠੀਕ ਹੈ। ਮੈਂ ਜਦ MB ਮਤਲਬ ਕਿ ਤੁਹਾਨੂੰ ਮੈਂ ਇੱਕ ਸਮਝਾਉਣ ਵਾਸਤੇ ਲਿਖ ਰਿਹਾ, ਤੁਸੀਂ ਨਹੀਂ ਲਿਖਣਾ ਗਾ। MB ਮਤਲਬ KB ਕਿ ਇਹਨੂੰ ਆਪਾਂ ਖੋਲਾਂਗੇ ਗੀਗਾਬਾਈਟ ਤੋਂ ਮੈਗਾਬਾਈਟ 'ਚ ਜਾਵਾਂਗੇ, ਮੈਗਾਬਾਈਟ ਤੋਂ ਕਿੱਥੇ ਜਾਵਾਂਗੇ ਕਿਲੋਬਾਈਟ ਦੇ ਵਿੱਚ। ਤਾਂ ਮੈਂ ਲਿਖ ਲੈਣਾ। ਤਾਂ ਮੈਗਾਬਾਈਟ ਦੇ ਵਿੱਚ ਕਿੰਨੀਆਂ ਹੋਣਗੀਆਂ ਆਪਣੇ ਕੋਲ 1024 ਕੀ ਹੋ ਜਾਣਗੀਆਂ ਕਿਲੋਬਾਈਟ ਹੋ ਜਾਣਗੀਆਂ, ਅਤੇ 1024 ਕਿਲੋਬਾਈਟ ਦੇ ਵਿੱਚ ਕਿੰਨੀਆਂ ਹੋ ਜਾਣਗੀਆਂ 1024 ਬਾਈਟ ਹੋ ਜਾਣਗੀਆਂ 1 ਕਿਲੋਬਾਈਟ ਦੇ ਵਿੱਚ, ਠੀਕ ਹੈ ਜੀ। ਹੁਣ ਫਰਦਰ ਫੇਰ ਖੋਲ੍ਹਣਾ ਪਊਗਾ ਇਹਨੂੰ ਰਾਜੇ। ਖੋਲ੍ਹ ਦਿੰਦੇ ਹਾਂ। 4 ਤਾਂ ਆ ਗਿਆ ਆਪਣਾ ਉਵੇਂ ਦੀ ਉਵੇਂ, ਠੀਕ ਹੈ। 4 ਤਾਂ ਆਪਣਾ ਉਵੇਂ ਦਾ ਉਵੇਂ ਆ ਗਿਆ। ਤਾਂ ਕਿਲੋਬਾਈਟ ਨੂੰ ਵੀ ਖੋਲ੍ਹ ਦਿੰਦੇ ਹਾਂ। ਕਿੰਨਾ ਆ ਜਾਊਗਾ 1024 ਗੁਣਾ ਫਿਰ 1024 ਅਤੇ ਗੁਣਾ 1024। ਤਾਂ ਬਾਈਟ ਦੇ ਵਿੱਚ ਜਿੰਨੀ ਵਾਰੀ ਬਾਈਟ 'ਚ ਕਰਨਾ ਤਾਂ 24 ਕਰਨਾ ਪਊਗਾ। ਤਾਂ ਜਾਂ ਐਂ ਕਹਿ ਲਓ ਵੀ ਗੀਗਾਬਾਈਟ ਤੋਂ ਮੈਗਾਬਾਈਟ ਅਤੇ ਮੈਗਾਬਾਈਟ ਤੋਂ ਕਿਲੋਬਾਈਟ ਅਤੇ ਬਾਈਟ ਦੇ ਵਿੱਚ ਜਾਣਾ ਤਾਂ 3 ਵਾਰੀ ਮੈਨੂੰ ਕੀ ਕਰਨਾ ਪਊਗਾ 1024 1024 1024। ਤਾਂ ਉਹੀ ਚੀਜ਼ ਮੈਂ ਕੀਤੀ ਆ। ਮੈਂ ਕੀ ਕੀਤਾ ਰਾਜੇ, ਆ ਦੇਖੋ 3 ਵਾਰੀ ਕੀਤਾ 1024 1024 1024। ਕਿਹਨੂੰ ਖੋਲ੍ਹਿਆ ਮੈਂ ਗੀਗਾਬਾਈਟ ਨੂੰ ਖੋਲ੍ਹਿਆ। ਤਾਂ ਤੁਹਾਨੂੰ ਮੈਂ ਦੱਸਿਆ ਹੋਇਆ ਵੀ 4 ਨੂੰ ਆਪਾਂ ਲਿਖ ਸਕਦੇ ਹਾਂ 2 ਦੀ ਪਾਵਰ 2, ਅਤੇ 1024 ਨੂੰ ਆਪਾਂ ਕੀ ਲਿਖਦੇ ਹਾਂ 2 ਦੀ ਪਾਵਰ 10 2 ਦੀ ਪਾਵਰ 10 2 ਦੀ ਪਾਵਰ 10। ਤਾਂ ਕਿੰਨਾ ਬਣ ਗਿਆ ਬੇਸ ਸੇਮ ਆ 10 20 30 30 ਤੋਂ 2 ਕਿੰਨਾ ਹੋ ਗਿਆ 32, 30 ਤੋਂ 2 ਕਿੰਨਾ ਹੋ ਗਿਆ 32। ਤਾਂ ਇਹਨਾਂ ਆਪਣੇ ਕੋਲ ਮੇਨ ਮੈਮਰੀ ਕਿੰਨੀ ਆ ਗਈ ਰਾਜੇ, ਆ ਮੈਂ ਉੱਪਰ ਲਿਖ ਦੇਣਾ, ਤੁਹਾਨੂੰ ਸ਼ਾਇਦ ਥੱਲੇ ਨਾ ਦਿਖਦਾ ਹੋਵੇ, ਇੱਥੇ ਲਿਖ ਦੇਣਾ 2 ਦੀ ਪਾਵਰ ਕਿੰਨਾ ਆ ਗਿਆ 32 ਆ ਗਿਆ। ਇਹ ਕੀ ਆ ਗਈ ਆਪਣੇ ਕੋਲ ਮੇਨ ਮੈਮਰੀ, ਇਹ ਆ ਗਈ ਆਪਣੇ ਕੋਲ ਕੈਸ਼ੇ, ਠੀਕ ਹੈ। ਹੁਣ ਕੀ ਲਾਉਣਾ ਪਊਗਾ ਆਪਾਂ ਨੂੰ, ਇੱਕ ਫਾਰਮੂਲਾ ਲਾਉਣਾ ਪਊਗਾ। ਉਹ ਫਾਰਮੂਲਾ ਕੀ ਹੁੰਦਾ ਉਹ ਆਪਾਂ ਨੂੰ ਯਾਦ ਰੱਖਣਾ ਪਊਗਾ। ਜੇ ਆਪਾਂ ਨੰਬਰ ਆਫ ਲਾਈਨਸ ਕੱਢਣੀਆਂ ਨੇ ਕੈਸ਼ੇ ਦੇ ਵਿੱਚ, ਉਹਦਾ ਫਾਰਮੂਲਾ ਹੁੰਦਾ ਕੈਸ਼ੇ ਦਾ ਸਾਈਜ਼ ਬਟਾ ਬਲੋਕ ਸਾਈਜ਼। ਹੁਣ ਕੈਸ਼ੇ ਦਾ ਸਾਈਜ਼ ਕਿੰਨਾ ਆਪਣੇ ਕੋਲੇ ਤੁਹਾਨੂੰ ਮੈਂ ਕੱਢ ਲਿਆ। ਕੈਸ਼ੇ ਦਾ ਸਾਈਜ਼ ਕਿੰਨਾ ਆ ਗਿਆ 2 ਦੀ ਪਾਵਰ 24। ਤਾਂ 2 ਦੀ ਪਾਵਰ 24 ਮੈਂ ਕੀ ਲਿਖ ਲਿਆ ਕੈਸ਼ੇ ਦਾ ਸਾਈਜ਼ ਲਿਖ ਲਿਆ। ਹੁਣ ਬਲੋਕ ਦਾ ਸਾਈਜ਼ ਕਿੰਨਾ ਦਿੱਤਾ ਹੋਇਆ ਆਪਾਂ ਨੂੰ, ਬਲੋਕ ਦਾ ਸਾਈਜ਼ ਦੇਖ ਲਓ ਕਿੰਨਾ ਦਿੱਤਾ ਹੋਇਆ, ਆਪਾਂ ਦੇਖ ਲੈਂਦੇ ਹਾਂ 1 ਕਿਲੋਬਾਈਟ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ 1 ਕਿਲੋਬਾਈਟ ਕਿਹਦੇ ਬਰਾਬਰ ਹੈ 2 ਦੀ ਪਾਵਰ 10 ਬਾਈਟ ਦੇ ਬਰਾਬਰ ਹੈ, ਠੀਕ ਹੈ। ਇਹ ਮੈਂ ਦੱਸਿਆ ਹੋਇਆ ਤੁਹਾਨੂੰ। ਤਾਂ ਆਪਾਂ ਕੀ ਥੱਲੇ ਲਿਖ ਲਾਂਗੇ, ਆਪਾਂ ਕੀ ਹੈ 1 ਕਿਲੋਬਾਈਟ ਨਹੀਂ ਲਿਖਦੇ, ਆਪਾਂ ਕੀ ਲਿਖ ਲਾਂਗੇ 2 ਦੀ ਪਾਵਰ 10 ਲਿਖ ਲਿਆ। ਹੁਣ ਜਦੋਂ ਆਪਾਂ ਸੋਲਵ ਕਰਾਂਗੇ ਉੱਪਰ ਜਾ ਕੇ ਪਾਵਰ ਕੀ ਹੋ ਜਾਂਦੀ ਹੈ ਮਾਈਨਸ ਹੋ ਜਾਂਦੀ ਹੈ। ਜਿਵੇਂ 2 ਦੀ ਪਾਵਰ 24 ਹੈ, ਥੱਲੇ ਵੀ 2 ਦੀ ਪਾਵਰ 10 ਹੈ, ਤਾਂ 24 ਦੀ ਮਾਈਨਸ ਕੀ ਹੋ ਜਾਊਗਾ 10 ਹੋ ਜਾਊਗਾ। ਤਾਂ ਆਨਸਰ ਕੀ ਆ ਜਾਊਗਾ 2 ਦੀ ਪਾਵਰ 14। ਇਹ ਕੀ ਕੱਢ ਲਈਆਂ ਮੈਂ ਨੰਬਰ ਆਫ ਲਾਈਨਸ ਕੱਢ ਲਈਆਂ। ਇਸ ਤੋਂ ਬਾਅਦ ਮੈਂ ਕੀ ਕੱਢਣਾ ਸੈੱਟ ਕੱਢਣਾ ਨੇ। ਇਹਦਾ ਫਾਰਮੂਲਾ ਹੁੰਦਾ ਰਾਜੇ ਟੋਟਲ ਲਾਈਨ ਬਟਾ ਲਾਈਨ ਇਨ ਏ ਸੈੱਟ, ਠੀਕ ਹੈ। ਟੋਟਲ ਲਾਈਨ ਕਿੰਨੀਆਂ ਨੇ ਮੇਰੀਆਂ, ਹੁਣ ਕਿੰਨੀਆਂ ਕੱਢੀਆਂ ਮੈਂ ਲਾਈਨਾਂ 2 ਦੀ ਪਾਵਰ 14 ਕੱਢੀਆਂ ਨੇ। ਅਤੇ ਸਾਈਜ਼ ਕੀ ਦਿੱਤਾ ਹੋਇਆ ਮੈਨੂੰ ਦੇਖੋ ਹੁਣ 8 ਦਿੱਤਾ ਹੋਇਆ। 8 ਤਰੀਕੇ ਨਾਲ ਮੈਂ ਕੀ ਕਰ ਸਕਦਾ ਉਹਨੂੰ ਲਗਾ ਸਕਦਾ। ਤਾਂ 8 ਨੂੰ ਆਪਾਂ ਲਿਖ ਸਕਦੇ ਹਾਂ 2 ਦੀ ਪਾਵਰ 3 ਲਿਖ ਸਕਦੇ ਹਾਂ, 2 ਦੂਣੀ 4 ਦੂਣੀ 8 ਤਾਂ ਲਿਖ ਸਕਦੇ ਹਾਂ। ਤਾਂ ਬਟਾ ਮੈਂ ਕੀ ਕਰਤਾ 2 ਦੀ ਪਾਵਰ 3 ਕਰਤਾ। ਤਾਂ ਫਿਰ ਪਾਵਰ ਕੀ ਹੋ ਗਈ ਉੱਪਰ ਜਾ ਕੇ ਮਾਈਨਸ ਹੋ ਗਈ, 14 ਮਾਈਨਸ 3 ਕਿੰਨਾ ਹੋ ਗਿਆ 2 ਦੀ ਪਾਵਰ 11 ਹੋ ਗਿਆ। ਤਾਂ ਮੈਂ ਕੀ ਕੱਢ ਲਿਆ 2 ਦੀ ਪਾਵਰ 14 ਕੱਢ ਲਿਆ, 2 ਦੀ ਪਾਵਰ 11 ਕੱਢ ਲਿਆ। ਆਈ ਹੋਪ ਤੁਹਾਨੂੰ ਸਮਝ ਲੱਗ ਰਿਹਾ ਹੋਊਗਾ। ਜੇ ਨਹੀਂ ਸਮਝ ਲੱਗ ਰਿਹਾ ਤਾਂ ਵੀਡੀਓ ਨੂੰ ਸਲੋ ਕਰਕੇ ਦੇਖ ਲਿਓ। ਹੁਣ ਉਸ ਤੋਂ ਬਾਅਦ ਫਾਰਮੂਲਾ ਕੀ ਹੁੰਦਾ ਰਾਜੇ, ਹੁਣ ਮੇਰਾ ਫਾਰਮੂਲਾ ਬਣ ਗਿਆ ਇੱਕ। ਮੇਰੇ ਕੋਲ ਕੀ ਹੁੰਦਾ ਆਹ ਹੁੰਦਾ ਫਾਰਮੂਲਾ ਕਿ ਮੇਨ ਮੈਮਰੀ ਕਿਹਦੇ ਬਰਾਬਰ ਹੁੰਦੀ ਹੈ ਰਾਜੇ, ਟੈਗ ਦੇ ਪਲੱਸ ਸੈੱਟ ਅਤੇ ਪਲੱਸ ਬਲੋਕ ਆਫਸੈਟ ਹੁੰਦਾ, ਸਾਰੀ ਬਿਟ ਦੇ ਵਿੱਚ ਹੈ, ਠੀਕ ਹੈ। ਸਾਰੇ ਕਿੰਨੇ ਵਿੱਚ ਹੁੰਦੇ ਆ ਬਿਟਸ ਦੇ ਵਿੱਚ ਹੁੰਦੇ ਆ, ਠੀਕ ਹੈ। ਮੈਂ ਬਾਈਟ ਲਿਖ ਲਿਆ ਸੀ, ਸੌਰੀ ਇਹ ਬਿਟਸ ਹੁੰਦੇ ਸਾਰੇ, B ਫॉर ਬਿਟਸ। ਹੁਣ ਕੀ ਆਊਗਾ ਆਪਣਾ, ਆਪਾਂ ਮੇਨ ਮੈਮਰੀ ਕੱਢ ਲਈ। ਮੇਨ ਮੈਮਰੀ ਕਿੰਨੀ ਕੱਢੀ ਆਪਾਂ, ਠੀਕ ਹੈ, ਸਾਰਿਆਂ ਨੂੰ ਪਤਾ। ਤਾਂ ਇਹ ਕੀ ਆ 32 ਕੱਢੀ ਸੀ ਆਪਾਂ। ਤਾਂ ਮੇਨ ਮੈਮਰੀ ਕੱਢੀ ਸੀ ਆਪਾਂ 32, ਠੀਕ ਹੈ ਜੀ। 2 ਦੀ ਪਾਵਰ ਹਟਾ ਦਿਓ 32 ਆਪਾਂ ਕੱਢੀ। ਅਤੇ ਕੱਢਣਾ ਕੀ ਆਪਾਂ ਟੈਗ ਕੱਢਣੇ ਨੇ ਕਿੰਨੇ ਆ, ਠੀਕ ਹੈ। ਆਹ ਟੈਗ ਕੱਢਣੇ ਨੇ ਪਲੱਸ ਸੈੱਟ ਕਿੰਨੇ ਕੱਢੇ ਆਪਾਂ, ਤਾਂ ਸੈੱਟ ਆਪਾਂ ਕੱਢ ਲਏ। ਕਿੰਨੇ ਕੱਢੇ ਰਾਜੇ ਆਪਾਂ 11 ਕੱਢੇ ਆ। ਕਿੰਨੇ ਕੱਢੇ ਆ 11 ਕੱਢੇ ਆ। ਦੇਖੋ ਸੈੱਟ ਕੱਢੇ ਹੋਏ ਨਾ 2 ਦੀ ਪਾਵਰ 11, ਤਾਂ ਸੈੱਟ ਕੱਢੇ ਆ ਜੀ ਆਪਾਂ 11। ਇਸ ਤੋਂ ਬਾਅਦ ਕੀ ਇਹਦੇ ਵਿੱਚ ਪਲੱਸ ਕੀ ਕਰਨਾ ਆਪਾਂ, ਪਲੱਸ ਕਰਨੇ ਨੇ ਬਲੋਕ। ਤਾਂ ਬਲੋਕ ਕਿੰਨੇ ਕੱਢੇ ਹੋਏ ਆਪਾਂ, ਠੀਕ ਹੈ ਜੀ। ਬਲੋਕ ਕੱਢੇ ਹੋਏ ਆਪਾਂ 10। ਕਿੰਨੇ ਕੱਢੇ ਹੋਏ ਆ ਆਪਾਂ 10 ਕੱਢੇ ਹੋਏ ਆ ਬਲੋਕ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਣਾ ਕੀ ਆ ਜਾਊਗਾ ਰਾਜੇ, ਬਲੋਕ ਕਿੰਨੇ ਆ ਜਾਣਗੇ 10 ਬਿਟਸ ਆ ਜਾਣਗੇ। ਤਾਂ ਪਲੱਸ ਮੈਂ ਕੀ ਕਰ ਦੂੰਗਾ 10 ਕਰ ਦੂੰਗਾ, ਠੀਕ ਹੈ ਜੀ। ਬਲੋਕ ਆਪਾਂ ਕਿੰਨੇ ਕੱਢੇ ਆ 10 ਕੱਢੇ ਆ। ਚਲੋ ਆਪਾਂ ਅੱਗੇ ਗੱਲ ਕਰਦੇ ਹਾਂ। ਦੇਖੋ ਬਲੋਕ 10 ਕਿਵੇਂ ਆਏ। ਹੁਣ ਕਈ ਬੱਚੇ ਇਹ ਕਹਿਣਗੇ ਸਰ ਜੀ ਬਲੋਕ ਕਿਵੇਂ 10 ਕੀਤੇ ਆ ਤੁਸੀਂ, ਬਲੋਕ ਕੱਢੇ ਕਿਵੇਂ ਆ 10, ਠੀਕ ਹੈ। ਤਾਂ ਆਪਾਂ ਨੂੰ ਦੇਖੋ ਤੁਹਾਨੂੰ ਮੈਂ ਇੱਕ ਚੀਜ਼ ਸਮਝਾਉਣਾ 2 ਦੀ ਪਾਵਰ 10 ਦੱਸ ਰਿਹਾ ਮੈਂ ਤੁਹਾਨੂੰ, ਇਹ 10 ਬਿਟ ਕਿਵੇਂ ਆਇਆ ਹੈ ਨਾ। 10 ਬਿਟ ਵੀ ਬਲੋਕ ਜਿਹੜਾ ਆਫਸੈਟ ਹੈਗਾ ਇਹ 10 ਕਿਵੇਂ ਆਇਆ, ਠੀਕ ਹੈ। ਇਹ ਤੁਹਾਨੂੰ ਮੈਂ ਦੱਸਦਾ, ਠੀਕ ਹੈ। ਆਪਾਂ 2 ਦੀ ਪਾਵਰ 24 ਸਮਝ ਆ ਗਿਆ ਤੁਹਾਨੂੰ ਸਾਰਿਆਂ ਨੂੰ, 2 ਦੀ ਪਾਵਰ 24 ਆ ਗਿਆ, ਠੀਕ ਹੈ। ਇਹ ਆਪਾਂ ਕੱਢ ਲਿਆ, ਇੱਥੇ ਦੇਖੋ 14 ਕੱਢ ਲਿਆ।
ਤਾਂ 10 ਕਿਵੇਂ ਆਇਆ ਰਾਜੇ? ਦੇਖੋ ਤੁਹਾਨੂੰ ਜਿਹੜਾ ਸਾਈਜ਼ ਦਿੱਤਾ ਹੋਇਆ ਆਪਾਂ ਨੂੰ, ਆਹ ਦੇਖੋ ਕਿੱਧਰ ਗਿਆ ਸਾਈਜ਼ ਆ ਰਿਹਾ 8 ਵਾਲਾ, ਠੀਕ ਹੈ, 1 ਕਿਲੋਬਾਈਟ ਵਾਲਾ। ਤਾਂ 1 ਕਿਲੋਬਾਈਟ ਵਾਲਾ ਆਪਾਂ ਨੂੰ ਸਾਈਜ਼ ਦਿੱਤਾ ਹੋਇਆ। ਤਾਂ 1 ਕਿਲੋਬਾਈਟ ਦਾ ਸਾਈਜ਼ ਤੁਹਾਨੂੰ ਮੈਂ ਦੱਸਿਆ ਸੀ, 1 ਕਿਲੋਬਾਈਟ ਦਾ ਮਤਲਬ ਕੀ ਹੈ 2 ਦੀ ਪਾਵਰ 10। ਤਾਂ ਆਪਾਂ ਉੱਪਰ ਵਾਲਾ ਥੱਲੜਾ ਬੇਸ ਛੱਡਤਾ, 10 ਵਾਲਾ ਚੱਕ ਲਿਆ, ਤਾਂ ਕਿੰਨਾ ਆ ਗਿਆ 10 ਆ ਗਿਆ। ਹੁਣ ਆਪਾਂ x ਕੱਢਣਾ, ਤਾਂ ਆਪਣਾ ਕੀ ਬਣ ਗਿਆ 32 ਬਣ ਗਿਆ। x + 11 + 10 ਕਿੰਨੇ ਹੋ ਗਏ? 11 + 10 ਕਿੰਨੇ ਹੁੰਦੇ ਰਾਜੇ? 21 ਹੁੰਦੇ ਆ, ਠੀਕ ਹੈ। ਤੇ ਹੁਣ ਮੈਂ x ਦੇ ਵਿੱਚ ਕੀ ਕਰੂੰਗਾ 32 - 21 ਕਰ ਦੂੰਗਾ, ਤਾਂ ਕਿੰਨਾ ਆਂਸਰ ਆ ਜਾਊਗਾ ਮੇਰਾ 11 11। ਕਿੰਨਾ ਆਂਸਰ ਆ ਜਾਊਗਾ 11 11। ਦੇਖੋ ਥੋੜ੍ਹਾ ਜਿਹਾ ਕਨਫਿਊਜ਼ਨ ਕ੍ਰੀਏਟ ਕਰਦਾ। ਦੇਖੋ ਮੈਂ ਵੀ ਥੋੜ੍ਹਾ ਜਿਹਾ ਦੇਖੋ ਵੀ ਸਾਰਾ ਕੁਛ ਲਿਖਿਆ ਸੀ, ਥੋੜ੍ਹਾ ਜਿਹਾ ਮੇਰੇ ਦਿਮਾਗ 'ਚੋਂ ਵੀ ਸਕਿਪ ਹੋ ਗਿਆ ਸੀਗਾ ਵੀ ਉਹ 10 ਕਿੱਥੋਂ ਆਇਆ। ਤਾਂ ਹੋ ਸਕਦਾ ਤੁਹਾਨੂੰ ਵੀ ਥੋੜ੍ਹੀ ਜਿਹੀ ਪਰੇਸ਼ਾਨੀ ਕਰੇ, ਪਰ ਇਹਨੂੰ 1-2 ਵਾਰੀ ਦੇਖ ਲਿਓ, ਤੁਹਾਨੂੰ ਸਮਝ ਆ ਜਾਊਗਾ। 1-2 ਵਾਰੀ ਦੇਖੋਗੇ ਸਮਝ ਆ ਜਾਊਗਾ, ਤਾਂ 11 ਆਂਸਰ ਆ ਗਿਆ, ਰਾਈਟ ਹੈ। ਤਾਂ ਜੇ ਸਮਝ ਲੱਗ ਜੇ ਬਹੁਤ ਵਧੀਆ ਗੱਲ, ਨਹੀਂ ਛੱਡ ਦਿਓ। ਇਹ ਸੀਗਾ ਲਾਸਟ ਦਾ ਅੱਜ ਦਾ ਕੁਐਸਚਨ ਸੀਗਾ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ ਰਾਜੇ। ਜੇ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਬੱਚੇ ਚੈਨਲ 'ਤੇ ਨਵੇਂ ਨੇ। ਅਤੇ ਬਾਕੀ ਥੋੜੀ ਜਾਣਕਾਰੀ ਵਾਸਤੇ ਦੱਸ ਦਿੰਦੇ ਹਾਂ ਰਾਜੇ, ਜੇ ਕਿਸੇ ਨੇ IT ਅਤੇ ਐਗਰੀਕਲਚਰ ਦੇ MCQ ਲੈਣੇ, ਇਸ ਨੰਬਰ 'ਤੇ ਤੁਸੀਂ WhatsApp ਵਗੈਰਾ ਕਰ ਸਕਦੇ ਹੋ, ਸਪੈਸ਼ਲ MCQ ਨੇ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਐਗਰੀਕਲਚਰ ਦੀ ਮੈਰਾਥਨ ਕਲਾਸ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ, ਤੁਹਾਡੀਆਂ ਮਿਹਨਤਾਂ ਨੂੰ ਫਲ ਆਵੇ, ਅਤੇ ਤੁਸੀਂ ਜਲਦੀ ਜਲਦੀ ਸਾਰੇ ਬਣ ਜਾਓ ਪਟਵਾਰੀ ਸਾਹਿਬ।